ਇਹਦੀ ਗੱਡੀ ਉਸਤਾਦ ਜੀ ਇੰਨੀ ਪੁਰਾਣੀ ਆ, ਦੱਸਣਾ 10 ਦੇ ਵਿੱਚੋਂ ਫਰੋਮ ਦੇ ਫਿੰਗਰਪ੍ਰਿੰਟ ਲੱਭੇ ਆ। ਨਹੀਂ ਜਿਹੜੀ ਉਸਤਾਦ ਜੀ ਫਿਰ ਉਸ ਤੋਂ ਉੱਤੇ ਹੈਗਾ ਵੀ ਇਸ ਤੋਂ ਹੁਣ ਉੱਤੇ ਨਹੀਂ ਹਾਈ। ਅੱਧਾ ਪੀਸ ਬਣਾਈ ਤਾਂ ਸਹੀ ਨਿਕਲਿਆ, ਇੱਕ ਬੰਦਾ ਕਹਿੰਦਾ ਚੂਚਾ ਨਿਕਲਿਆ ਜੀ। ਲੇਕਿਨ ਉਸਤਾਦ ਜੀ ਮੈਂ ਸੇਫਟੀ ਥੋੜੀ ਜਿਹੀ ਕੀਤੀ, ਮੈਂ ਡਰਾਈਵਰ ਸਾਈਡ ਤੋਂ ਖਾਲੀ ਰੱਖਿਆ। ਨਹੀਂ ਲੇਕਿਨ ਇੱਥੋਂ ਫਿਰ ਵੀ ਵਾਲ ਰਹਿ ਕੇ ਸੇਫਟੀ ਤੋਂ ਥੋੜੀ ਜਿਹੀ ਕੀਤੀ ਐ ਸਾਰੇ ਉਦਾਂ ਹੀ। ਦੋਸਤ ਆਇਆ ਕਹਿੰਦਾ ਆ ਫੈਸਲ ਲਾਹੌਰ ਚੱਲਦੇ, ਕਹਿੰਦੇ ਯਾਰ ਅਸੀਂ ਆਪਣੀ ਗੱਡੀ ਤੇ ਜਾਣਾ, ਕਹਿੰਦਾ ਬੱਸ ਤੇ ਚੱਲਦੇ ਕਿੱਥੇ, ਆਪਣੀ ਗੱਡੀ ਤੇ ਧੱਕੇ ਖਾਂਦਾ ਫਿਰੇਗਾ। अच्छा ये उल्टा साहब। अस्सलाम वालेकुम। टी टाइम में खुश आमदीद बाबा जी फैसलाबाद। एक दिन छड़ के ओए होए वे, एक दिन छड़ के ओए होए आहो 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 आहो। इधर ते चेक कर लो भाजी, इधर चेक कर लो। माड़ा भुखा भी माड़ा ते माड़ा रजिया भी माड़ा ते माड़ा है ते माड़ा सही। ਇਹ ਅੱਜ ਖੈਰ ਆ ਕੀ ਗੱਲ ਆ? ਜਦੋਂ ਤੂੰ ਆਇਆ ਉਦੋਂ ਤੂੰ ਹੋਰ ਕੁਝ ਪਾਇਆ ਸੀ, ਬਾਅਦ ਚ ਤੂੰ ਇਹ ਵੀ ਪਾ ਲਿਆ, ਕੀ ਗੱਲ? ਬੂਟ ਵੀ ਤੇ ਪੂਰੇ ਕੱਸੇ, ਜਰਾਬਾਂ ਵੀ। रात को फंक्शन पे गया। फंचम, वाह। अच्छा। सूर्य सतम शिवम फंचम। ਨਹੀਂ ਫੰਕਸ਼ਨ ਤੇ ਤੂੰ ਆਪਣੇ ਕੱਪੜੇ ਪਾ ਗਿਆ ਸੀ, ਉਹਨਾਂ ਨੇ ਪਵਾ ਕੇ ਕੱਢਿਆ ਤੈਨੂੰ? ਨਹੀਂ ਇਹ ਪਾ ਕੇ ਗਿਆ ਸੀ ਫੰਕਸ਼ਨ ਤੇ। ਹਾਂਜੀ ਉਸਤਾਦ ਜੀ ਕਹਿੰਦੇ ਸੂਰੀਆ ਫੰਕਸ਼ਨ। ਅੱਛਾ ਇਹ ਕਿੱਥੋਂ ਲਏ ਤੂੰ? ਇਹ ਉਸਤਾਦ ਜੀ ਇਹ ਜਰਸੀ ਛੋਟੇ ਭਾਈ ਦੀ ਹੈ। ਇੱਕ ਮਿੰਟ ਠਹਿਰ ਜਰਾ। ਅੱਛਾ ਛੋਟੇ ਦੀ ਆ ਸ਼ਰਟ। ਅੱਛਾ ਜਰਸੀ ਛੋਟੇ ਭਾਈ ਦੀ ਹੈ। ਸ਼ਰਟ ਵੱਡੇ ਦੀ। ਸ਼ਰਟ ਸ਼ਰਟ ਮੇਰੀ ਹੈ। ਹੈ? ਸ਼ਰਟ ਮੇਰੀ ਹੈ, ਉਹ ਤਾਂ ਹੀ ਬਾਹਰ ਆਉਂਦੀ ਸਤਾ ਤੇ ਉਹਦੀਆਂ ਬਾਹਾਂ ਵੱਡੀਆਂ ਵਾ, ਇਹਦੀਆਂ ਛੋਟੀਆਂ। ਅੱਛਾ ਇਹ ਕਾਲਰ ਵੀ ਇਹਦੀ ਬਾਹਰ ਕੱਢੀ ਦਿੰਦੀ ਇਥੋਂ ਐ ਇੰਜ। ਚਲ ਪੈਂਟ ਤੇ ਟਰਾਊਜ਼ਰ ਇਹ ਵੀ ਉਹ ਇਹ ਵੀ ਉਹਦਾ ਹੀ ਹੈ। ਤੇਰੇ ਬੂਟ ਪਾਏ ਸੀ ਉਹ ਵੀ ਉਹ ਵੀ ਉਹਦਾ ਹੀ ਹੈ। ਨਹੀਂ ਸੈੱਟ ਪੂਰਾ ਇਹਦਾ ਮਤਲਬ ਤੂੰ ਪੈਸੇ ਤੇਰੇ ਕੋਲ ਟਿਕਣ ਲੱਗ ਪਏ, ਹੁਣ ਤੂੰ ਚੀਜ਼ਾਂ ਲੈਣ ਲੱਗ ਪਿਆ ਲੋਕਾਂ ਦੀਆਂ। ਨਹੀਂ ਕੱਲੀ ਸ਼ਰਟ ਹੀ ਤੇਰੀ ਹੈ, ਸਾਰਾ ਛੋਟਾ ਭਾਈ ਆ ਤੇ ਉਹਨੂੰ ਭੇਜਣਾ ਸੀ ਟੀ ਟਾਈਮ ਚ ਅੱਜ। ਤਾਂ ਜੀ ਇੱਕ ਟਾਈਮ ਸੀਗਾ, ਉਹ ਮੈਨੂੰ ਕਹਿੰਦੇ, ਮੈਂ ਉਹਨਾਂ ਨੂੰ ਕਿਹਾ ਛੋਟੇ ਭਰਾਵਾਂ ਨੂੰ, ਮੈਂ ਕਿਹਾ ਮੇਰੇ ਜੁੱਤੀ ਕੱਪੜਾ ਨਹੀਂ ਮੇਰਾ ਪਾਉਣਾ। ਨਹੀਂ ਉਹ ਕਹਿੰਦੇ ਅੱਛਾ। ਕਿੱਡੀ ਘਟੀਆ ਤਾਂ ਜੀ ਉਹਨਾਂ ਨੇ 2 ਮਹੀਨੇ ਨਹੀਂ ਪਾਇਆ ਤੇ 2 ਮਹੀਨੇ ਹੋ ਗਏ ਮੈਂ ਵੇਖਣਿਆ ਸੀ, ਮੈਂ ਕਿਹਾ ਮੈਂ ਹੁਣ ਇਹਨਾਂ ਦਾ ਪਾਵਾਂ ਕਿ ਨਹੀਂ, ਅੱਜ ਮੈਂ ਪਾਵਾਂ। ਹੁਣ ਉਹਨਾਂ ਦੇ ਅੱਛੇ ਆ ਮੇਰੇ ਤੋਂ। ਨਹੀਂ ਤੂੰ ਇਹ ਕਹਿੰਦੇ ਤੁਸੀਂ ਮੇਰਾ ਜੁੱਤੀ ਕੱਪੜਾ ਨਾ ਲੈ ਕੇ, ਮੈਨੂੰ ਅੱਲਾ ਹੋਰ ਦੇ ਦੇਗਾ। ਘਟੀਆ ਸੋਚ ਵਾ ਤੇਰੀ। ਭੈਣ ਭਰਾਵਾਂ ਨੂੰ ਰੋਕ ਰਹੇ ਆ ਕਿ ਵੀ ਸੂਟ। ਮੈਂ ਉਸਤਾਦ ਮੁਹਤਰਮ ਅੱਲਾ ਮਾਫੀ ਦੇਵੇ, ਕਹਿਣਾ ਨਹੀਂ ਚਾਹੀਦਾ, ਓਪਨ ਸ਼ਾਮਾਂ ਰੱਖੀਆਂ ਹੁੰਦੀਆਂ ਸਾਰੀਆਂ A to Z। ਹਾਂਜੀ ਜਿਹੜੇ ਮਰਜ਼ੀ ਜੋ ਮਰਜ਼ੀ ਯੂਜ਼ ਕਰੇ। ਗੱਡੀ ਲਈ ਬਾਹਰ ਖਲੋਤੀ ਹੁੰਦੀ, ਜਿਹੜਾ ਮਰਜ਼ੀ ਲੈ ਕੇ ਚਲਾ ਜੇ। ਮਾਈਂਡ ਆਪਣਾ ਨਾ ਬਲੋਇੰਗ ਰੱਖੋ ਤੁਸੀਂ, ਠੀਕ ਹੈ? ਪਰ ਫੈਸਲੇ ਹਰ ਸ਼ੈ ਓਪਨ ਰੱਖੀ ਹੁੰਦੀ, ਲੋਕ ਮੱਲੇ ਦਾ ਕਲਾਮਾ ਦਿੰਦੇ ਯਾਰ ਹਰ ਸ਼ੈ ਓਪਨ ਹੀ ਰੱਖੀ ਦੀ ਹੁੰਦੀ, ਏਦਾਂ ਹੀ। ਉਹ ਪਰਦੇ 'ਚ ਵੀ ਰੱਖੀਦਾ ਹੁੰਦਾ। ਠੀਕ ਹੈ। ਇਹਨੂੰ ਲੋਕੀ ਕਹਿੰਦੇ ਸੀ ਇਹ ਤੇ ਤਲੀ ਤੇ ਉੱਪਰ ਰੱਖੀ ਫਿਰਦਾ ਵਾ। ਹਾਂ ਜਦੋਂ ਦੇਖ ਲਓ ਇਹਨੂੰ, ਸਹੀ। ਹਰ ਸ਼ੈ ਉੱਪਰ ਰੱਖੀ ਤੂੰ। ਚਲੋ ਫੈਸਲ ਸਾਹਿਬ ਮੈਂ ਤੁਹਾਨੂੰ 36,000 ਵਾਰੀ ਕਿਹਾ ਗੱਲ ਕਰਨ ਗਿਆ, ਸੋਚ ਲਿਆ ਕਰੋ। ਮੈਂ ਸੋਚ ਕੇ ਗੱਲ ਕਰਦਾ ਵਾਂ, ਅੱਗੋਂ ਤੁਸੀਂ ਸੋਚਣ ਵਾਂਗੇ ਤਾਂ ਗੱਲ ਨਹੀਂ ਕਰਿਆ। ਦੇਖੋ ਮੇਰੀ ਗੱਲ ਸੁਣੋ, ਕੈਮਰੇ ਦੇ ਸਾਹਮਣੇ ਵੀ ਤੁਸੀਂ ਉਹੀ ਦੁਨੀਆ ਦੀ ਕੋਈ ਮਿਸਾਲ ਹੋਵੇ ਉਹ ਇਹਨੇ ਆਪਣੇ ਘਰੋਂ ਦੇਣੀ ਆ, ਕਿਸੇ ਦੇ ਕਾਰੋਬਾਰ ਦੀ ਗੱਲ ਹੋਵੇ ਉਹ ਇਹਨੇ ਆਪਣੇ ਘਰੋਂ ਮਿਸਾਲ ਦੇਣੀ ਆ। ਤੁਸੀਂ ਆਪ ਆਪਣੇ ਘਰੋਂ ਹੀ ਨਹੀਂ ਨਿਕਲ ਰਹੇ। ਬਾਹਰ ਵੀ ਦੁਨੀਆ ਹੈਗੀ ਫੈਸਲ ਸਾਹਿਬ, ਬਾਹਰ ਵੀ ਜ਼ਮਾਨਾ ਬਹੁਤ ਆ। ਤੁਹਾਡੇ ਅੱਬੇ ਤੋਂ ਇਲਾਵਾ ਅੱਬੇ और भी हैं। ਅੱਬੂ ਦੀ ਗੱਲ ਹੀ ਨਹੀਂ ਹੋਈ। ਜ਼ਮਾਨੇ में दादे और भी हैं। ਅੱਬੂ ਦੀ ਗੱਲ ਹੋਈ ਹੈ। ਉਹੀ ਆ ਥੋੜੀ ਦੇਰ ਪਹਿਲੇ ਤੂੰ ਬਾਜੀ ਦੀ ਗੱਲ ਨਹੀਂ ਸੁਣਾਈ, ਮੈਂ ਮੁੱਕਾ ਮਾਰ ਕੇ ਬਾਈ ਤੋੜਦੀ, ਬਾਈ ਦਾ ਗੁੱਟ ਤੋੜਦਾ। ਟੀ ਟਾਈਮ ਚ ਕਦੋਂ ਕੀਤੀ ਸੀ ਉਹ? ਤੇ ਉਹ ਪਹਿਲੇ ਕੀਤੀ ਨਾ, ਤੇ ਤੂੰ ਹਟਦਾ ਹੀ ਨਹੀਂ, ਤੂੰ ਪਹਿਲੇ ਵੀ ਕੀਤੀ ਹੈ। ਅੱਛਾ ਕਹਿੰਦਾ ਕੀ ਕਿਹਾ ਇਹਨੇ ਹੁਣ ਇਹਨੂੰ? ਓਪਨ ਪਈ। ਨਹੀਂ ਇਹਨੇ ਕੀ ਕਿਹਾ? ਕਿੱਡਾ ਬਗੈਰ ਕੀ ਕਹਿੰਦੇ ਘਟੀਆ ਆਦਮੀਆਂ ਤੂੰ ਭੈਣ ਭਰਾਵਾਂ ਦਾ। ਇਹਨੇ 15 ਮਿੰਟ ਪਹਿਲੇ ਗੱਲ ਸੁਣਾਈ ਹੈ। ਸਕੀ ਭੈਣ ਵਿਚਾਰੀ, ਭੈਣ ਵੱਡੀ ਵੀ ਹੋਵੇ, ਸਿਆਣੇ ਕਹਿੰਦਾ ਛੋਟੀ ਹੁੰਦੀ ਭੈਣ। ਭੈਣਾਂ ਨੂੰ ਤੇ ਭਰਾ ਜਿਹੜੇ ਤੱਤੀ ਵਾਹ ਨਹੀਂ ਲੱਗਣ ਦਿੰਦੇ। ਇਹਨੇ ਕੁਰਸੀ ਤੇ ਬੈਠੀ ਭੈਣ, ਠੀਕ ਹੈ ਜੀ, ਅੱਲਾ ਦੀ ਤੇ ਕਿਸਮਤ। ਘਰੋਂ ਨਿਕਲੀ ਕੁੜੀ, ਇੱਜ਼ਤ ਨਾਲ ਵਾਪਸ ਨਹੀਂ ਆਉਂਦੇ। ਨਹੀਂ ਅੱਜ ਵੀ ਉਸਤਾਦ ਜੀ ਨਹੀਂ ਠਹਿਰ ਜਾ, ਮੈਨੂੰ ਦੱਸ ਲੈਣ ਦੇ। ਵੈਰੀਆ ਵੇ ਮੈਨੂੰ ਦੱਸ ਲੈਣ ਦੇ। ਕਹਿੰਦਾ ਬਾਜੀ ਸਾਡੀ ਬੈਠੀ ਵਿਚਾਰੀ ਦੇ ਹੈਗੀ ਨਾ, ਪਰ ਦੇਖਦੀ ਹੋਣੀ। ਹਾਂਜੀ ਉਸਤਾਦ ਜੀ ਦੇ ਕਿੱਥੇ? ਫੈਸਲਾਬਾਦ ਹੀ ਆ। ਫੈਸਲਾਬਾਦ ਦੇ। ਆ ਦੇਖ ਲੈ ਭੈਣ ਮੇਰੀ, ਉਹਦਾ ਤੂੰ ਪਿਆਰ ਚੈੱਕ ਕਰਨਾ ਹੁਣ ਤੁਸੀਂ। ਕੁਰਸੀ ਤੇ ਕਹਿੰਦਾ ਬੈਠੀ, ਇੰਜ ਕਰਕੇ ਉਹਨੇ ਰੱਖਿਆ। ਉਦੋਂ ਤੇਰੇ ਤੋਂ ਵੱਡੀ ਹੈ, ਉਸਤਾਦ ਜੀ ਸਭ ਤੋਂ ਵੱਡੇ, ਸਭ ਤੋਂ ਵੱਡੀ ਬਾਜੀ ਸਾਡੀ, ਵੇਖ ਲਾ ਇੰਜ ਕਰਕੇ ਕਹਿੰਦਾ ਉਹ ਬੈਠੀ ਹੈ। ਮੈਂ ਉਹਨੂੰ ਕਿਹਾ ਬਾਜੀ ਮੈਂ ਤੇਰੇ ਬਾਂਹ ਤੇ ਮੁੱਕਾ ਮਾਰ ਲਵਾਂ। ਪਹਿਲੇ ਤੇ ਇਹ ਇੱਕ ਜਾਹਲਾਨਾ ਇੱਕ ਡਿਮਾਂਡ ਆ। ਸਹੀ ਉਹ ਵੀ ਘਟੀਆ। ਤੂੰ ਇਹਨੂੰ ਘਟੀਆ ਕਹਿੰਦੇ ਆ? ਤੈਨੂੰ ਮੈਂ ਦੱਸਦਾ, ਤੂੰ ਤੇ ਘਟੀਆ ਪੁਣੇ ਦਾ ਤੂੰ ਮੂਨ ਐਵਰੈਸਟ ਹੋਇਆ। ਲੋ ਜੀ ਆਹੋ
ਉਹਨੇ ਵਿਚਾਰੀ ਨੇ ਅੱਗੋਂ ਵੇਖੋ ਭੈਣ ਤੈਨੂੰ ਸ਼ਰਮ ਨਾ ਇਹ ਗੱਲ ਕਹਿਣ ਲੱਗਿਆ ਅੱਗੋਂ ਕਹਿ ਰਹੀ ਵੀਰੇ ਮਾਰ ਲਾ ਕਿ ਮੈਂ ਤੇ ਮੁੱਕਾ ਮਾਰ ਲਵਾਂ ਉਹਨੇ ਕਿ ਵੀਰੇ ਮਾਰ ਲਾ ਕਿੰਨੇ ਕਹਿੰਦਾ ਨਹੀਂ ਬਾਜੀ ਤੂੰ ਨਾ ਬਾਂਹ ਪਿੱਛੇ ਕਰ ਲੈਣੀ ਹੈ ਇਹ ਉਹਨੂੰ ਹੁਣ ਪੱਕਾ ਵੀ ਕਰ ਰਿਹਾ ਉਹ ਕਹਿੰਦੀ ਨਹੀਂ ਵੀਰੇ ਮੈਂ ਨਹੀਂ ਕਰਦੀ ਛੋਟਾ ਉਹਨੇ ਤੈਨੂੰ ਛੋਟਾ ਸਮਝਿਆ ਸਹੀ ਗੱਲ ਇਸ ਬਗੈਰਤ ਨੇ ਇਸ ਕਿਸਮ ਦਾ ਉਹ ਬਾਜੀ ਦੇ ਗੁੱਟ ਤੇ ਮਾਰਿਆ ਹੱਥ ਤੇ ਮੁੱਕਾ ਕੁਰਸੀ ਦੀ ਜਿਹੜੀ ਉਹ ਹੁੰਦੀ ਨਾ ਉਹ ਮੁੱਠ ਜਿੱਥੋਂ ਫੜਿਆ ਹੁੰਦਾ ਸਪੋਰਟ ਉਹ ਟੁੱਟ ਗਈ ਤੇ 2 ਨਾਰ ਭੇਜ ਗਏ ਯਕੀਨ ਕਰੋ ਉਸਤਾਦ ਜੀ ਉਸ ਗੱਲ ਐਸਾ ਬਗੈਰਤ ਆ ਤੇ ਉਹਨੂੰ ਕਹਿ ਰਿਹਾ ਘਟ ਗਿਆ ਅੱਜ ਤੱਕ ਬਾਜੀ ਵਿਚਾਰੀ ਉਹਦੇ ਮਤਲਬ ਉਹ ਠੀਕ ਨਹੀਂ ਹੋਈ ਐਡਾ ਬੁਰਾ ਮਾਰ ਉਹਨੇ ਅੱਗੋਂ ਫਿਰ ਕੁਝ ਵੀ ਨਹੀਂ ਨੁਕਿਆ ਨਹੀਂ ਉਸਤਾਦ ਜੀ ਗੱਲ ਉਹ ਬੇਸਿਕ ਨਾ ਕਿ ਬਾਜੀ ਬੈਠੇ ਹੋਏ ਨਾ ਤੇ ਮੈਂ ਬੜੇ ਲਾਡ ਦੇ ਨਾਲ ਮੈਂ ਕਿਹਾ ਬਾਜੀ ਮੈਂ ਤੇਰੇ ਤੇ ਮੁੱਕਾ ਮਾਰਨਾ ਮੈਨੂੰ ਕਹਿੰਦੀ ਫਿਰ ਮਾਰ ਲੈ ਮੈਂ ਕਿਹਾ ਨਹੀਂ ਬਾਜੀ ਨਾ ਤੂੰ ਬਾਂਹ ਪਿੱਛੇ ਕਰ ਲੈਣੀ ਹੈ ਕਹਿੰਦੀ ਨਹੀਂ ਕਰਦੀ ਤੂੰ ਮਾਰ ਲੈ ਕਸਮ ਵਾਲੀ ਗੱਲ ਹੈ ਬਈ ਦਾਨਿਸ਼ ਰੱਬ ਦੀ ਜ਼ਾਤ ਦਾ ਕਰਮ ਆ ਮੇਰੀ 'ਚ ਜਿੰਨੀ ਕੁ ਤਾਕਤ ਆ ਨਾ ਸ਼ਾਇਦ ਦੱਸੀ ਆ ਬਈ ਦਾਨਿਸ਼ ਬਾਜੀ ਨੂੰ ਮੈਂ ਫੇਰ ਪੱਕਿਆ ਕੀਤਾ ਮੈਨੂੰ ਕਹਿੰਦੀ ਨਹੀਂ ਵੀਰੇ ਮੈਂ ਨਹੀਂ ਪਰੇ ਕਰਦੀ ਉਸਤਾਦ ਮੁਹਤਰਮ ਮੈਂ ਟੋਕ ਬੋਲਾ ਮੁਕੋ ਪੂਰਾ ਜੋਸ਼ ਨਾਲ ਬਾਜੀ ਦੀ ਚੀਖ ਨਿਕਲੀ ਤੇ ਬਾਜੀ ਦਾ ਹੱਥ ਇੰਨਾ ਸੁੱਜ ਗਿਆ ਯਾਰ ਮੈਨੂੰ ਨਾ ਅੱਜ ਵੀ ਉਸ ਗੱਲ ਦਾ ਪਛਤਾਵਾ ਹੈ ਤੇ ਅੱਜ ਮੈਂ ਆਪਣੀ ਭੈਣ ਕੋ ਆਨਲਾਈਨ ਮਾਫੀ ਮੰਗਦਾ ਵਾਂ ਤੇ ਮੇਰੀ ਕਿੰਨੇ ਸਾਲ ਪਹਿਲੇ ਪੁਰਾਣੀ ਗੱਲ ਹੈ ਉਸਤਾਦ ਜੀ ਇਹ ਤਕਰੀਬਨ ਹੈ ਵੇ ਕੋਈ 10-15 ਸਾਲ ਪੁਰਾਣੀ ਗੱਲ ਸ਼ਾਦੀ ਹੋਈ ਸੀ ਉਹਦੀ ਮੇਰੀ ਵੀ ਸ਼ਾਦੀ ਹੋਈ ਸੀ ਉਹਦੀ ਵੀ ਹੋਈ ਸੀ ਉਹਦੀ ਵੀ ਹੋਈ ਸੀ ਉਹ ਜਿਹੜਾ ਸਾਡਾ ਭਣਵਈਆ ਵਾ ਉਹਦਾ ਨਹੀਂ ਉਹਨੂੰ ਗੁੱਸਾ ਚੜਿਆ ਉਹਨੇ ਮਾਰ ਕੇ ਲੱਤ ਬਾਣੀ ਤੋੜੀ ਪੈਰ ਮਾਰਨ ਵਾਲੀ ਗੱਲ ਹੈ ਜੀ ਚਲੋ ਅੱਜ ਹੀ ਸਮਝ ਆ ਜੀ ਅੱਜ ਹੀ ਤੋੜ ਦਿਓ ਨਹੀਂ ਉਹਦਾ ਹਸਬੰਦ ਬਹੁਤ ਹੋ ਗਿਆ ਸੀਗਾ ਵਿਚਾਰੀ ਦਾ ਹੁਣ ਜਦੋਂ ਮੈਂ ਪੂਰੀ ਗੱਲ ਕਰ ਲਈ ਬਾਅਦ ਚ ਬਹੁਤ ਅਸੀਂ ਸ਼ਾਦੀ ਹੋ ਗਈ ਏ ਉਹਦਾ ਦੇਖੇ ਨਾ ਮੈਨੂੰ ਯਾਦ ਹੈ ਸ਼ਾਮ ਨੂੰ ਜਦੋਂ ਅੱਬੂ ਆਏ ਨਾ ਉਸਤਾਦ ਜੀ ਮੇਰੀ ਬਾਜੀ ਹੋਰਾਂ ਨੇ ਉਹ ਪੂਰਾ ਗੁੱਟ ਤੇ ਉਹ ਬੰਨਿਆ ਹੋਇਆ ਤੇ ਅੱਛਾ ਇੱਕ ਤੇ ਵਿਚਾਰੀ ਭੈਣ ਵੱਡੀ ਉੱਤੋਂ ਦਾ ਹਸਬੈਂਡ ਵੀ ਫੌਤ ਹੋਇਆ ਤੇ ਉੱਤੋਂ ਤੇ ਮੁੱਕਾ ਮਾਰਿਆ ਉਹ ਤੇਰੇ ਤੋਂ ਵੱਡਾ ਦੁਨੀਆ ਤੇ ਕੋਈ ਨਹੀਂ ਹੋਣਾ ਓਏ ਬਗੈਰ ਤਾਂ ਨਹੀਂ ਮੈਂ ਮਾਫੀ ਮੰਗੀ ਬਾਅਦ ਮਾਫੀ ਇਹੋ ਜੀ ਮਾਫੀ ਲਾਨਤ ਤੇਰੀ ਇਹੋ ਜੀ ਮਾਫੀ ਤੇ ਨਹੀਂ ਸ਼ਾਮ ਨੂੰ ਜਦੋਂ ਅੱਬੂ ਆਉਣੇ ਅੱਬੂ ਨੇ ਹੱਥ ਦੇਖ ਕੇ ਕਿਹਾ ਤੀਏ ਦੂਸਰੇ ਹੱਥ ਮੈਂ ਮਾਰ ਲਵਾਂ ਆਪਾਂ ਇਹਨੇ ਤੋੜਤਾ ਬਾਜੀ ਆ ਮੇਰਾ ਨਹੀਂ ਹੋਣਾ ਜ਼ੁੰਬੀ ਬਣ ਗਏ ਨਹੀਂ ਇਹ ਬਗੈਰਤੀ ਹੈ ਇਹ ਪਿੱਛੇ ਜੇ ਲੱਤ ਟੁੱਟੀ ਬਾਜੀ ਦੀ ਬਦਵਾ ਲੱਗੀ ਸੀਗੀ ਇਹਦਾ ਬਹੁਤ ਕੁਝ ਟੁੱਟਾ ਹੋਇਆ ਇਹਨੂੰ ਰੋਜ਼ ਮਾਫੀ ਨਹੀਂ ਦਿਲੋਂ ਨਹੀਂ ਮੰਗਦਾ ਉਹਦੇ ਘਰ ਜਾ ਕੇ ਅੱਜ ਮਾਫੀ ਮੰਗੀ ਤੂੰ ਨਹੀਂ ਉਸਤਾਦ ਜੀ ਮੈਂ ਇੱਥੇ ਬੈਠਾ ਹਾਂ ਮੈਂ ਬਾਜੋ ਵਿਚਾਰੀ ਭਾਵੇਂ ਸ਼ੋਅ ਹੀ ਨਾ ਵੇਖੇ ਉਹ ਤੇ ਭੈਣ ਆ ਉਹਨੇ ਭੈਣ ਨੇ ਤੈਨੂੰ ਕੀ ਕਹਿਣਾ ਬਗੈਰਤ ਆਦਮੀ ਭੈਣਾਂ ਤੇ ਜਾਨ ਵਾਰਦੀਆਂ ਨੇ ਭਰਾਵਾਂ ਤੇ ਨਹੀਂ ਉਸਤਾਦ ਜੀ ਸਮਝ ਆਈ ਤੂੰ ਉਹਦੇ ਜਾਨ ਵਾਰ ਕਰ ਦਿੱਤਾ ਉਹਦੇ ਤੇ ਜਿੱਦਾਂ ਧਮਕ ਮਾਰਿਆ ਤੁਹਾਨੂੰ ਲੱਗਦਾ ਇਹ ਆਪੇ ਮੁੜ ਕੇ ਬੁਲਾਉਂਦੀ ਹੋਣੀ ਉਹ ਬੁਲਾਏ ਨੇ ਨਹੀਂ ਯਾਰ ਉਹ ਭੈਣ ਆ ਵਿਚਾਰੀ ਕੀ ਕਰੇ ਉਹ ਮਜਬੂਰੀ ਆ ਦੂਜੀ ਵੀ ਤੜਾਉਣੀ ਉਹਨੇ ਨਹੀਂ ਉਹ ਆਪੇ ਉਹਨੂੰ ਬੁਲਾਉਣਾ ਛੱਡ ਗਏ ਆ ਤਰਕੇ ਤਾਲੁਕ ਕਰ ਗਏ ਇਹਨਾਂ ਨਾਲ ਤਰਕੇ ਤਾਲੁਕ ਜੀ ਸਿਰਫ ਮੁੱਕਾ ਮਾਰਨ ਤੋਂ ਬਾਅਦ ਬੜਾ ਕੁਛ ਇਹਨਾਂ ਨੇ ਮਾਰਿਆ ਵਾ ਉਹਨਾਂ ਦਾ ਹੱਕ ਮਾਰ ਲਿਆ ਜੋ ਕੁਛ ਲੈਣ ਦੇਣ ਸੀ ਉਹ ਮਾਰ ਲਿਆ ਇਹ ਜਿਹੜਾ ਮਕਾਨ ਸੀ ਸਾਰਾ ਇਹਦੇ ਚ ਉਸ ਮੇਰੀ ਭੈਣ ਦਾ ਵੀ ਹਿੱਸਾ ਸੀ ਉਹ ਕਿਉਂ ਨਹੀਂ ਦਿੱਤਾ ਨਹੀਂ ਹੁੰਦੇ ਹੈ ਭੈਣਾਂ ਦੇ ਕੋ ਦੁੱਧ ਦੇ ਸੀ ਪੀ ਗਏ ਲਓ ਜੀ ਇਹ ਬਾਜੀ ਗੱਲ ਤੋਂ ਗਏ ਸੀ ਭਾਜੀ ਪੀ ਗਏ ਹੋ ਤੁਸੀਂ ਪੀ ਗਏ ਨਹੀਂ ਖਾ ਗਏ ਉਹ ਭਰਾਵਾ ਜਦੋਂ ਘਰ ਵਿਕਦਾ ਵਾ ਨਾ ਉਦੋਂ ਭੈਣਾਂ ਦਾ ਹੱਕ ਹੁੰਦਾ ਅਸੀਂ ਵੇਚਣਾ ਹੀ ਨਹੀਂ ਹਾਂਜੀ ਚੈੱਕ ਤਦੀ ਫਿਰ ਬੇਟਾ ਤਦੀ ਫਿਰ ਨਸੀਮ ਸਾਦਕ ਆਉਂਦਾ ਨਾ ਹਾਂਜੀ ਫੇਰ ਆ ਗਏ ਆ ਉਹ ਹੁਣ ਤੁਹਾਡਾ ਹੱਕ ਤੇ ਉਹ ਅੱਗੋਂ ਲਾ ਗਿਆ ਸਿਰਫ ਪਿੱਛੇ ਭੈਣਾਂ ਦਾ ਰਹਿ ਗਿਆ ਨਹੀਂ ਜਿਹੜਾ ਅੱਗੋਂ ਲਾ ਗਿਆ ਨਾ ਉਹ ਜਿਹੜਾ ਲਾ ਗਿਆ ਉਹ ਉਧਰ ਹਾਕੂ ਸੀ ਜਿਹੜੇ ਉਹ ਸਾਰੇ ਲੱਤ ਲੁੱਟ ਗਏ ਦੁਕਾਨਾਂ ਦੇ ਵਿੱਚ ਬੇਸਿਕਲੀ ਨਸੀਮ ਸਾਦਕ ਨੇ ਆ ਕੇ ਸਿਰਫ ਭੈਣਾਂ ਦਾ ਹੀ ਹੱਕ ਲਾਇਆ ਵਿੱਚ ਹੁਣ ਇਹਨਾਂ ਦੇ ਰਹਿ ਗਏ ਅਜੇ ਤੱਕ ਭਾਈ ਨਹੀਂ ਉਹ ਇਹਨਾਂ ਦਾ ਨਸੀਬ ਸਾਦਕ ਢਾ ਗਿਆ ਇਹ ਹੁਣ ਭੈਣਾਂ ਦਾ ਨਸੀਬ ਸਾਦਕ ਤੇ ਰਹਿ ਰਹੇ ਆ ਤਾਂ ਕਿ ਇਹ ਅੱਛਾ ਨਸੀਮ ਸਾਦਕ ਸਾਹਿਬ ਸਾਡੇ ਕੀ ਸੀ ਡੀਸੀਓ ਸੀ ਜਿਹੜੇ ਆ ਇਮਾਰਤੀ ਸਾਰਾ ਨਿਜ਼ਾਮ ਉਹ ਆਏ ਸੀ 6 ਮਹੀਨੇ ਚ ਉਹਨਾਂ ਨੇ ਫੈਸਲਾਬਾਦ ਨੂੰ ਇੰਜ ਕਰਤਾ ਵੀ ਜਿਵੇਂ ਤੌਬਾ ਤੇ ਉਹਦੇ ਵਿੱਚ ਇਹਨਾਂ ਦਾ ਮਕਾਨ ਪਹਿਲੇ ਮੇਰਾ ਹਾਲ ਕਿੰਨੇ ਮਰਲੇ 8-9 ਦਾ 9 ਮਰਲੇ ਦਾ ਸੀ ਹੁਣ ਤਰਲਿਆਂ ਦਾ ਰਹਿ ਗਿਆ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਜਿੱਥੇ ਇਹ ਬਹਿ ਕੇ ਅੰਮੀ ਅੱਬੂ ਦੇ ਨਾਲ ਗੱਲਾਂ ਕਰਦੇ ਸੀ ਨਾ ਉੱਥੇ ਹੁਣ ਸੜਕ ਆ ਤੇ ਜਿੱਥੇ ਪਿੱਛੇ ਇਹਨਾਂ ਦੇ ਸਟੋਰ ਸੀ ਨਾ ਉੱਥੇ ਹੁਣ ਇਹਨਾਂ ਦੇ ਬੈੱਡਰੂਮ ਆ ਉਹ ਇੰਜ ਨਾਲ ਲਾ ਗਿਆ ਘਰ ਅੱਗੋਂ ਕਿੰਨੇ ਮਰਲੇ ਲਾ ਗਿਆ ਤਕਰੀਬਨ ਉਸਤਾਦ ਜੀ 4.5 ਮਰਲੇ ਚਲਾ ਗਿਆ 4.5 ਮਰਲੇ ਅੱਗੋਂ ਲਾ ਗਿਆ ਉਹ ਠੀਕ ਹੈ ਜੀ ਹੁਣ ਇਹਨਾਂ ਕੋਲ ਰਹਿ ਗਿਆ 4 ਮਰਲੇ ਹੁਣ ਉਹ ਜਿਹੜਾ 4.5 ਮਰਲੇ ਲਾ ਗਿਆ ਬਗੈਰਤ ਕਹਿ ਰਿਹਾ ਉਹ ਭੈਣਾਂ ਦਾ ਹੱਕ ਸੀ ਭਾਈ ਉਹ ਲੈ ਗਿਆ ਹੁਣ ਤੁਹਾਨੂੰ ਵੱਡੀ ਗੱਲ ਦੱਸਾਂ ਜੀ ਮਹੀਨੇ ਬਾਅਦ ਆਹ 4 ਵੀ ਜਾਂਦੇ ਰਹਿਣੇ ਆ ਕਿਉਂ ਉਹ ਮਰੀਮ ਬਾਸਾ ਕਰ ਗਿਆ ਨਾ ਆਪਰੇਸ਼ਨ ਉਹ ਆਉਣ ਲੱਗੀ ਇੱਧਰ ਆਰਡਰ ਆ ਗਏ ਨੇ
ਆਰਡਰ ਆ ਗਏ ਨੇ? ਹਾਂਜੀ ਆਰਡਰ ਭਲਾ ਕੀ ਆ ਗਏ ਨੇ? ਜਿਹੜੇ ਘਰ ਵਧੇ ਨੇ, ਟੁੱਟੇ ਛਿੱਤਰ ਉਹਨਾਂ ਦੇ ਕਮਲੇ ਵੀ ਸਿਆਣੇ ਜਿਹੜੇ ਘਰ ਵਧੇ ਨੇ, ਉਹਨਾਂ ਦੇ ਕਈ ਕਿੱਲੀਆਂ ਦੇ ਲੋਕਾਂ- ਨਾਲ ਪੂਰਾ ਹੈ, ਉਹਨਾਂ ਦੇ ਟੰਗੇ ਦੇ ਕਿਲੀਆਂ ਦੇ ਨਾਲ ਪਰਾਂਦੇ, ਜਿਨ੍ਹਾਂ ਦੇ ਰਾਤੀ ਘਰ ਵੱਧ ਗਏ। ਉਸਤਾਦ ਜੀ ਜਿਨ੍ਹਾਂ ਦੇ ਘਰ ਵਧੇ ਨੇ, ਢਿੱਡ ਉਹਨਾਂ ਦੇ ਪੀੜ। ਜਿਨ੍ਹਾਂ ਦੇ ਘਰ ਨਾ ਉਸਤਾਦ ਜੀ ਵਧੇ ਨੇ ਨਾ, ਹਾਂ ਮਿਸਾਲ ਦੇ ਤੌਰ ਤੇ ਕਈ ਲੋਕ ਨੇ ਇਹ ਗਲੀ ਜਾਣ ਦੀ ਥੜੀ ਬਣਾਈ ਹੈ ਹਾਂ ਨਜਾਇਜ਼। ਹਾਂ, ਉਹ ਤਾਂ ਢਾਰੇ ਵਾਕਈ ਸਹੀ ਠੀਕ ਗੱਲ। ਗੱਲ। ਉਹ ਭਾਵੇਂ ਨੂੰ ਬਿਲਕੁਲ ਇੰਜ ਨਾਲ ਲਾਤੇ ਉਹਨਾਂ ਨੇ, ਉਹ ਵਾਕਈ ਸਹੀ ਗੱਲ ਆ ਵੀ ਆਪਣੀ ਜਿਹੜੀ ਕੀਸੀ ਆ ਨਾ, ਉਹ ਸਾਹਮਣੇ ਦੀ ਕੀਸੀ ਦੇ ਨਾਲ ਮਿਲਣ ਦਈ ਇੰਜ ਦਾ ਵੀ ਨਿਜ਼ਾਮ ਸੀ, ਉਹ ਢਾਹ। ਲੇਕਿਨ ਤੁਹਾਡਾ ਤੇ ਉਹ ਤੇ ਘਰ ਉਹਨਾਂ ਦਾ ਜਾਇਜ਼ ਆ, ਅੱਗੋਂ ਕੀਸੀ ਨਜਾਇਜ਼ ਆ, ਹਾਂਜੀ। ਉਹਨਾਂ ਨੇ ਢਾਤੀ। ਐਦਾਂ ਹੀ ਤੇ ਤੁਹਾਡੀ ਕੀਸੀ ਤੋਂ ਲੈ ਕੇ ਪਿੱਛੇ ਤੱਕ ਆਖਰੀ ਕੰਧ ਤੱਕ ਨਜਾਇਜ਼ ਆ। ਜਾਇਜ਼ਾ ਕਿਹੜਾ ਨਜਾਇਜ਼? ਤੁਹਾਡਾ ਖਾਮ ਖਾ। ਉਹ ਸਰਕਾਰੀ ਜਗ੍ਹਾ ਵਾ। ਉਹ ਯਾਰ ਸਰਕਾਰੀ ਜਗ੍ਹਾ ਨਹੀਂ, ਤੁਹਾਡੀ ਕੋਈ ਖਰੀਦੀ ਵੀ ਜਗ੍ਹਾ ਵਾ ਨਾ, ਅਗਰ ਗਵਰਨਮੈਂਟ ਨੂੰ ਜ਼ਰੂਰਤ ਪੈ ਗਈ ਹੈ ਨਾ, ਤੇ ਉਹਨਾਂ ਨੇ ਉਹ ਵੀ ਢਾਹ ਦੇਣੀ ਹੈ। ਨਹੀਂ ਹਜੇ ਤੋਂ ਉਹ ਪੈਸੇ ਦੇਣੇ ਨਾ, ਲੇਕਿਨ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਦੇਣਾ। ਨਹੀਂ ਘਰ ਦੇ ਬਦਲੇ ਘਰ ਦੇ ਦਿੱਤਾ। ਹਾਂ, ਘਰ ਕੇ ਬਦਲੇ ਘਰ ਤੋਂ ਸਾਰੀ ਦੁਨੀਆ ਦੇਤੀ ਹੈ। ਪਹਿਲੇ ਉਸਤਾਦ ਜੀ ਜਿਹੜਾ ਢਾਇਆ ਨਾ ਉਹਨਾਂ ਨੇ, ਡੀਸੀਓ ਸਾਹਿਬ ਨੇ ਕੀ ਕੀਤਾ, ਅਸ਼ਬਾਸ ਸਟੋਨ ਬਣਿਆ। ਠੀਕ ਹੈ। ਉਹ ਕਨਾ ਉੱਥੇ ਸਮਾਲ ਸਟੇਟ ਕੋ ਸਰ ਉਹਨਾਂ ਨੇ ਪਤਾ ਕੀ ਆ, ਉਹਨਾਂ ਨੇ ਨਸੀਮ ਸਾਦਕ ਸਾਹਿਬ ਨੇ ਬੜੇ ਲੋਕਾਂ ਨੂੰ ਦਿੱਤਾ। ਕਈ ਆਕੜ ਗਏ, ਕਈ ਪਤਾ ਇਹਨਾਂ ਵਰਗੇ ਕਿਉਂ ਚਿੱਤਰ ਖਾਦੇ, ਨਹੀਂ ਜੀ ਅਸੀਂ ਨਹੀਂ ਜਾਣਾ ਜੀ। ਠੀਕ ਆ ਜੀ। ਉਹ ਫਿਰ ਆਪਣਾ ਹਾਂਜੀ। ਨੁਕਸਾਨ ਕਰਦੇ। ਉਹਨੇ ਭਾਈ ਸੱਚੀ ਮੁੱਚੀ ਉਸਤਾਦ ਜੀ ਢਾਹ ਕੇ ਨਾ ਇਧਰੋਂ, ਕਸਮ ਵਾਲੀ ਗੱਲ ਉਸਤਾਦ ਜੀ, ਮਸਦੇ ਆਂਦੇ ਸੀਗੇ ਤਾਜੀ ਨਾਲ, ਮਜ਼ਦੂਰਾਂ ਦੇ ਸੀਗੇ ਮਸਦੇ ਸਾਰੇ, ਜਿਹੜੇ ਉਹ ਲੋਡ ਕਰਦੇ ਸੀ ਸਮਾਨ, ਘਰ ਦਾ ਸਾਰਾ ਸਮਾਨ ਲੋਡ ਕਰਨਾ, ਉੱਥੇ ਜਾ ਕੇ ਸੈਟਿੰਗ ਕਰਾਣੀ। ਉਹਨਾਂ ਨੇ ਤੈਨੂੰ ਪਤਾ ਜਿਹੜਾ ਝੰਗ ਬਾਜ਼ਾਰ ਦੇ ਬਾਹਰ ਸੀ, ਉਹ ਜਿਹੜੀ ਲੱਕੜ ਲੰਡੇ ਵਾਲੀ, ਹਾਂਜੀ ਹਾਂਜੀ ਉਹ ਫੁੱਟਪਾਥ ਦੇ ਉੱਤੇ ਪੂਰਾ ਲੰਡੇ ਦਾ ਪੂਰਾ ਸੈਟਅਪ ਬਣਿਆ ਸੀ, ਉਹ ਲੱਕੜ ਦੀਆਂ ਦੁਕਾਨਾਂ ਬਣੀਆਂ ਸੀ। ਉਹਨਾਂ ਨੇ ਕਿਹਾ ਮੈਂ ਤੁਹਾਨੂੰ ਪਤਾ ਨਹੀਂ ਕਿਹੜੇ ਪੁਲ ਦੇ ਥੱਲੇ, ਪੁਲ ਦੇ ਅੰਦਰ ਨਾ ਤੁਹਾਨੂੰ ਮਾਰਕੀਟ ਬਣਾ ਦਿੰਦਾ। ਹਾਏ ਹਾਏ ਯਾਨੀ ਪੁਲ ਆ ਨਾ, ਉੱਪਰ ਬ੍ਰਿਜ ਲੰਘ ਰਿਹਾ, ਉਹ ਥੱਲੇ ਇੰਨਾ ਰਸ਼ ਨਹੀਂ ਹੁੰਦਾ। ਕਈ ਐਸੇ ਬ੍ਰਿਜ ਹੁੰਦੇ ਨੇ ਉਹ ਥੱਲੇ ਜਾਂਦੇ ਨਹੀਂ ਲੋਕੀ। ਉਹਨਾਂ ਨੇ ਕਿਹਾ ਮੈਂ ਉਹਦੇ ਅੰਦਰ ਤੁਹਾਨੂੰ ਦੀਆਂ ਸਾਈਡਾਂ ਦੇ ਨਾ ਦੀਵਾਰਾਂ ਦੇ ਵਿੱਚ ਪੂਰੀ ਮਾਰਕੀਟ ਬਣਾ ਦਿੰਦਾ ਤੁਹਾਨੂੰ, ਯਾਨੀ ਉਹ ਛੋਟੇ ਬਣਾ ਦਿੰਦਾ। ਇਹਨੇ ਕਿਹਾ ਨਹੀਂ ਜੀ ਫਲਾਂ, ਹਾਲਾਂਕਿ ਉਹ ਜ਼ਿਆਦਾ ਅੱਛਾ ਸੀ, ਉੱਥੇ ਲੋਕ ਸਪੈਸ਼ਲ ਮਾਰਕੀਟ ਬਣ ਜਾਣੀ। ਜੀ ਮਾਰਕੀਟ ਸਟੇ ਲੈਣ ਦਾ ਭਾਜੀ ਉਹਨੇ ਕਿਹਾ ਠੀਕ ਆ ਓਕੇ। ਫਿਰ ਜੇ ਸਟੇ ਲੈਂਦਾ ਤਾਂ ਪਹਿਲੇ ਤੇ ਉਹ ਪੁੱਲ ਵੀ ਗਿਆ, ਉਹ ਮਾਰਕੀਟ 'ਚ ਬਣਾਉਣੀ ਉਹ ਵੀ ਗਈ ਜੀ। ਅਸੀਂ ਮੇਨ ਤੇ ਬੈਠੇ ਹਾਂ ਸ਼ਹਿਰ ਝੰਗ ਬਾਜ਼ਾਰ ਦੇ ਬਾਹਰ, ਤੇ ਇਹ ਨਹੀਂ ਪਤਾ ਅਸੀਂ ਤੇ ਫੁੱਟਪਾਥ ਤੇ ਬੈਠੇ ਹਾਂ, ਇਹ ਤੇ ਗਵਰਨਮੈਂਟ ਦੀ ਜਗ੍ਹਾ ਵਾ। ਤੇ ਉਹ ਜਨਾਬ ਜੀ ਉਹਨਾਂ ਨੇ ਸਟੇ ਲੈਂਦਾ। ਹੁਣ ਸਟੇ ਉਹਨਾਂ ਨੇ ਕਿਹਾ ਅੱਛਾ ਕੋਈ ਗੱਲ ਨਹੀਂ, ਹੁਣ ਸਟੇ ਮੁੱਕ ਰਿਹਾ ਅੱਜ ਰਾਤ ਨੂੰ 12 ਵਜੇ, ਤੇ ਨਵਾਂ ਸਟੇ ਆਉਣਾ ਸਵੇਰ 9 ਵਜੇ। ਦਫ਼ਤਰ ਟਾਈਮ ਤੋਂ ਭਾਜੀ ਹੁਣ 11:30 ਵਜੇ ਆਪਣੇ ਉਹ ਬਿੱਛੂ ਕਾਡੇ 'ਚ ਲੈ ਕੇ ਉੱਥੇ ਪਹੁੰਚ ਗਏ। ਓਏ ਕਰੀਨਾ ਕਰੂਗਾ। ਹਾਂ 11:30 ਵਜੇ ਬੈਠ ਦੇਖ ਰਹੇ ਨੇ ਕਿ ਵੀ ਹੁਣ 12 ਵੱਜਣ। ਤੇ ਓਕੇ ਕਰੀ। ਹਾਂਜੀ ਉਹਨੇ ਕਿਹਾ ਜੀ ਸਟੇ ਹੈ ਜੀ ਸਾਡੇ ਕੋਲ। ਉਹਨੇ ਕਿਹਾ ਜੀ ਇਹਦੇ ਅੱਧੇ ਘੰਟੇ ਬਾਅਦ ਮੁੱਕ ਜਾਣਾ। ਮੁੱਕ ਜਾਣਾ। ਤੇ ਉਹਨੇ ਕਿਹਾ ਜੀ ਸਵੇਰ ਲੈ। ਉਹਨੇ ਕਿਹਾ ਸਵੇਰ ਤੋਂ ਮੈਂ ਤੁਹਾਡੀ ਨਸਲਾਂ ਬਰਬਾਦ ਕਰ ਦੇਣਾ। ਲੇਕਿਨ ਉਸਤਾਦ ਜੀ ਭਾਜੀ ਨੂੰ 12 ਵਜੇ ਨੇ, ਉੱਤੋਂ ਸਾਰਾ ਲੱਕੜ ਦਾ ਸੀ। ਆਏ ਉਹ ਇੱਕੋ ਹੀ ਨਿੱਕੇ ਜਿਹੇ ਬਿੱਛੂ ਨੇ ਐ ਕੀਤਾ ਤੇ ਸਾਰਾ ਟੋਂ ਸਾਰਾ ਥੱਲੇ। ਉਹਨੇ ਕਿਹਾ ਚਲੋ ਵੀ ਚੁੱਕੋ। ਹੁਣ ਅੱਗੋਂ ਉਹਨੇ ਪੁੱਲ ਵੀ ਉਹਨੇ ਕਿਹਾ ਚਲੋ ਭਾਜੋ ਹੁਣ। ਨਹੀਂ ਉਹਨਾਂ ਨੇ ਦਿੱਤਾ ਵਾ ਕੁਝ ਪ੍ਰਾਪਰਟੀਆਂ ਐਸੀਆਂ ਵੀ ਹੈਗੀਆਂ ਜਿਹੜੀਆਂ ਇਹ ਵਿੱਚ ਮਲਕੀਅਤ ਵੀ ਸੀ ਉਹਨਾਂ ਦੀ, ਉਹਨਾਂ ਨੂੰ ਉਹਨਾਂ ਨੇ ਪੈਸੇ ਵੀ ਦਿੱਤੇ। ਪੈਸੇ ਦਿੱਤੇ ਉਸਤਾਦ ਮੋਹਤਰਮ, ਗੱਲ ਮਲਕੀਅਤ ਦੀ ਨਹੀਂ ਹੈ। 10 ਤੋਂ 9 ਤੋਂ ਸ਼ੁਰੂ ਕਰੀਦਾ, 10 9 8 7 6 5 4 3 2 1। ਕੀ ਮਤਲਬ? ਮਿਸਾਲ ਦੇ ਤੌਰ ਤੇ ਯਾਰ ਇਹ ਤੇ ਫਰਕ ਹੀ ਨਹੀਂ ਪੈਂਦਾ। ਰੋਡ ਖੁੱਲੇ ਕਰਕੇ ਸਾਨੂੰ ਫਰਕ ਕੀ ਪਿਆ? ਤੁਹਾਡੇ ਕੋਲ ਕੋਈ ਹੈ ਹੀ ਨਹੀਂ। ਲਓ ਇੱਕ ਮਿੰਟ ਉਸਤਾਦ, ਇਸ ਕੌਮ ਵਾਸਤੇ ਤੁਸੀਂ ਇਸ ਕੌਮ ਦਾ ਰੋਡ ਖੁੱਲੇ ਕਰਕੇ ਸਾਨੂੰ ਕੀ ਫਰਕ ਪਿਆ? ਸਾਨੂੰ ਫਰਕ ਪਿਆ, ਸਾਡਾ ਘਰ ਗਿਆ। ਮੇਰੀ ਗੱਲ ਸੁਣੋ ਉਸਤਾਦ ਮੋਹਤਰਮ, ਸਭ ਤੋਂ ਪਹਿਲੇ ਨੰਬਰ ਤੇ ਕੰਟਰੋਲ ਕਰਨ ਮਹਿੰਗਾਈ ਤੇ। ਹਲੋ ਉਹ ਮਹਿੰਗਾਈ ਤੇ ਕੰਟਰੋਲ ਕਰਨ ਯਾਰ। ਉਹ ਭਾਈ 20 ਗਰੀਬ ਜਦੋਂ ਖੁਸ਼ਹਾਲ ਹੋਏਗਾ। ਅੱਛਾ ਹੋਏਗਾ। ਇੱਕ ਤੇ ਉਹਨੇ ਕਿਹਾ ਨਾ, ਉਹਨੇ ਕਿਹਾ ਭਲਵਾਨ ਜੀ ਓਏ ਚੱਲ ਓਏ ਭਲਵਾਨ ਹੋਏਗਾ ਘਰ ਹੋਏਗਾ। ਹਾਂ ਉਹਨੇ ਕਿਹਾ ਮੈਂ ਘਰ ਜਾਣਾ, ਤੇ ਮੈਨੂੰ ਕਹਿੰਦੇ ਓਏ ਆਰਾਮ ਨਾਲ ਭਲਵਾਨ ਹੋਏਗਾ ਬਾਹਰ ਹੋਏਗਾ। ਕਹਿੰਦਾ ਮੈਂ ਬਾਹਰ ਜਾਣਾ, ਮੈਨੂੰ ਕਹਿੰਦੇ ਭਲਵਾਨ ਹੋਏਗਾ ਘਰ ਹੋਏਗਾ। ਅਸੀਂ ਤੇ ਕਿਤੇ ਵੀ ਨਾ ਭਲਵਾਨ ਹੋਏ। ਫਿਰ ਇਹਦਾ ਉਹ ਹਿਸਾਬ ਆ ਵੀ ਉਹ ਸਭ ਤੋਂ ਪਹਿਲੇ ਮਹਿੰਗਾਈ ਵਾਲੇ ਕੋ ਜਾਣ। ਮਹਿੰਗਾਈ ਵਾਲੇ ਕਹਿੰਦੇ ਨੇ ਭਾਜੀ ਮਹਿੰਗਾਈ ਨੂੰ ਤਾਂ ਛੱਡੋ, ਆ ਜਿਹੜੀਆਂ ਬਾਹਰ ਨੂੰ ਦੁਕਾਨਾਂ ਵਧੀਆਂ ਨੇ ਜਾਇਜ਼ ਪਹਿਲੇ ਇਹ ਤਾਂ ਢਵਾਓ। ਉਹ ਇਹਨਾਂ ਲਾਉਂਦੇ ਕਹਿੰਦੇ ਭਾਜੀ ਸਾਨੂੰ ਛੱਡੋ, ਪਹਿਲੇ ਮਹਿੰਗਾਈ ਤੇ ਘੱਟ ਕਰੋ। ਯਾਨੀ ਉਹ ਤੇ ਵਿਚਾਰੀ ਕਿਤੇ ਵੀ ਗਵਰਨਮੈਂਟ ਨਾ ਹੋਈ। ਫਿਰ ਤੁਸੀਂ ਪੁੱਠੇ ਪਾਸੇ ਦੀ ਗੱਲ ਕਰਨ ਡਏ ਹੋ ਉਸਤਾਦ ਜੀ। ਉਧਰ ਜਿਹੜੇ ਮਗਰਮੱਛ ਬੈਠੇ ਹੋਏ ਨੇ, ਵੱਡੇ ਲੋਕ ਬੈਠੇ ਹੋਏ ਨੇ, ਉਧਰ ਜਾਣ। ਭਾਜੀ ਟੈਕਸ ਯਾਨੀ ਕਿ ਗਰੀਬ ਦਵੇ ਯਾਰ ਟੈਕਸ। ਹੁਣ ਤੁਸੀਂ ਵੇਖੋ ਮਾਜ਼ਰਤ ਨਾਲ ਉਸਤਾਦ ਜੀ ਕਿੰਨੇ ਲੱਖ ਟੈਕਸ ਮਾਫ ਕਰਾਇਆ ਤੁਸੀਂ ਕਾਲ ਕਰਕੇ। ਨਜਾਇਜ਼ ਗਲਤ ਅਸੀਂ ਦੇਣਦੇ ਆ, ਉਹ ਮਾਫ ਕਰਾਉਂਦੇ ਆ। ਉਹ ਤੁਹਾਡੀ ਗੱਲ ਸਾਰੇ ਸੱਚ ਮੰਨ ਲੈਂਦੇ ਹੋ। ਉਹ ਨਹੀਂ ਨਹੀਂ ਕਰਾਇਆ, ਸਹੀ ਕਰਾਇਆ ਜੀ। ਸਾਰੇ ਮਾਫ ਕਰਾ ਲਏ ਮੈਂ। ਸਾਰੇ ਕਰਾ ਲੈ। ਗੱਲ ਐ ਨਹੀਂ ਹੈ ਉਸਤਾਦ ਜੀ, ਸਿੱਧੀ ਟੈਕਸ ਸਾਫ਼ ਨਹੀਂ ਗੱਲ ਮਾਫ ਹੁੰਦਾ ਭਾਜੀ। ਕਿਉਂ ਨਹੀਂ ਮਾਫ ਹੁੰਦਾ? ਭਾਈ ਨਾ ਦੇਖੋ ਇੱਕ ਮਿਸਾਲ ਆ, ਚਲੋ ਤੁਹਾਨੂੰ ਗਵਰਨਮੈਂਟ ਨੇ ਦੇ ਦਿੱਤਾ ਆਪਣਾ ਘਰ, ਹਾਂਜੀ ਤੁਸੀਂ ਉੱਥੇ 5-5 ਲੱਖ ਦੇ 4 ਲੈ ਕੇ ਅੱਗੋਂ 20,000 ਕਿਰਾਏ ਤੇ ਦਿੱਤੇ, ਉਹਨਾਂ ਦੇ ਤੁਸੀਂ ਮਾਮੇ ਲੱਗਦੇ ਹੋ?
ਹਾਂ ਕੀ ਗੱਲ ਤੇ ਅਸੀਂ ਜਿਹੜਾ 5-5 ਲੱਖ ਸਮਝ ਆ ਰਹੀ ਹੈ? 5-5 ਲੱਖ ਤੂੰ ਮਾਮਾ ਲੱਗਦਾ, ਤੇਰੀ ਜਗ੍ਹਾ ਹੀ ਨਹੀਂ ਹੈਗੀ। ਮਾੜੇ ਬੰਦੇ ਨੂੰ ਵਿਚਾਰਾ ਉੱਥੋਂ ਕਿਸੇ ਨੇ ਘਰ ਛੱਡਣਾ ਵਾ, 3.5 ਲੱਖ ਦੇ ਇੱਕ ਕਬਜ਼ਾ ਕਰਕੇ ਕੋਈ 15,000 ਤੇ ਤੂੰ ਕਿਰਾਏ ਤੇ ਚੜਾਏ। ਭਾਈ ਜਾਨ- 6 ਘਰ ਤੋਂ ਰੇਲਵੇ ਕਲੋਨੀ ਦੇ ਵਿੱਚ ਕਿਰਾਇਆ ਖਾ ਰਿਹਾ, ਉੱਥੇ 10 ਕਿਸੇ ਨੂੰ ਦੱਸਦਾ ਨਹੀਂ, ਜਿਹੜਾ ਬੋਲਦਾ ਤੂੰ ਉਹਨੂੰ ਰੁਪਈਆ 2,000 ਦੇ ਕੇ ਚੁੱਪ ਕਰਾ ਦਿੰਦਾ। ਤੂੰ ਤੇ ਅੱਧੀ ਰੇਲਵੇ ਕਲੋਨੀ ਆਪਣੀ ਕੀਤੀ ਹੈ। ਅੱਛਾ ਮੇਰੀ ਤੂੰ ਆਪਣੇ ਘਰ ਦੀ ਗੱਲ ਕਰ। ਇੱਕ ਮਿੰਟ ਯਾਰ ਐਵੇਂ ਤੂੰ ਗੱਡੀ ਲੈ ਲਈ, 8 ਲੱਖ ਦੀ ਗੱਡੀ ਲੈ ਰਿਹਾ, 2 ਮਹੀਨੇ ਬਾਅਦ 2 ਲੱਖ ਗੱਡੀ ਦਾ ਲਾ, ਤਨਖਾਹ ਤੇਰੀ ਕੱਖ ਵੀ ਨਹੀਂ, ਤੈਨੂੰ ਕਿਰਾਇਆ ਹੀ 2.5-3 ਲੱਖ ਆਈ ਜਾਂਦੇ ਆ, ਔਰ ਰੇਲਵੇ ਕਲੋਨੀ ਤੇ ਵੇਚ ਕੇ ਤੂੰ ਖਾ ਗਿਆ। ਆਹੋ ਅੱਛਾ ਮੇਰੀ ਸਾਜੀ ਮੈਂ ਬੜਾ ਬਾਕਰਦਾਰ ਬਾਸੂਲ ਬੰਦਾ ਸਮਝਦਾ ਸੀ, ਲੇਕਿਨ ਇੰਨਾ ਉਸਤਾਦ ਜੀ ਮੈਨੂੰ ਕਹਿ ਰਿਹਾ, ਕਹਿੰਦਾ ਉਸਤਾਦ ਜੀ 5-5 ਹਜ਼ਾਰ ਦੇ ਮਕਾਨ ਜਿਹਨੇ ਲੈਣਾ ਕਿਰਾਏ ਤੇ ਮੈਂ ਦਿੰਦਾ। ਉਹ ਤੋਂ ਉਹ ਗਰੀਬ ਵਿਚਾਰੇ, ਉਹ ਪਿਛਲੀ ਗਲੀ ਜਿੱਥੇ ਰਹਿੰਦਾ ਸੀ ਉੱਥੇ ਗਲੀ ਦੇ ਵਿੱਚ ਕਿਸੇ ਨੂੰ 4 ਲੱਖ ਦੀ ਲੋੜ ਪਈ, ਉਹਨੂੰ ਕਿਹਾ ਭਾਈ 4 ਲੱਖ ਰੁਪਇਆ ਮੈਂ ਦੇ, ਉਹਨੂੰ ਕਹਿੰਦਾ 4 ਲੱਖ ਮੈਂ ਦਿੰਦਾ, ਤੁਸੀਂ ਮਕਾਨ ਕਿਤੇ ਹੋਰ ਲੈ ਲਓ, ਇਹ ਮੈਨੂੰ ਦੇ ਦਿਓ। ਉਹ 4 ਲੱਖ ਦਿੱਤਾ, ਉੱਤੇ 50,000 ਲਾ ਕੇ ਲੇਪ ਲੂਪ ਕਰਾ ਕੇ ਉਹਨੂੰ 14,000 ਦੇ ਕਿਰਾਏ ਤੇ ਚੜਾਤਾ। ਅੱਧੀ ਤੂੰ ਤੇ ਹਰਾਮ ਖਾਨੇ ਆ ਉੱਥੇ ਰੇਲਵੇ ਕਲੋਨੀ। ਗਲਤ ਗੱਲ ਸਮਝ ਆ ਰਹੀ ਗੱਲ? ਤੂੰ ਸੋਚਿਆ ਸੀ ਕਿ ਇਹੋ ਜਿਹਾ ਸ਼ਖਸ ਨੇ ਜੀ ਭਾਜੀ ਮੈਂ ਸੋਚਿਆ ਇਹਨੇ ਪਹਿਲੇ ਤੇਰੇ ਤੋਂ ਪਹਿਲੇ ਤੂੰ ਸੋਚਿਆ ਸੀ, ਲੇਕਿਨ ਤੂੰ ਬਹੁਤ ਘੱਟ ਸੋਚਿਆ। ਅੱਛਾ ਮੇਰੀ ਗੱਲ ਸੁਣੋ ਜੀ। ਉਸਤਾਦ ਜੀ। ਅੱਛਾ ਉਸਤਾਦ ਜੀ ਉਹ ਭਾਈ ਜਾਨ ਮੇਰੀ ਗੱਲ ਸੁਣੋ, ਜਿਹੜੀਆਂ ਰੇਲਵੇ ਕਲੋਨੀ 'ਚ ਬੇਵਾ ਔਰਤਾਂ ਨੇ, ਸੱਚੀ ਕਹਿ ਰਿਹਾ, ਸਹੀ ਗੱਲ ਜੇ ਗੱਲ ਖੁੱਲੀ, ਜਿਹੜੀਆਂ ਉੱਥੇ ਦੀਆਂ ਬੇਵਾ ਔਰਤਾਂ ਨੇ ਉਹਨਾਂ ਕੋਲੋਂ ਦਿਹਾੜੀ ਲਾਉਣ ਨਹੀਂ ਹਟਦਾ। ਦਿਹਾੜੀ ਇੱਕ ਬੇਵਾ ਮਸ਼ੀਨ ਨੇ ਕਿਹਾ ਮੇਰੀ ਬੇਵਾ ਸਹੀ ਕਰਾ ਲਿਆ, ਇੱਕ ਬੇਵਾ ਔਰਤ ਨੇ ਕਿਹਾ ਮੇਰੀ ਮਸ਼ੀਨ ਸਹੀ ਕਰਾ ਲਿਆ, ਰੁਪਈਆ 200 ਤੇ ਲਗਾ ਕੇ ਉਹਨੂੰ ਕਹਿੰਦਾ 1600 ਲੱਗਾ। ਉਹਦਾ ਬੰਦਾ ਮਰਿਆ, ਲੱਖ ਲਾਣ ਤੇਰੇ ਤੇ ਐਵੇਂ ਲਾਹਨਤਾਂ ਤੇ ਨਹੀਂ ਪਈਆਂ। ਐਵੇਂ ਨਹੀਂ ਲੱਤਾਂ ਉਹ ਯਾਰ ਉਹ ਗਲਤ ਗੱਲ ਕਰੀ ਜਾ ਭਾਜੀ ਉਹਨੇ ਕਿਹਾ ਯਾਰ ਮੇਰੀ ਨਾਲ ਹੀ ਬੰਦ ਹੋ ਗਈ ਆ, ਫੈਸਲ ਵੀਰੇ ਨਾਲ ਹੀ ਬੰਦ ਹੋ ਗਈ ਹੈ, ਠੀਕ ਹੈ ਨਾ, ਤੇ ਕਿਸੇ ਨੂੰ ਬੁਲਾ ਲਿਆ, ਮੈਂ 200-400 ਰੁਪਇਆ ਦੇ ਦੂੰਗੀ। ਉਹਨੂੰ ਆ ਕੇ ਕਹਿੰਦਾ ਨਹੀਂ ਜੀ ਉਹ 1000 ਮੰਗਦਾ, ਉਹਨੇ ਕਿਹਾ ਚੱਲ 1000 ਦੇ ਦੂੰਗੀ। ਥੋੜੀ ਦੇਰ ਬਾਅਦ ਲੋਕਾਂ ਨੇ ਦੇਖਿਆ ਸੇਲ ਵਾੜਿਆ ਵਿੱਚ, ਉਹ ਅੰਦਰੋਂ ਠੀਕ ਕਰਨ ਦਿਆ, ਉਹ ਵੀ 1000 ਘਰ। ਔਰ ਸੇਲ ਵੀ ਨਾਲ ਹੀ ਸਹੀ ਕਰ ਰਿਹਾ, ਨਾਲ ਵਲੌਗ ਬਣਾ ਰਹੀ ਹੈ, ਦੇਖੇ ਜੀ ਮੈਂ ਅੰਦਰ ਵੜ ਚੁੱਕਾ ਹੂੰ, ਸਾਰਾ ਅੰਦਰ ਚੱਲ ਜਾਊਗਾ। ਉਹ ਛੱਲੀਆਂ ਨਾਲ ਇਹਨਾਂ ਦੇ ਬੂਹੇ ਤੇ ਛੱਲੀਆਂ ਤੇ ਕੱਪੜਾ ਪਾ ਕੇ ਚੁੱਪ ਕਰਕੇ ਐਂ ਕਰਕੇ ਲੰਘਦਾ, ਤੇ ਅੱਗੇ ਜਾ ਕੇ ਆਵਾਜ਼ ਹੁੰਦਾ ਛੱਲੀ, ਯਕੀਨ ਕਰ। ਉਹ ਯਾਰ ਕੋਈ ਗੱਲ ਕਰਨ ਵਾਲੀ ਕਰਿਆ ਕਰੋ ਗੱਲ ਕਰਨ ਵਾਲੀ ਕਰਿਆ ਕਰੋ। ਠੀਕ ਗੱਲ ਕਰਨ ਦੇ ਨੇ। ਇੱਕ ਮਿੰਟ ਮੇਰੀ ਗੱਲ ਸੁਣੋ ਉਸਤਾਦ ਜੀ, ਛੱਡ ਦਿਓ ਯਾਰ ਲੇਕਿਨ ਉਸਤਾਦ ਜੀ ਬੰਦੇ- ਉਹ ਇੱਕ ਮਿੰਟ ਐਵੇਂ ਲੈ ਲਵਾਂ। ਨਹੀਂ ਤੂੰ ਕਾਹਤੋਂ ਲੱਗ ਮੈਂ ਮਾਮਾ ਲੱਗਦਾ ਤੂੰ? ਜਦੋਂ ਅਸੀਂ ਸਟਾਰਟ ਤੇ ਬੈਠੇ ਤੇ ਗਵਰਨਮੈਂਟ ਨੇ ਕਿਉਂ ਬੈਠਣ ਦਿੱਤਾ ਸਾਨੂੰ ਕਿੱਥੇ? ਉਸ ਜਗ੍ਹਾ ਤੇ? ਜੇ ਕੋਈ ਬਹਿਣ ਨੂੰ ਜਗ੍ਹਾ ਦੇਵੇ ਨਾ, ਤਾਂ ਕੁੱਤੇ ਨੂੰ ਸ਼ਰਮ ਚਾਹੀਦੀ। ਉਹ ਹਾਂਡੀ ਦੀ ਹੁੰਦੀ ਏ, ਉਹ ਹਾਂਡੀ ਦੀ ਮਿਸਾਲ ਏ। ਲੇਕਿਨ ਹਾਂਡੀ ਦਾ ਮੂੰਹ ਖੁੱਲਾ ਹੋਵੇ, ਉਹ ਨਹੀਂ ਓਏ ਇੱਥੇ ਨਹੀਂ ਫਿੱਟ ਆਈ। ਹਾਂਡੀ ਦਾ ਮੂੰਹ ਖੁੱਲਾ ਹੀ ਲਾ ਲਾ, ਤੁਹਾਨੂੰ ਗਵਰਨਮੈਂਟ ਨਿਭਾਇਆ ਉੱਥੇ ਤੁਸੀਂ। ਅੱਛਾ ਇਹ ਕੈਸੇ, ਇਹ ਗਵਰਨਮੈਂਟ, ਮੈਂ ਤੁਹਾਨੂੰ ਦੱਸਦਾ, ਇਹ ਜਿਹੜੀ ਗਵਰਨਮੈਂਟ ਦਿੰਦੀ ਹੈ ਨਾ ਮਕਾਨ, ਇਹਨਾਂ ਨਾਲ ਨਾ ਬਹੁਤ ਉਹ ਨੁਕਸਾਨ ਵੀ ਕਰਦੀ ਉਹਨਾਂ ਜਿਹਨਾਂ ਨੂੰ ਦਿੰਦੀ ਹੈ। ਉਹ ਪੁੱਛੋ ਕਿੱਦਾਂ ਉਹਨਾਂ 'ਚ ਆਪਣੀ ਜ਼ਿੰਦਗੀ 'ਚ ਕੁਝ ਕਰਨ ਦਾ ਉਹ ਜਿਹੜਾ ਏਮ ਹੀ ਖਤਮ ਹੋ ਜਾਂਦਾ। ਜੁਸਤਜੂ ਹੀ ਮਤ ਸਹੀ ਗੱਲ। ਇਹ ਹੁਣ 4 ਭਰਾ 5 ਅੱਬਾ ਇਹਨਾਂ ਦਾ, ਇਸ ਮਕਾਨ 'ਚ ਜਿਸ ਮਕਾਨ ਦਾ ਇਹ ਮਾਮੇ ਉਸ ਮਕਾਨ ਦੇ ਲੱਗਦਾ ਹੀ ਕੁਝ ਨਹੀਂ। ਗਵਰਨਮੈਂਟ ਦੇ ਤਾਂ ਭੱਟੋ ਸਾਹਿਬ ਦੇ ਦੌਰ 'ਚ ਜਾਂ ਜਿਹਦੇ ਵੀ ਦੌਰ 'ਚ ਉਹਨਾਂ ਨੇ ਦੇਤਾ, ਚੱਲ ਯਾਰ ਮਾੜਿਆਂ ਨੂੰ ਬਣਾ ਦਿਓ। ਉਸ ਚੱਕਰ ਦੇ ਵਿੱਚ 4 ਭਰਾਵਾਂ ਨੇ ਜ਼ਿੰਦਗੀ 'ਚ ਕੁਝ ਨਹੀਂ ਕੀਤਾ ਵੀ ਸਾਡਾ ਮਕਾਨ ਹੈਗਾ, ਤਾਂ ਮਕਾਨ ਅਗਰ ਕਿਰਾਏ ਦੇ ਹੁੰਦੇ ਹੋ ਸਕਦਾ ਬਣਾ ਕੇ ਆਪਣਾ ਬਣਾ ਲੈਂਦੇ। ਇਹ ਮੈਂ ਸੱਚੀ ਗੱਲ ਕਰ ਰਿਹਾ, ਜਿਹੜੀ ਗਵਰਨਮੈਂਟ ਜਗ੍ਹਾ ਦਿੰਦੀ ਹੈ ਨਾ, ਉਹਦੇ ਨਾਲ ਬਹੁਤ ਸਾਰਿਆਂ ਨੂੰ ਹੱਡ ਰਾਮ ਵੀ ਕਰ ਦਿੰਦੀ। ਯੈਸ ਉਹ ਬਸ ਕਰਿਆ ਕਰੋ। ਆਹ 40 ਸਾਲ, ਕਿੰਨੇ ਸਾਲ ਹੋ ਗਏ ਉੱਥੇ ਰਹਿੰਦੇ ਤੁਹਾਨੂੰ? ਕਿੰਨੇ ਸਾਲ ਹੋ ਗਏ ਉਸ ਮਕਾਨ 'ਚ ਰਹਿੰਦੇ? 45 ਸਾਲ। 45 ਸਾਲ ਦੇ ਵਿੱਚ ਨਾ ਉਹ ਘਰ ਆਪਣਾ ਵਾ, ਨਾ 6 ਭਰਾਵਾਂ ਨੇ ਆਪਣਾ ਬਣਾਇਆ। ਕਿਉਂ? ਇਹ ਹੈਗਾ ਜੀ ਘਰ। ਅਗਰ ਉਹ ਨਾ ਦਿੰਦੇ, ਇਹ ਕਿਰਾਏ ਤੇ ਧੱਕੇ ਖਾਂਦੇ ਹੁੰਦੇ, ਹੋ ਸਕਦਾ 6 ਭਰਾ ਰਲ ਕੇ ਘਰ ਬਣਾ ਲੈਂਦੇ। ਕੋਸ਼ਿਸ਼ ਕਰ। ਤੁਹਾਨੂੰ ਪਤਾ ਕਿੰਨੇ ਪਲਾਟ ਨੇ ਭਰਾਵਾਂ ਦੇ ਸਾਡਿਆਂ ਦੇ? ਕੀ ਕਰਦੇ ਹੁੰਦੇ ਉਸਤਾਦ ਜੀ? ਉਹ ਭਾਜੀ ਕੀ ਖੋਖਰ ਬਰਾਦਰੀ ਨੇ ਤੁਸੀਂ। ਹਾਂਜੀ ਬਰਾਦਰੀ ਮਾੜੀ ਵੀ ਨਹੀਂ ਮਿੱਠਾ ਜੀ। ਪੂਰੇ ਪਾਕਿਸਤਾਨ 'ਚ ਕੀ ਵਰਲਡ 'ਚ ਤੁਹਾਨੂੰ ਫੈਸਲ ਨਾਮ ਦਾ ਬੰਦਾ ਕੋਈ ਵੀ ਤੁਹਾਨੂੰ ਇੰਜ ਦਾ ਨਹੀਂ ਮਿਲੇਗਾ, ਤੁਹਾਨੂੰ ਆਲਾ ਹੀ ਮਿਲੇਗਾ ਫੈਸਲ ਨਾਮ। ਭਾਜੀ ਤੁਸੀਂ ਫੈਸਲ ਬੈਂਕ ਦੇ ਮਾਲਕ ਨਹੀਂ, ਝੂਠ ਨਾ ਬੋਲੋ ਸਰ। ਕਿਹਦਾ ਮਿਲੇਗਾ ਜੀ? ਅੱਛਾ ਹੀ ਮਿਲੇਗਾ। ਲਓ ਜੀਨੀਅਸ ਇੰਜ ਬਿਜ਼ਨਸਮੈਨ ਦੇ ਸਾਰੇ ਇੰਜ ਦੇ ਦਾਨਿਸ਼ ਨਾਮ ਦਾ ਕੋਈ ਗਲਤ ਦੱਸ, ਹਾਂ ਸਜਾਦ ਨਾਮ ਦਾ, ਅਬਾਸ ਨਾਮ ਦਾ ਕੋਈ ਗਲਤ ਬੰਦਾ ਦੱਸ, ਸਾਜਦ ਨਾਮ ਦਾ ਦੱਸ। ਤੁਹਾਡੇ ਨਾਮ ਦੇ ਜਿੰਨੇ ਬੰਦੇ ਸਾਰੇ ਜੇਲ੍ਹ 'ਚ ਨੇ, ਜਾਂ ਕੋਈ ਅੱਲਾ ਮਾਫੀ ਦੇਵੇ, ਕਹਿਣਾ ਨਹੀਂ ਚਾਹੀਦਾ ਐਵੇਂ ਮੈਨੂੰ ਉਸਤਾਦ ਜੀ, ਨਾ ਤੁਸੀਂ ਗਲਤ ਕਰਨ ਡਏ ਹੋ। ਓ ਯਾਰ ਜਾਣਦੇ ਕੋਈ ਇੱਕ ਦੱਸੋ ਨਾ ਕਿ ਮੈਂ ਕਹਿਣ ਡਿਆ ਵਾ ਗਵਰਨਮੈਂਟ ਨੇ ਜਦੋਂ ਸਟਾਰਟ ਤੇ ਤੁਹਾਨੂੰ ਜਗ੍ਹਾ ਦੇ ਦਿੱਤੀ, ਤੁਸੀਂ ਉਹਨੂੰ ਤਮੀਰ ਕਰਕੇ ਉਹਨੂੰ ਘਰ ਬਣਾਇਆ। ਤੁਸੀਂ ਗਵਰਨਮੈਂਟ ਕੌਣ? ਗਵਰਨਮੈਂਟ ਨੇ ਅਗਰ ਬੈਠਿਆ ਬੰਦਾ, ਉਹਨੂੰ ਨਾ ਬਹਿਣ ਦੇਵੋ ਤਾਂ ਕਿ ਉਹ ਆਪਣਾ ਭਾਈ ਆਪਣਾ ਸੱਦੇਬਾਦ ਕਰੇ ਕੁਛ। ਭਾਈ ਸੁਣੋ ਮੈਂ ਤੁਹਾਨੂੰ ਦੱਸ, ਹਾਂਜੀ ਜਾਹਲ ਆਦਮੀ ਨੂੰ ਅਕਲ ਮੌਤ ਹੀ ਨਹੀਂ ਹੁੰਦੀ ਤੇ ਇੱਥੇ ਹੁੰਦੇ। ਠੀਕ ਹੈ ਜੀ। ਸੈਂਸ ਨਹੀਂ ਹੈ। ਗਵਰਨਮੈਂਟ ਨੇ ਇੱਕ ਮੁਸਤਕਬਲ ਵਾਸਤੇ ਇੱਕ ਪਲਾਨ ਬਣਾਇਆ ਹੁੰਦਾ ਕਿ ਰੇਲਵੇ ਸਟੇਸ਼ਨ, 에ਅਰਫੋਰਸ ਦੀ ਜਗ੍ਹਾ, ਫਲਾਣੀ ਜਗ੍ਹਾ। ਇਹਦੇ ਚੋਂ ਸਾਡੇ ਕੋਲ ਇੱਕ ਮਿਸਾਲ 100 ਫੁੱਟ ਆ, ਮਿਸਾਲ ਦੇ ਰਿਹਾ। 100 ਫੁੱਟ ਦੇ ਵਿੱਚੋਂ 10 ਫੁੱਟ 'ਚ ਸਾਡਾ ਰੇਲਵੇ ਚੱਲੀ ਜਾ ਰਿਹਾ, 90 ਫੁੱਟ ਸਾਡੇ ਕੋਲ ਪਈ ਹੈ ਖਾਲੀ। ਚੱਲ ਯਾਰ ਜਿਹੜੇ ਮਾੜੇ ਨੇ ਨਾ ਉਹਨਾਂ ਨੂੰ ਦੇ ਦਿੰਦੇ ਆ, ਜਦੋਂ ਉਹਦੀ ਲੋੜ ਪੈਗੀ ਉਦੋਂ ਖਾਲੀ ਪੈ ਲੈ। ਸਹੀ ਗੱਲ। 10 ਸਾਲ ਬਾਅਦ ਪੈ ਜਾਏ 15। ਗਵਰਨਮੈਂਟ ਐਸ ਜੇ ਨਾ ਦਿੰਦੀ ਹੈ ਕਿ ਰੇਲਵੇ ਕਲੋਨੀ ਚਲੋ ਪਲਾਟ ਬਣ ਗਏ, ਜਾਂ ਫਿਰ ਇਦਾਂ ਹੁੰਦਾ ਹੈ ਕਿ ਜਿਹੜੇ ਰੇਲਵੇ ਦੇ ਮੁਲਾਜ਼ਮੀਨ ਨੇ ਉਹਨਾਂ ਨੂੰ ਇਹਦੇ ਵਿੱਚੋਂ
ਰਹਿਣ ਵਾਸਤੇ ਦਿੰਦੇ ਉਹ ਕੋਈ ਬਹੁਤ ਆਲੀਸ਼ਾਨ ਨਹੀਂ ਬਣੇ ਹੁੰਦੇ, ਉਹ ਬਿਲਕੁਲ ਸਿੰਗਲ ਸਟੋਰੀ ਕੁਆਟਰ ਟਾਈਪ ਹੁੰਦੇ ਨੇ ਕਿ ਕਿਸੇ ਟਾਈਮ ਵੀ ਰੇਲਵੇ ਨੂੰ ਦੀ ਜ਼ਰੂਰਤ ਪੈ ਸਕਦੀ। ਢਾਉਣੇ ਪੈਸਾ ਐਨ ਜੋ ਦਿੰਦੇ ਨੇ, ਉਹ ਤੁਹਾਨੂੰ ਮਾਲਕਾਨਾ ਹਕੂਕ ਨਹੀਂ ਦੇ ਦਿੰਦੇ। ਆ ਹੁਣ ਅੱਗੋਂ ਸਟੇਸ਼ਨ ਮੈਂ ਸੁਣਿਆ ਉਹ ਵੱਡਾ ਕਰਨ ਲੱਗੇ ਨੇ, ਉਹਨਾਂ ਨੇ ਕਿਹਾ ਸਟੇਸ਼ਨ ਵੱਡਾ ਇਧਰੋਂ ਚਾਲ ਤੱਕ ਸਾਰਾ। ਬਿਲਕੁਲ ਝਾਲ ਤੇ ਮੇਰੇ ਘਰ ਦੇ ਬਾਹਰ ਪਿੱਲਰ ਲਾਣਾ ਹੈ ਉਹਨਾਂ ਨੇ। ਨਹੀਂ ਹਾਂਜੀ। ਦੁਆ ਤੇ ਇਹਨਾਂ ਦੀ ਇਹੀ ਹੈ ਨਾ। ਅੱਜ ਵੀ ਉਹ ਜਿਹੜੇ ਦਿੱਤੇ ਜਾਂਦੇ ਨੇ ਪਲਾਟ, ਉਹ ਸਿਰਫ ਰੇਲਵੇ ਵਾਲਿਆਂ ਨੂੰ, ਇਹ ਤੇ ਹੈ ਹੀ ਨਹੀਂ ਕੋਈ ਵੀ ਰੇਲਵੇ ਦਾ ਮੁਲਾਜ਼ਮ। ਹਾਂ ਉਹੀ ਕਹਿ ਰਹੇ ਨਾ ਵੀ ਤੇਰਾ ਨਾ ਮੁਲਾਜ਼ਮ ਨਾ ਤੂੰ ਗੱਲ ਨਾ ਬਾਤ ਨਾ ਤੇਰੇ ਕੋ ਚੱਕਰ। ਉਹ ਉਹਨਾਂ ਦੀ ਰੇਲਵੇ ਕਲੋਨੀ ਲਾਹੌਰ ਸ਼ਾਲਾਮਾਰ ਹਸਪੀਟਲ ਦੀ ਬੈਕ ਸਾਈਡ ਤੇ ਸਾਰੀ ਰੇਲਵੇ ਕਲੋਨੀ, ਉੱਥੇ ਤੁਸੀਂ ਅੱਜ ਵੀ ਚੱਲ ਜਾਓ, ਇੰਨੀਆਂ ਕੰਧਾਂ ਤੇ ਛੋਟੇ ਛੋਟੇ ਮਕਾਨ ਨੇ, ਉਹ ਰੇਲਵੇ ਮੁਲਾਜ਼ਮੀਨ ਦੇ ਸੀ। ਅੱਗੋਂ ਕੀ ਹੁੰਦਾ, ਰੇਲਵੇ ਮੁਲਾਜ਼ਮੀਨ ਨੇ ਆਪਣੇ ਚਾਚੇ ਨੂੰ ਦੇਤਾ, ਬੇਟੀ ਨੂੰ ਦੇਤਾ, ਲੇਕਿਨ ਅੱਜ ਗਵਰਨਮੈਂਟ ਨੂੰ ਦੀ ਲੋੜ ਪੈ ਜਾਵੇ, ਉਹਨਾਂ ਦੇ ਐਗਰੀਮੈਂਟ ਚ ਹੁੰਦਾ ਉਹ ਖਾਲੀ ਕਰਾ ਸਕਦੇ ਨੇ, ਤੁਸੀਂ ਉਹਦੇ ਮਾਮੇ ਨਹੀਂ ਲੱਗਦੇ। 45 ਸਾਲ ਉਹਨਾਂ ਨੇ ਤੁਹਾਨੂੰ ਦਿੱਤਾ ਰੱਖਿਆ, ਅੱਜ ਤੱਕ 1 ਰੁਪਈਆ ਨਹੀਂ ਲਿਆ। ਤੁਸੀਂ ਆਪ ਕੀ ਕੀਤਾ, ਅਜਾੜ ਕੇ ਖਾ ਗਿਆ। ਤੁਸੀਂ 6 ਭਰਾ ਉਸ ਮਕਾਨ ਦੇ ਚੱਕਰ ਦੇ ਵਿੱਚ ਤੁਸੀਂ ਅੱਗੋਂ ਜ਼ਿੰਦਗੀ 'ਚ ਬਣਾਇਆ ਹੀ ਕੁਛ ਨਹੀਂ। 4 ਭਰਾ ਨਾਲੇ ਉਸਤਾਦ ਜੀ ਇਹਨਾਂ ਨੂੰ ਚਾਹੀਦਾ ਸੀਗਾ 10-15 ਸਾਲ ਉਸ ਮਕਾਨ 'ਚ ਰਹਿੰਦੇ, ਵੱਡੀ ਕੋਠੀ ਪਾ ਕੇ ਹਕੂਮਤ ਨੂੰ ਦੱਸ ਦੇ ਆ ਵੇਖੋ ਜੀ ਵੱਡੀ ਕੋਠੀ ਪਾਈ, ਸਾਨੂੰ ਤੁਹਾਡੇ ਮਕਾਨ ਦੀ ਲੋੜ ਨਹੀਂ ਹੈ, ਤੁਸੀਂ ਤਾਂ ਪਿੱਛੇ ਹੀ ਪੈ ਗਏ ਹਕੂਮਤ ਦੇ। ਹਾਂਜੀ, ਉਹ ਕੋਠੀ ਨਹੀਂ ਪਾਈ ਤੇ ਚੱਲ ਛੋਟਾ ਜਿਹਾ ਕਿਤੇ ਘਰ ਬਣਾ ਲੈਂਦੇ। ਯਾਰ 1 ਸੈਕਿੰਡ ਮੈਨੂੰ ਇਹ ਦੱਸੋ ਯਾਰ, ਜਿਹੜੇ ਗੱਲਾਂ ਕਰਦੇ ਨੇ ਯਾਰ ਗੱਲਾਂ ਅਸੀਂ ਹੀ ਕਿਹਦੇ ਕੋ ਖਾਣ ਜਾਂਦੇ ਆ, ਕਿਸੇ ਕੋ ਖਾਣ ਜਾਂਦੇ ਆ ਜੀ ਕਿਹਦੇ ਕੋਲ? ਤੁਸੀਂ ਗਵਰਨਮੈਂਟ ਦੀ ਜਗ੍ਹਾ ਦੇ ਉੱਤੇ ਬੈਠੇ ਹੋ, ਤੁਹਾਨੂੰ ਤਾਂ ਡੁੱਬ ਕੇ ਮਰ ਜਾਣਾ, ਤੁਹਾਨੂੰ ਤਾਂ ਅੱਖ ਨੀਵੀਂ ਕਰਕੇ ਘਰ ਦੇ ਵਿੱਚ ਮਹੱਲੇ 'ਚ ਲੰਘਣਾ ਚਾਹੀਦਾ। ਇਹ ਵੀ ਗਵਰਨਮੈਂਟ ਦੀ ਜਗ੍ਹਾ ਹੀ ਹੈ ਫਿਰ, ਤੇ ਇਹਦਾ ਮੈਂ ਕਿਰਾਇਆ ਦਿੰਦਾ, ਤੇ ਅਸੀਂ ਉੱਥੇ ਪੈਸੇ ਦੇ ਕੇ ਬੈਠੇ ਨਹੀਂ ਬੈਠੇ। ਇਹ ਜਿਸ ਬੰਦੇ ਦੀ ਜਗ੍ਹਾ ਵਾ ਉਹਦੇ ਨਾਮ ਦੀ ਰਜਿਸਟਰੀ ਆ, ਅਸੀਂ ਉਹਨੂੰ ਕਿਰਾਇਆ ਦੇ ਰਹੇ ਹਾਂ, ਅਸੀਂ ਕਿਰਾਇਆ ਦੇ ਕੇ ਇਸ ਜਗ੍ਹਾ ਤੇ ਬੈਠੇ। ਤੁਸੀਂ ਨਾ ਕਿਰਾਇਆ ਦੇ ਰਹੇ ਹੋ ਨਾ ਤੁਹਾਡੇ ਕੋਲ ਰਜਿਸਟਰੀ ਆ। ਉਹ ਤੂੰ ਤੇ ਮਾਮਾ ਉੱਥੇ ਯਾਰ ਭਾਈਜਾਨ, ਹੁਣ ਤੁਸੀਂ ਬਾਹਰ ਕਿਤੇ ਰਹਿੰਦੇ ਹੋ ਕਿਰਾਏ ਤੇ, ਇਹਨੇ ਤੈਨੂੰ ਕਿਹੜਾ ਦਾਨਿਸ਼, ਮੈਂ ਤੈਨੂੰ ਝਾਲ ਤੇ ਲੈ ਦਿੰਦਾ ਮਕਾਨ 7000 ਰੁਪਏ ਦੇ, 8000 ਰੁਪਏ ਦੇ। ਹਾਂਜੀ, ਤੂੰ ਵਿਚਾਰਾ ਮਾੜਾ ਹਾਲਾਤ ਦਾ ਉੱਥੇ ਚੱਲ ਜਾਣਾ। ਉਹ ਇਹਨਾਂ ਨੇ ਉੱਥੇ ਨਜਾਇਜ਼ ਕਬਜ਼ੇ ਕੀਤੇ ਨੇ। ਹਾਂਜੀ, ਸਾਰੀ ਰੇਲਵੇ ਕਲੋਨੀ 'ਚ ਯਾਰ ਵੇਖ ਲਓ, 4 ਭਰਾਵਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ, ਬਦਮਾਸ਼ੀ ਕਰਦੇ ਨੇ ਉੱਥੇ। ਜਿਹੜਾ ਮਾੜਾ ਘਰ ਹੁੰਦਾ ਉਹਨੂੰ ਤੰਗ ਕਰਦੇ ਨੇ, ਉਹ ਰਾਤ ਨੂੰ ਬਾਹਰ ਜਾ ਕੇ ਉਹ ਵਿਚਾਰੇ ਘਰ ਛੱਡ ਦਿੰਦੇ, ਉੱਤੇ ਕਬਜ਼ਾ ਕਰਕੇ ਉਹਨੂੰ 7000 ਦੇ ਕਿਰਾਏ ਤੇ ਚੜਾ ਦਿੰਦੇ ਨੇ। ਇਹਨਾਂ 4 ਭਰਾਵਾਂ ਦਾ ਕੰਮ ਹੀ ਹੈ। ਉਸਤਾਦ ਜੀ ਜਾਓ, ਮੈਂ ਜੇ ਝੂਠ ਬੋਲਦਾ ਕਿਸੇ ਜਾਓ ਰੇਲਵੇ ਕਲੋਨੀ ਪੁੱਛ ਲਓ ਜੀ। ਇਦਾਂ ਹੀ ਉਸਤਾਦ ਜੀ ਜੱਗੂ ਤੇ ਮੰਗੂ ਬਣੇ ਉੱਥੇ ਦੇ ਇਹ। ਓਏ ਸਾਰਿਆਂ ਤੋਂ ਸ਼ਰੀਫ ਭਰਾ ਸੀ ਇਹ ਯਾਰ। ਬਸ ਕਰਦੇ ਹੋ, ਤਾਰਾ ਔਰ ਸਤਾਰਾ ਕਹਿੰਦੇ ਇਹਨਾਂ ਨੂੰ ਉੱਥੇ ਫਰਾਡੀਏ ਵੱਡੇ। ਉਸਤਾਦ ਜੀ ਸਹੀ ਕਹਿ ਰਹੇ, ਅੱਜ ਪਰਦਾ ਉੱਠਿਆ। ਉਸਤਾਦ ਜੀ ਉਹ ਜਿਹੜੀਆਂ ਰੇਲਵੇ ਕਲੋਨੀ ਵਾਲੀਆਂ ਜਗ੍ਹਾ ਨੇ ਨਾ, ਉੱਥੇ ਇਹਨਾਂ ਨੇ ਕਰਿਆਨੇ ਵਾਲੇ ਬੈਠਕਾਂ 'ਚ ਉਹਨੂੰ ਕਮਰਸ਼ੀਅਲ ਕਰਾਰ ਦਿੱਤਾ ਵਾ, ਜ਼ਿਆਦਾ ਕਿਰਾਇਆ ਲੈ ਰਿਹਾ ਉਹ ਮਾਫੀਆ ਬਣਿਆ ਰੇਲਵੇ ਕਲੋਨੀ ਦਾ। ਗਵਰਨਮੈਂਟ ਸਾਹਿਬ ਇਹਨਾਂ ਕੁਝ ਕਰੋ, ਇਹਦਾ ਖੋ ਇਹਦੇ ਕੋ ਮਕਾਨ ਇਹਦੇ ਕੋ। ਇਹਨਾਂ ਦਾ ਬੱਸ ਨਹੀਂ ਚੱਲਦਾ, ਇਹਨਾਂ ਦਾ ਬੱਸ ਚੱਲੇ ਬੰਦ ਪਟੜੀਆਂ ਦੇ ਬਾਜ਼ਾਰ ਲਵਾ ਦੇਣ। ਹਾਂਜੀ, ਪਿਆਜ਼ ਲੱਗਾ, ਅੰਡਾ ਲੱਗਾ। ਸਿਟੀਜ਼ਨ ਪੋਰਟਲ ਉਸਤਾਦ ਜੀ ਮੈਂ ਅੱਜ ਹੀ ਭਾਜੀ ਉੱਥੇ ਰਸਾਂ ਦਾ ਰੇਟ, ਉਸ ਇਲਾਕੇ 'ਚ ਰਸਾਂ ਦਾ ਰੇਟ ਇਹ ਕੱਢਦੇ ਆ ਕਿ ਅੱਜ ਰਸ ਐਸ ਭਾਅ ਵਿਕਣਗੇ। ਮਾਫੀਆ ਬਣੇ ਮਾਫੀਆ, ਔਰ ਮਾਫੀਆ ਦਿੰਦੇ ਹੀ ਨਹੀਂ ਕਿਸੇ ਨੂੰ। ਤਾਜੀ ਕਹਿੰਦੇ ਉਧਰ ਹੱਥ ਵੀ ਏਡਾ ਵੱਡਾ ਹੁੰਦਾ। ਹਾਂਜੀ, ਪੂਰਾ ਹੋਲਡ ਹੈ ਇਹਨਾਂ ਦਾ। ਔਰ ਸ਼ਾਮ ਨੂੰ ਗ੍ਰਾਈ ਕਰਤਾ ਵਾ ਬਾਜ਼ਾਰ ਦੇ ਵਿੱਚੋਂ, ਐਂ ਕਰਕੇ ਹਰ ਚੀਜ਼ ਗ੍ਰਾਈ ਕਰਕੇ ਸ਼ਾਮ ਨੂੰ ਘਰ ਆ ਜਾਣਾ। ਨਹੀਂ ਸ਼ੁਗਲ ਕਰਨ ਦੇ ਨਾ ਐਵੇਂ ਕਰਦੇ ਨੇ। ਅਸੀਂ ਸੀਰੀਅਸ ਹੈ, ਸ਼ੁਗਰ ਕਾਦਾ। ਉਹ ਨਹੀਂ ਓਏ ਇੰਜ ਨਹੀਂ ਹੈਗਾ ਮਿੱਠੇ ਯਾਰ। ਤਾਜੀ ਹੋਟਲ 'ਚ ਨਹੀਂ ਉਹ ਕਮਰਾ ਕਿਰਾਏ ਤੇ ਮਿਲਦਾ, ਉਹ ਵੀ ਇਹਨਾਂ ਨੇ ਵੇਚਤਾ ਸੀ। ਕਿਰਾਏ ਤੇ ਲੈ ਕੇ। ਹਾਂਜੀ, ਉਹ ਵੀ ਇਹ ਹਾਂਜੀ, ਤੁਸੀਂ ਤੇ ਅੱਲਾ ਮਾਫੀ ਦੇ ਆਪ ਤਾਂ ਖੁਦਾ ਦਾ ਜ਼ਿੰਦਗੀ ਦੀ ਚੀਜ਼ਾਂ ਜ਼ਰੂਰਤ ਆ ਨਾ, ਉਹ ਚੀਜ਼ਾਂ ਨੂੰ ਆਪ ਕਿਰਾਏ ਤੇ ਛੱਡ ਗਿਆ। ਨਾ ਹੀ ਦਿੱਤੀ ਆ ਵੀ ਮੈਂ ਫ੍ਰੀ ਕਟਿੰਗ ਕਰਾਉਣੀ ਹੈ ਫਿਊਚਰ ਵਾਸਤੇ। ਯਾਰ ਉਹ ਛੋਟੀ ਜਿਹੀ ਕਲੋਨੀ ਆ ਰੇਲਵੇ ਲਈ, ਇਧਰੋਂ ਸ਼ੁਰੂ ਹੁੰਦੀ ਆ ਤੇ ਉਹ ਇਹਨਾਂ ਦੇ ਘਰ ਤੋਂ ਅੱਗੋਂ ਮੁੱਕ ਜਾਂਦੀ ਪੁਲ ਤੋਰੇ ਜੀ, ਨਾਲ ਹੀ ਪਟੜੀ। ਹਾਂਜੀ, ਉਹਦੇ 'ਚ ਪੂਰਾ ਜੰਨੂ ਸਾਹਿਬ ਬਣੇ ਨੇ ਉੱਥੇ ਦੇ। ਕਹਿੰਦੇ ਤਾਜੀ ਕਹਿੰਦੇ ਅੱਧੀ ਰੇਲਵੇ ਤੂੰ ਆਪਣੇ ਘਰ ਵਾਲੀ। ਹਾਂਜੀ, ਸਹੀ ਗੱਲ। ਇਦਾਂ ਹੀ ਆ ਸੀਰੀਅਸਲੀ ਯਾਰ, ਵੀ 9 ਮਰਲੇ ਤਾਂ ਆਪਸ ਵਿੱਚ ਹੀ ਆ, ਪਿੱਛੇ 13 ਮਰਲੇ ਦੀ ਜਿਹੜੀ ਰਹਿ ਗਈ ਰੇਲਵੇ। ਲੋਕਾਂ ਦਾ ਰੀਅਲ ਏਸਟੇਟ ਦਾ ਕਾਰੋਬਾਰ ਹੁੰਦਾ, ਇਹਨਾਂ ਦਾ ਰੇਲ ਸਟੇਟ ਦਾ ਕਾਰੋਬਾਰ। ਹਾਂ, ਲੋਕਾਂ ਨੂੰ ਫਖਰ ਦੱਸਦੇ ਸੀ ਰੇਲਵੇ ਕਲੋਨੀ ਰਹਿਣ ਦੇ, ਅਗਲਾ ਸਮਝਦਾ ਪਤਾ ਨਹੀਂ ਕੋਈ ਕੋਠੀ ਹੋ ਗਈ ਆ। ਫਖਰ ਨਹੀਂ ਦੱਸਦੇ ਆ ਯਾਰ ਫਖਰ ਨਾਲ ਦੱਸਦੇ। ਜਿੱਦਣ ਕਿਤੇ ਬੇਟੇ ਰੇਲਵੇ ਦੀ ਇੰਜ ਹੈਂਡ ਲੈਣ ਹੋ ਗਿਆ ਨਾ, ਚਲੋ ਵੇਖਿਓ ਨਾ ਇਧਰੋਂ ਨਿਕਲਣਾ ਆਰਫ ਚਾਲ ਦੀ ਬੈਕ ਸਾਈਡ ਤੋਂ ਆਏਗਾ। ਇੱਧਰ ਵੀ ਆ ਸਕਦੀ ਨੇ। ਹਾਂਜੀ, ਇੱਧਰ ਬਹੁਤ ਦੂਰ ਇਹ ਮੈਨੂੰ ਲੱਗਦਾ ਇਹ ਉਹ ਬੱਚਿਆਂ ਦੀ ਗੱਲ ਆ, ਤੂੰ ਵੀ ਜਿੱਦਾਂ ਕਰ ਉਹਦਾ ਲੌਜੀਕ ਨਾਲ ਗੱਲ ਨਾ ਬਾਤ ਹੈ। ਇੱਧਰ ਵੀ ਤੇ ਇੱਧਰ ਰੇਲਵੇ ਕਿੱਧਰ ਆ ਸਕਦੀ ਭਾਜੀ? ਤਾਜੀ ਉਹ ਜਿਹੜੀ ਕੁੜੀ ਬੋਲਦੀ ਹੈ ਸਟੇਸ਼ਨ ਤੇ, ਆਪ ਪਲਾਟ ਪਾਈ ਪਈ, ਉਹ ਬਈ ਫੈਸਲ ਦਾ ਵੀ ਕਹਿਣ ਲੱਪੀ, ਫੈਸਲ ਕੇ ਦਰਵਾਜ਼ੇ ਕੇ ਬਾਹਰ ਖਲੋਏ, ਗਾੜੀ ਆ ਉਹ ਰਹੀ। ਜਿਹੜੀ ਕੁੜੀ ਬੋਲਦੀ ਉਹ ਕਿੱਥੋਂ ਬੋਲਦੀ? ਉਹ ਇਹਦੇ ਪਿੱਛੇ ਕਮਰੇ ਦੇ ਵਿੱਚ ਉਹਨੇ ਮਾਈਕ ਸੈੱਟ ਕੀਤਾ। ਯਾਰ ਕਿਤੇ ਆਂਡਿਆਂ ਦੀਆਂ ਟਰੇਵਾਂ ਲਾ ਕੇ ਨਾ ਉਹਨੇ ਕਮਰਾ ਬਣਾਇਆ। ਯਾਰ ਕਈ ਵਾਰ ਤੇ ਟ੍ਰੇਨ ਦੇ ਡਰਾਈਵਰ ਨੇ ਕਿਹਾ, ਉਹ ਚਲਾਉਣ ਲੱਗਾ ਲੱਗਦਾ ਫੈਸਲ ਦੇ ਘਰ ਕੁਛ ਹੀ ਆਟੋ ਵੀ ਬਣੀ ਆ, ਉਹ ਜਾ ਰਹੇ ਨੇ। ਆਹੋ ਸਹੀ ਗੱਲ ਹੈ, ਖਹਿ ਕੇ ਤੇ ਟ੍ਰੇਨ ਲੰਘਦੀ ਤੇਰੇ ਘਰ ਦੀ ਬੈਕ ਸਾਈਡ ਤੇ ਪਟ ਰਹੀ ਹੈ। ਸਹੀ। ਚਲੋ ਠੀਕ ਹੋ ਗਿਆ। ਚਲੋ ਠੀਕ ਹੋ ਗਿਆ। ਟ੍ਰੇਨ ਤੋਂ ਪਟੜੀ ਤੋਂ ਇਹ ਜਿਹੜੀ ਆਵਾਜ਼ ਤੋਂ ਮੈਨੂੰ ਯਾਦ ਆਇਆ, ਇੱਕ ਬੁੱਢੀ ਆ ਲੰਡਨ ਸਟੇਸ਼ਨ ਦੇ ਵਿੱਚ ਰੋਜ਼ ਆਂਦੀ ਉਹ
ਆਪਣੇ ਬੰਦੇ ਦੀ ਆਵਾਜ਼ ਸੁਣਨ ਉਹ ਫੌਤ ਹੋ ਗਿਆ, ਉਹਦੀ ਅਨਾਉਂਸਮੈਂਟ ਚੱਲਦੀ ਹੈ, ਉਹ ਹਰ ਰੋਜ਼ ਉਹਨੂੰ ਸੁਣ ਕੇ ਤੇ ਵਾਪਸ ਚਲੀ ਤੇ ਉਹਨਾਂ ਕੋਲ ਰਿਕਾਰਡਿੰਗ ਹੀ USB ਲੈ ਕੇ ਘਰ ਸੁਣ ਲਿਆ ਕਰੇ, ਪਰ- ਰਿਓਟੇਸ਼ਨ ਦੇ ਲਾਜ਼ਮੀ ਹੋਣਾ ਉਹਨੇ। ਜਾਂਦੀ ਉਹਦਾ ਉੱਥੇ। ਉਹਦੇ ਬੰਦੇ ਦੀ ਹੋਰ ਕੋਈ ਦੁਨੀਆ ਦੀ ਰਿਕਾਰਡਿੰਗ ਨਹੀਂ ਉਹਦੇ ਕੋਲ। ਉਹ ਜਿਹੜਾ ਹੁਣ ਉਹ ਸਟੇਸ਼ਨ ਉਹ ਤੇ ਬੱਸ ਕਰਦੇ ਤੂੰ ਲੈ ਦੇ ਖਬਰ ਵਿੱਚ ਪਾ ਲਾ। ਉਹਨੇ ਉਹ ਉਹਦੇ ਬੰਦੇ ਨੇ ਕਦੀ ਨਹੀਂ ਜ਼ਿੰਦਗੀ 'ਚ ਬੋਲਿਆ। ਜੇ ਟੈਕਨੋਲੋਜੀ ਉਹਦੇ ਬੰਦੇ ਦੀ ਰਿਕਾਰਡ ਕਰਕੇ ਉੱਥੇ ਚੱਲਦੀ ਹੈ ਤਾਂ ਮਤਲਬ ਰਿਕਾਰਡਿੰਗ ਦੀ ਟੈਕਨੋਲੋਜੀ ਹੈ। ਆਹੋ ਹੈ ਸੀ। ਉਹਨੂੰ ਕਹੇ ਭਾਈਆ ਮੇਰੇ ਬੰਦੇ ਦੀ ਆਵਾਜ਼ ਇਹਨੂੰ USB 'ਚ ਭਰ ਦਿਓ, ਜਰਾ ਲੰਬੀ ਕਰਕੇ ਇਹਨੂੰ ਲੂਪ ਚਲਾ ਦਿਓ, ਇਹਦਾ ਸਾਰੀ ਦਿਹਾੜੀ ਸੁਣਦੀ ਰਿਹਾ ਕਰੇ ਕਰ। ਸਟੇਸ਼ਨ ਤੇ ਚੱਲ ਜਾਂਦੀ ਰੋਜ਼ ਵੀ ਇਹ ਮੇਰੇ ਬੰਦੇ ਦੀ ਆਵਾਜ਼ ਆ। ਇਹ ਸੱਚੀ ਗੱਲ ਨਹੀਂ, ਹੈ। ਇੱਕ ਉਹਨੇ ਲਿਖਿਆ ਬੰਦਾ ਐਡੀ ਫਿੱਕੀ ਗੱਲ ਕਰੇ ਯਾਰ। ਨਹੀਂ ਭਾਈ ਜੈਨੂਇਨ ਗੱਲ ਆ ਉਸਤਾਦ ਜੀ। ਉੱਥੇ ਜਿਹੜਾ ਬੁੱਕ ਸਟਾਲ ਹੈ ਨਾ ਸਟੇਸ਼ਨ ਤੇ, ਉਹ ਉਹਦੇ ਨਾਲ ਵੀ ਸੈੱਟ ਆ, ਨਾਲ ਆਪਣੇ ਬੰਦੇ ਨਾਲ ਵਫਾ ਨਿਭਾਰੀ, ਨਾਲ ਡੇਲੀ ਉਹਨੂੰ ਵੀ ਆ ਲੋ ਮਿਲਦਾ। ਆ ਅੱਗੇ ਤੁਹਾਨੂੰ ਇੱਕ ਵਾਕਿਆ ਸੁਣਨ ਚ ਆਇਆ ਸੀਗਾ ਕਿ ਇੱਕ ਔਰਤ ਨੇ ਆਪਣੇ ਖਾਮਨ ਦੀ ਕਬਰ ਤੇ ਰੋਜ਼ਾਨਾ ਜਾਂਦੀ ਸੀ, ਤੇ ਉਹਨੂੰ ਆਊਟ ਆਫ ਕੰਟਰੀ ਯਾਨੀ ਕਿ ਜੌਬ ਮਿਲੀ, ਤੇ ਉਹਨੇ ਸ਼ਰਤ ਰੱਖੀ ਕਿ ਮੈਂ ਰੋਜ਼ਾਨਾ ਭਾਈ ਆਣਾ ਮੈਂ ਬਾਹਰੋਂ ਆਹੋ। ਫਿਰ ਅਮਰੀਕਾ ਤੋਂ ਦਿੱਲੀ ਜਾਂਦੀ ਸੀ। ਉਹਨਾਂ ਨੇ ਕਿਹਾ ਨਹੀਂ ਤੇਰੀ ਕਬਰ ਇੱਥੇ ਬੁਲਾ ਲੈਂਦੇ ਆ। ਉਹਨੇ ਆਪਣਾ ਹੀ ਜੈਟ ਸਾਈਕਲ ਲੈ ਲਿਆ ਸੀਗਾ, ਸਾਈਕਲ ਤੇ ਆਉਂਦੀ ਸੀਗੀ ਹਨਾ ਡੇਲੀ। ਨਹੀਂ ਦਿਮਾਗ ਖਰਾਬ ਕੀਤਾ ਉਹਨਾਂ ਦਾ। ਖਰਾਬ ਕਾਤੋਂ ਕੀਤਾ? ਸ਼ੌਕ ਦਾ ਕਿਹੜਾ ਮੁੱਲ ਲੈ? ਨਾਲੇ ਅੱਛਾ ਤੂੰ ਦੱਸ, ਜਿਹੜਾ ਤੇਰਾ ਪਿਛਲੀ ਗਲੀ ਵਾਲਾ ਘਰ ਸੀ ਜਿੱਥੇ ਤੂੰ ਰਹਿੰਦਾ ਰਿਹਾ, ਛੱਡਤਾ ਛੱਡ ਦਿੱਤਾ? ਕਿਹਨੂੰ ਦਿੱਤਾ ਕਿਰਾਏ ਤੇ? ਕਿਰਾਏ ਤੇ ਕਦੋਂ ਦਿੱਤਾ? ਹਾਂ। ਮਾਲਕ ਮਕਾਨਾਂ ਦਾ ਕਿਰਾਇਆ ਉਹਦੇ ਤਾਂ ਮਾਲਕ ਹੈ ਹੀ ਨਹੀਂ ਕੋਈ। ਅੱਲਾ ਜਾਣਦਾ ਮਾਲਕ। ਹਾਂ, ਅੱਲਾ ਹੀ ਜਾਣਦਾ ਬਸ। ਉਹ ਭਾਈ ਪੈਂਡਿੰਗ ਸੀ। ਉਹਦਾ ਕਿੰਨਾ ਆ ਰਿਹਾ ਹੁਣ? ਮੇਰਾ ਕਿਰਾਇਆ ਪੈਂਡਿੰਗ ਸੀਗਾ, ਉਹਨੇ ਕੱਢਤਾ, ਸਮਾਨ ਬਾਹਰ ਚੁੱਕ ਕੇ ਮਾਰੇ। ਓਹ ਹੋ ਦੋ ਰੰਗਾਂ ਤੋਂ ਇਲਾਵਾ ਇਹ ਕੋਈ ਰੰਗ ਨਹੀਂ ਕਰਾ ਸਕਦਾ ਘਰ, ਉਹ ਲਾਲ ਜਾਂ ਹਰਾ ਬਾ। ਉਹ ਰੇਲਵੇ ਵਾਲਾ। ਰੇਲਵੇ ਵਾਲਾ। ਹਾਂ, ਉਹਨਾਂ ਨੇ ਇਜਾਜ਼ਤ। ਕਿਹੜੇ ਤੁਸੀਂ ਲੋਕ ਹੋਏ, ਉਹ ਤੁਸੀਂ ਵਾਸ਼ਰੂਮ ਦੀ ਕੰਧ ਨਹੀਂ ਬਣਵਾ ਸਕਦੇ ਬਗੈਰ ਪੁੱਛੋਗੇ। ਇਸ ਤਰ੍ਹਾਂ ਉਹ ਤੁਹਾਨੂੰ 6-6 ਮਹੀਨੇ ਜ਼ਰੀਲ ਹੋਣਾ ਪੈਂਦਾ ਰੇਲਵੇ ਦੇ ਅਫਸਰਾਂ ਕੋਲ ਜਾ ਕੇ, ਭਾਜੀ ਕੰਧ ਬਣਾਉਣੀ ਝਾਤੀ ਪੈਣ ਲਈ ਹੈ, ਤੁਹਾਡੀ ਮਿਹਰਬਾਨੀ ਕੁਛ ਖਿਆਲ ਕਰੋ ਭਾਜੀ, ਅਸੀਂ ਪਰਦਾ ਲਾਇਆ, ਤੁਹਾਡੀ ਮਿਹਰਬਾਨੀ, ਯਕੀਨ ਕਰ। ਇਦਾਂ ਹੀ ਆ। ਨਹੀਂ ਉਹ ਇਜਾਜ਼ਤ ਲੈਣੀ ਪੈਂਦੀ ਫਾਰਮ। ਜਾਤ ਇੱਕ ਇੱਟ ਨਹੀਂ ਰੱਖਣ ਦਿੰਦੇ ਉਹ। ਏਦਾਂ ਹੀ ਆ। ਤੇਰਾ ਕਿਹੜਾ ਘਰ? ਤੈਨੂੰ ਤੇ ਗੈਰਤ ਨਾ ਚਾਹੀਦਾ ਸੀ ਛੱਡ ਕੇ ਤੂੰ ਆਪਣਾ ਬਣਾਉਂਦਾ ਕਿ ਮੈਂ ਆਪਣਾ ਬਣਾਉਣਾ ਯਾਰ। ਇਹ ਕਿਹੜਾ ਘਰ ਹੁੰਦਾ ਕਿ ਮੈਂ ਇੱਕ ਦੀਵਾਰ ਨਹੀਂ ਉੱਚੀ ਕਰ ਸਕਦਾ ਮੇਰੇ ਕੱਚੇ ਮਕਾਨ ਕੀ? ਨਾਲੇ ਉਸਤਾਦ ਦੀਵਾਰ ਜੀ ਦੀ ਗੱਲ ਕਰਨ ਦੇ ਉਸਾਈ ਸਾਰੇ ਭਰਾ ਪੈਂਪਰ ਲਾਉਂਦੇ ਆ। ਨਹੀਂ ਪੈਂਪਰ ਨਹੀਂ ਲਾਉਂਦੇ। ਉਹੀ ਲਾਉਂਦੇ। ਜਿਹੜੀ ਗੱਲ ਸਹੀ ਹੈ ਨਾ ਉਹਨੂੰ ਐਵੇਂ ਬੁਲਾ ਕੇ ਐਵੇਂ ਬੇਕ ਪਾਉਣਾ ਨਹੀਂ ਕਰਨਾ। ਤੁਸੀਂ ਕਰ ਸਕਦੇ ਆਪਣੀ ਮਰਜ਼ੀ ਨਾਲ। ਆ ਸਾਰਿਆਂ ਨੂੰ ਪਤਾ ਵਾ ਕਿ ਤੁਸੀਂ ਰੇਲਵੇ ਕਾਨੂੰਨੀ ਜਾਂ ਗਵਰਨਮੈਂਟ ਚ ਆਪਣੀ ਮਰਜ਼ੀ ਨਾਲ ਤੁਸੀਂ ਕਿੱਟ ਨਹੀਂ ਲਾ ਸਕਦੇ। ਔਰ ਰੇਲਵੇ ਲੋ ਇਜਾਜ਼ਤ ਆ ਕਿ ਤੁਹਾਡੇ ਘਰ 5 ਪਰੌਣੇ ਆਏ ਨੇ, ਤੁਸੀਂ 3 ਪਾਉਣੇ ਆ। 3 ਪਰੌਣੇ ਪਾਉਣ ਦੀ ਇਜਾਜ਼ਤ ਹੈ ਐਟ ਟਾਈਮ। ਸਾਡੇ ਤੇ ਮਹਿਮਾਨ ਮਾਰ ਦਿੰਦੇ ਨੇ। ਨਹੀਂ ਅਨ ਕਰੀ ਫਾਇਦਾ ਹੁੰਦਾ। ਮੈਂ ਤਾਂ ਕੋਈ ਸੋਚੋ, ਜੇ ਤੁਹਾਨੂੰ ਦੇਤਾ 40-45 ਸਾਲ, ਠੀਕ ਹੈ ਨਾ, ਤੁਹਾਡੇ ਅੱਬੇ ਨੇ ਲਿਆ ਸੀ, ਅੱਬੇ ਹੋਣੀ ਲੱਗੇ ਕਿ ਅੱਗੋਂ ਤੁਸੀਂ ਵੀ ਉੱਤੇ ਡਿਪੈਂਡ ਕੀਤਾ ਵਾ। ਅੱਗੋਂ ਬੱਚੇ ਨੂੰ ਕੱਲ ਨੂੰ ਖੁਦਾ ਨਾ ਖਾਸਾ ਉਹਨੂੰ ਜਗ੍ਹਾ ਦੀ ਲੋੜ ਪਈ, ਇੱਕ ਨਸੀਬ ਸਾਦਕ ਦਾ ਚੱਕਰ ਹੋਰ ਲੱਗਣਾ। ਇਹ ਲੱਗਣ ਲੱਗਾ ਵਾ। ਤੁਹਾਡੇ ਨਸੀਬ ਸਾਦਕ ਸੜ ਜਾਣੇ ਸਾਰੇ। ਨਹੀਂ ਤੇ ਜਿਹੜਾ ਪ੍ਰਾਈਮ ਸਿਟੀ ਵਾਲਾ ਮਕਾਨ ਸੀ ਉਹਦਾ ਕੀ ਬਣਿਆ? ਉਹਦਾ ਵੀ ਬਸ ਯਾਰ, ਉੱਥੇ ਵੀ ਨਸੀਬ ਸਾਦਕ ਸਾਹਿਬ ਆ ਗਏ। ਉੱਥੇ ਮੈਂ ਮੇਰੀ ਦੁਆ ਹੈ ਕਿ ਉੱਥੇ ਵੀ ਆਵੇ ਯਾਰ। ਮੈਂ ਆਪ ਕਹਿੰਦਾ ਉੱਥੇ ਯਾਰ ਜਿੱਥੇ ਵੀ ਜਾਂਦੇ ਨਾ, ਜਿੱਥੇ ਵੀ ਜਾਂਦੇ ਨਸੀਬ ਸਾਦਕ ਸਾਹਿਬ ਪਿੱਛੇ ਆਏ ਨੇ, ਕਿਰਾਏ ਤੇ ਮਕਾਨ ਲਿਆ ਬਸ ਕਿਤੇ ਲੋਕ ਛੁਪ ਕੇ। ਤਾਦੇ ਮੁਹਤਰਮ, ਮੈਂ ਤੁਹਾਨੂੰ ਜਨਰਲ ਦੱਸਾਂ, ਝਾਲ ਦੀ ਗੱਲ ਹੈ। ਇੱਕ ਕਰੈਕਟਰ ਦਾ ਪਿੱਛੇ ਕੋਠੀ ਨੂੰਮਾ ਘਰ ਹੈ। ਕੋਠੀ ਨੂੰਮਾ ਘਰ ਹੈ। ਇਹ ਕੋਠੀ ਨੂੰਮਾ ਘਰ ਉਹਦਾ ਹੈ, ਤੇ ਅੱਗੇ ਹੈ ਨਾ ਇੱਕ ਕਰੈਕਟਰ ਦਾ ਘਰ ਸੀਗਾ, ਉਹ ਸਾਰਾ ਢਾਹ ਕੇ ਇੰਨਾ ਕੁ ਬਚ ਗਿਆ। ਉਹ ਅਗਲਾ ਜਿਹੜਾ ਛੋੜਾ ਜਿਹਾ ਬਚਿਆ ਨਾ, ਇਹ ਜਿੰਨਾ ਸੈੱਟ ਹੈ ਏਡਾ ਬਚਿਆ, ਉਹ ਇੰਨੀ ਜਗ੍ਹਾ 3 ਕਰੋੜ ਰੁਪਏ ਦੀ ਜੇ। ਉਹ ਜਿਹੜਾ ਕੋਠੀ ਨੂੰਮਾ ਘਰ ਹੈ ਉਹ 70 ਲੱਖ ਦਾ ਜੇ। ਹਾਂ ਤੇ ਏਦਾਂ ਹੀ ਆ। ਕਿਉਂ? ਨਾਲੇ ਇਹ ਗੱਲ ਗਲਤ ਆ। ਇਹ ਮਾੜੇ ਦੇ ਨਾਲੇ ਦਾ ਮਾੜੇ ਨਾਲ ਉਹਨੇ ਨਹੀਂ ਦੇਖਿਆ ਭਾਈ। ਰੀਓ ਰੋਡ ਮਾੜੇ ਸੀ ਸਾਰੇ। ਤਾਜਰ ਐਡੀ ਨਾ ਅਰਬਾਂ ਰੁਪਏ ਦੀ ਪ੍ਰਾਪਤੀ ਉਹਨੇ ਢਾਤੀ, ਤੁਹਾਡਾ ਢਾਤਾ ਤੁਸੀਂ ਮਾਰੇ ਨਾ, ਇਦਾਂ ਕਰਤਾ ਮਾਰੇ ਨਾ। ਨਹੀਂ ਜਾ ਕੇ ਦੇਖੋ ਅਗਰ ਉਹਨੇ ਨਹੀਂ ਦੇਖਿਆ ਮਾੜਾ ਚੰਗਾ ਕੌਣ। ਉਹ ਗੱਲ ਯਾਰ, ਮੇਰਾ ਹੋਰ ਮੌਕਫ, ਮੈਂ ਕਹਿੰਦਾ ਪਹਿਲੇ ਮਹਿੰਗਾਈ ਵਗੈਰਾ ਖਤਮ ਕਰਨ, ਆਟਾ ਸਸਤਾ। ਹਾਂਜੀ ਕਿਉਂਕਿ ਮਕਾਨ ਤੇ ਤੁਸੀਂ ਰਹਿ ਰਹੇ ਨਾ, ਇਸ ਤੋਂ ਤੁਹਾਡੇ ਨੂੰ ਪਰੇ ਚੱਲ ਜਾਣ। ਮੌਕਫ ਇਹ ਮੌਕਫ ਨਹੀਂ, ਇਹ ਤੁਹਾਡਾ ਬਚਾਓ ਆ। ਉਸਤਾਦ ਜੀ, ਖੁਸ਼ੀ ਦੇ ਟਾਈਮ ਅਗਰ ਗਮ ਮਿਲੇ ਨਾ ਬੰਦਾ ਸਰਵਾਈਵ ਕਰ ਜਾਂਦਾ। ਗਮ ਦੇ ਟਾਈਮ ਗਮ ਮਿਲੇ ਨਾ ਤੇ ਫਿਰ ਬੰਦਾ ਕਹਿੰਦਾ ਯਾਰ ਪਹਿਲੇ ਵੀ ਆਈ ਸੀਗਾ। ਠੀਕ। ਅੱਛਾ ਮਹਿੰਗਾਈ ਦੇ ਇਸ ਤੋਂ ਕਹਿੰਦੇ ਆ ਸਸਤੇ ਰਮਜ਼ਾਨ ਲੱਗਣੇ ਨੇ ਘਰ। ਰਮਜ਼ਾਨ ਸ਼ਰੀਫ ਆ ਰਿਹਾ ਤੇ ਜਿਹੜੇ ਭਾਈ ਉਹਨੇ ਉੱਥੇ ਬੜੇ ਰਹਿਣਾ ਵਾ। ਕਿੰਨੇ ਤੁਸੀਂ ਸਹੇਲ ਨਾਲ ਜਾ ਕੇ ਐਵੇਂ ਬਣ ਕੇ ਨਾ ਫਿਕੇ ਸਿੱਧੇ ਤੇ ਐਟਮਾਂ ਖਿੱਚਣਗੇ ਕਿ ਤੁਹਾਨੂੰ ਕੀ ਪਾਈਆ। ਮੈਨੂੰ ਅੱਜ ਪਤਾ ਚੱਲਿਆ ਬਈ ਫੈਸਲ ਕਾਤੋਂ ਕਹਿੰਦੇ ਸੀ ਦਸਤਰਖਾਨ ਲਾਣਾ ਭਾਈ ਯਾਨੀ ਕਿ ਉਸਤਾਦ ਜੀ ਕਹਿੰਦੇ ਅੱਧਾ ਸਟੇਸ਼ਨ ਹੀ ਤੇਰੇ ਵੱਲ ਵੜਿਆ। ਉਹ ਭਰਾਵਾ ਨਾ ਫਨਾਈ ਇੰਨੀ ਕੁ ਪਈ ਹੋਈ ਆ ਹਰ ਪਾਸਿਓਂ। ਮੈਂ ਜਿਹੜਾ ਸਟੈਪ ਚੁੱਕਦਾ ਵਾ ਨਾ, ਮੈਂ ਇਧਰੋਂ ਸਟੈਪ ਚੁੱਕਣਾ ਵਾ ਤੇ ਨਾਫਣਾ ਸ਼ੁਰੂ। ਜਿਹੜਾ ਸਟੈਪ ਮਾੜਾ ਜਾ ਰਿਹਾ ਨਾ ਮਾਰੋ, ਅਗਲਾ ਸਟੈਪ ਮਾਰ ਲਓ। ਆਹੋ ਉਹ ਮਾਲਕ ਮਕਾਨ ਕਿਰਾਇਆ ਲੈਣ ਆਇਆ, ਉਸਤਾਦ ਜੀ ਨੇ ਦੁੱਖ ਸੁਣਾ ਕੇ 10,000 ਹੋਰ ਉਹਦੇ ਕੋਲ ਧਾਰ ਲਿਆ। ਦਾਦੀ ਇਹ ਗੱਲਾਂ ਰਹਿਣ ਦਿਓ, ਸਾਈਡ ਤੇ ਕਰੋ। ਇੱਕ ਛੋਟੀ ਜਿਹੀ ਗੱਲ ਪੁੱਛਣੀ ਉਸਤਾਦ ਜੀ। ਗੱਲ ਉਹ ਤੁਸੀਂ ਕਰਨੀ ਹੈ, ਲੇਕਿਨ ਨੁਮਾਇੰਦਗੀ ਕਰਨੀ ਹੈ ਸਾਰੇ ਮਾਸੂਮ ਮਜ਼ਲੂਮ ਲੋਕਾਂ ਦੀ, ਜਿੰਨੇ ਵੀ ਬਦਮਾਸ਼ ਭਾਈ ਹੈਗੇ ਨੇ ਉਸਤਾਦ ਜੀ, ਜਿੰਨੇ ਵੀ। ਠੀਕ ਹੈ।
ਪਾਕਿਸਤਾਨ ਦੇ ਨਹੀਂ, ਪੂਰੀ ਦੁਨੀਆ 'ਚ ਜਿੰਨੇ ਵੀ ਹੈਗੇ ਨੇ, ਠੀਕ ਹੈ। ਉਹਨਾਂ ਨੂੰ ਇੰਨਾ ਹੋ ਗਿਆ ਯਾਰ, ਕਿਸੇ ਨੂੰ ਵੀ ਮਾਰਨ ਤੋਂ ਪਹਿਲੇ ਨਾ ਤਸਦੀਕ ਕਰ ਲਿਆ ਕਰਨ ਯਾਰ। ਮਤਲਬ ਹੈ ਉਸਤਾਦ ਜੀ ਕਿ ਇੱਕ ਕਰੈਕਟਰ ਨੇ ਮੈਨੂੰ ਬਚਾਇਆ, ਗਬਾਨਾ ਬਚਾਇਆ। ਉਹ ਗਬਾਨਾ ਕਿਸ ਤਰ੍ਹਾਂ ਬਚਾਇਆ ਕਿ ਇੱਕ ਲੜਕੀ ਸੀ, ਸਾਡੀ ਧੀ ਭੈਣ ਹੀ ਆ, ਉਹਦੇ ਨਾਲ ਨਾ ਮੇਰੀ ਉਸਤਾਦ ਜੀ ਮੈਸੇਂਜਰ ਤੇ ਟਾਕ ਹੁੰਦੀ, ਤੇ ਉਹਨੇ ਮੈਨੂੰ ਫਰਮਾਇਸ਼ ਕੀਤੀ ਕਿ ਸਜਾਦ ਸਾਹਿਬ ਨਾਲ ਮੈਂ ਮਿਲਣਾ, ਜਾਨੀ ਸਾਹਿਬ ਦੇ ਨਾਲ ਮੇਰੀ ਮੁਲਾਕਾਤ ਕਰਾ, ਇਹ ਉਹ ਫਲਾਂ ਟਮਕਾ, ਮੈਂ ਮਿਲਣਾ ਚਾਹ ਰਹੀ ਹਾਂ, ਫੈਨ ਆ ਤੁਹਾਡੀ ਸਾਰੇ। ਮੈਂ ਉਹਨਾਂ ਨੂੰ ਨਾ ਕਰ ਦਿੱਤੀ। ਉਹ ਨਾ ਇਸ ਸ਼ਿੱਦਤ ਇਖਤਿਆਰ ਕਰ ਗਈ ਕਿ ਉਹਦੀ ਮੇਰੀ ਦੁਸ਼ਮਣੀ ਪੈ ਗਈ। ਇੱਕ ਟਾਈਮ ਉਹ ਆਇਆ, ਉਹ ਮੈਨੂੰ ਵੇਖ ਕੇ ਨਹੀਂ ਸੀ ਰਾਜ਼ੀ, ਮੈਂ ਉਹਨੂੰ ਵੇਖ ਕੇ ਨਹੀਂ ਸੀ ਰਾਜ਼ੀ। ਫਿਰ ਇੱਕ ਟਾਈਮ ਉਹ ਆਇਆ, ਉਹਨੇ ਆਪਣੇ ਨਾ ਉਹ ਜਿਹੜਾ ਉਹਦਾ ਹੈ ਸੀ ਜਿਹਦੇ ਨਾਲ ਉਹਦੀ ਹੈਲੋ ਹਾਏ ਵੀ ਕਹਿ ਲਓ, ਅੰਗੇਜਮੈਂਟ ਹੋ ਗਈ। ਉਹ ਕਰੈਕਟਰ ਨੂੰ ਕਹਿੰਦੀ ਜੀ ਇਹਨੇ ਮੈਨੂੰ ਛੇੜਿਆ। ਨਹੀਂ ਕੋਈ ਤਾਂ ਕੋਈ ਹਰਕਤ ਕੀਤੀ ਹੋਣੀ ਉਹਨੇ। ਹੁਣ ਇਹ ਮੈਂ ਰਿਕੁਐਸਟ ਕਰ ਰਿਹਾ ਕਿ ਕਿਸੇ ਨੂੰ ਵੀ ਮਾਰਨ ਤੋਂ ਪਹਿਲੇ, ਕੋਈ ਗੱਲਬਾਤ ਕਰਨ ਤੋਂ ਪਹਿਲੇ ਤਸਦੀਕ ਜ਼ਰੂਰ ਕਰ ਲਿਆ ਕਰਨ। ਉਸਤਾਦ ਜੀ ਇਹ ਜ਼ਰਾ ਕਹਿ ਦੇਣਾ ਆਪਣੇ ਤਰੀਕੇ ਨਾਲ। ਨਹੀਂ ਹੁਣ ਇਹ ਐਲਾਨ ਆ, ਇਤਲਾਹ ਆ, ਐਡਵਾਈਸ ਆ, ਕੀ ਹੈ ਉਹ ਯਾਰ ਗੱਲ ਕਰਨ ਦਾ ਮਕਸਦ ਕਿਸੇ ਨੂੰ ਮਾਰਨ ਤੋਂ ਪਹਿਲੇ ਅਕਸਰ ਲੜਕੀਆਂ ਕਹਿ ਦਿੰਦੀਆਂ ਨੇ ਕਿ ਦਾਨਿਸ਼ ਦੇ ਖਿਲਾਫ ਆ, ਤੇਰੇ ਖਿਲਾਫ ਆ, ਤੇ ਉਹਨਾਂ ਨੇ ਕਹਿ ਦੇਣਾ ਕਿਸੇ ਨੂੰ ਵੀ, ਆਪਣੇ ਬੰਦੇ ਨੂੰ ਵੀ ਕਹਿ ਦੇਣਾ, ਆਪਣੇ ਭਰਾ ਨੂੰ ਕਹਿ ਦੇ ਕਿ ਇਹ ਮੈਨੂੰ ਛੇੜੇ ਨਹੀਂ ਕਿਸੇ ਨੂੰ। ਦਾਨਿਸ਼ ਨੇ ਕੋਈ ਸ਼ੈ ਨਹੀਂ ਦਿੱਤੀ ਖਿਲਾਫ, ਮੈਂ ਕੋਈ ਸ਼ੈ ਨਹੀਂ ਦਿੱਤੀ ਖਿਲਾਫ, ਐਵੇਂ ਕਹਿ ਦੇਣਾ। ਤੇ ਉਹ ਟੌਪਿਕ ਹੁੰਦਾ ਉਸਤਾਦ ਜੀ ਜਿਹਦੇ ਕੁੱਤੇ ਨੂੰ ਵੀ ਵਟਾ ਨਹੀਂ ਮਾਰਿਆ ਹੁੰਦਾ, ਉਹ ਵੀ ਦਲੇਰ ਹੋ ਜਾਂਦਾ। ਐਵੇਂ ਜਿਹੜੇ ਬਾਹਰ ਉਹਨੇ ਨੰਬਰਬਾਜ਼ੀ ਬਣਾਉਣ ਵਾਸਤੇ ਨਾ ਉਹ ਬੰਦੇ ਨੂੰ ਠਾਪਾਂ ਲਾ ਦੇਣੀਆਂ ਨਜਾਇਜ਼। ਉਸਤਾਦ ਜੀ ਹਰ ਬੰਦੇ ਨੂੰ ਹਰ ਬੰਦੇ ਦਾ ਪਤਾ ਹੁੰਦਾ। ਹੁਣ ਸਾਡੀ ਜ਼ਿੰਦਗੀ ਦੇਖ ਲਓ ਜੀ, ਸਾਫ਼ ਪਾਕ ਪਵਿੱਤਰ ਵਾ। ਕਿਹਦੀ ਅਸੀਂ ਕੋਈ ਸਾਡੇ ਤੇ ਕੋਈ ਲੋਰੀ ਇਲਜ਼ਾਮ ਹੀ ਲੈ ਕੇ ਹਰ ਬੰਦੇ ਨੇ ਪਹਿਲੇ ਦੱਸਣਾ ਵਾ, ਨਹੀਂ ਉਹ ਏਦਾਂ ਦਾ ਨਹੀਂ। ਤੁਸੀਂ ਕੋਈ ਹਰਕਤ, ਮਿੱਠਾ ਜੀ ਮਾਫੀ ਨਾਲ ਤੁਹਾਡੀ ਫੀਲਡ ਹੋਰ ਆ, ਮੈਂ ਸਲਿੱਪ ਚ ਖਲੋਤਾ। ਤੁਸੀਂ ਇੰਟਰਟੇਨਮੈਂਟ ਦੀ ਦੁਨੀਆ ਚ ਆ ਗਏ, ਕਾਮੇਡੀ ਦੀ ਦੁਨੀਆ ਚ। ਤੁਹਾਡੇ ਕੋਲ ਟਾਈਮ ਹੁੰਦਾ ਉਸਤਾਦ ਜੀ, ਇਹਨੇ ਵੀ ਇਹ ਨਿਜ਼ਾਮ ਕਰਨੇ ਸੀ। ਨਹੀਂ ਗੱਲ ਹੈ ਵਾ ਗੁੱਸਾ ਜੀ, ਮੈਂ ਸਿੱਧੀ ਗੱਲ ਨਹੀਂ ਕੀਤੀ, ਮੈਂ ਘੁਮਾ ਭਰਾ ਕੇ ਆਪਣੇ ਤੇ ਗੱਲ ਲਈ। ਉਹ ਮਹੱਲੇ 'ਚ ਇੱਕ ਸਾਡਾ ਦੋਸਤ ਹੈ, ਉਹਨੇ ਕਿਹਾ ਕਹਿੰਦਾ ਯਾਰ ਮੇਰੇ ਨਾਂ ਨਾਲ ਹੀ ਉਹਨੂੰ ਇੱਕ ਕਰੈਕਟਰ ਨੇ ਚੰਗਾ ਹੀ ਝੰਬਿਆ। ਸਿਰਫ ਕਿ ਉਹ ਜਿਹਦੇ ਨਾਲ ਉਹਦੀ ਸਲਾਮ ਦੁਆ ਨਾ ਕੁੜੀ ਕਹਿੰਦੀ ਮੈਨੂੰ ਛੇੜਦਾ ਯਾਰ। ਜਦੋਂ ਗੱਲ ਕਰਦੇ ਆ ਨਾ ਨੱਕ ਨਾਲ ਇੰਨੇ ਬੁੱਲ ਬਾਹਰ ਆਉਂਦੇ। ਆ ਦੇਖੋ ਦੁਬਾਰਾ ਕਰਿਓ, ਆਦਮ ਮੇਰੀ ਹੌਬੀ ਹੈ, ਹੋਲਡਰ ਜਿਹਾ ਬਣ ਜਾਂਦਾ ਪੂਰਾ। ਹੌਬੀ ਤੇ ਮੈਂ ਜੋ ਵੀ ਕੰਮ ਕਰਨਾ ਨਾ ਪਹਿਲੇ ਮੈਂ ਆਪਣੇ ਅਦਾਰੇ ਦਾ ਸੋਚਣਾ, ਫਿਰ ਮੈਂ ਆਪਣੇ ਖਾਨਦਾਨ ਦਾ ਸੋਚਣਾ। ਅਦਾਰਾ ਕੀ ਮਤਲਬ ਦੱਸੋ, ਅਦਾਰਾ ਕੀ ਕਰਦਾ ਤੁਹਾਨੂੰ? ਅਦਾਰੇ ਦੀ ਇੱਜ਼ਤ ਦਾ ਮੈਂ ਖਿਆਲ ਰੱਖਣਾ। ਮੈਂ ਅਗਰ ਕੋਈ ਬਾਹਰ ਹਰਕਤ ਕਰਦਾ ਤੇ ਕਿਹਦੀ ਬਿਸਤੀ ਹੈ? ਅਦਾਰੇ ਦੀ ਬਿਸਤੀ ਹੈ। ਇਹ ਅਦਾਰੇ ਲੈ ਕੇ ਪਾਲਿਆ ਤੁਹਾਨੂੰ ਵੀ ਅਦਾਰੇ ਦੀ ਬਿਸਤੀ ਹੋਣ ਡਈ? ਨਹੀਂ ਇਹੀ ਤਾਂ ਗੱਲ ਵਾ। ਇਹ ਸਿਰਫ ਤੁਸੀਂ ਸੋਚਦੇ ਆ। ਅਦਾਰੇ ਨੇ ਤੇ ਪ੍ਰੋਗਰਾਮ ਤੋਂ ਪਹਿਲੇ ਡਿਸਕਲੇਮਰ ਚਲਾਇਆ ਵਾ ਕਿ ਅਦਾਰੇ ਨਾਲ ਕੋਈ ਚੱਕਰ ਨਹੀਂ ਹੈ। ਨਹੀਂ ਉਹ ਮੈਨੂੰ ਦੱਸ ਕੇ ਚਲਾਇਆ ਸੀ, ਫੈਸਲ ਜੋ ਮਰਜ਼ੀ ਕਹਾਂ ਤੂੰ ਉਹਨਾਂ ਦੇ ਅੰਦਰ ਹੀ। ਉਹ ਮੈਨੂੰ ਪਤਾ ਜਿਨ੍ਹਾਂ ਦੇ ਬਾਰੇ ਚ ਕਿਹਾ ਸੀ ਨਾ, ਕਹਿ ਰਹੇ ਸੀ ਸਿਰਫ ਫੈਸਲ ਕਰਕੇ ਲਵਾਇਆ, ਤੁਸੀਂ ਨਾ ਟੈਨਸ਼ਨ ਲਿਆ। ਡਿਸਕਲੇਮਰ ਨੂੰ ਅਗਲੇ ਨੇ ਕਿਤੇ ਗਿਣਿਆ ਨਹੀਂ, ਕਈਆਂ ਨੇ ਫੇਰ ਵੀ ਚੱਲਦਾ ਰਿਹਾ। ਇਹ ਚੱਲਦਾ ਨਾ ਇਹਨਾਂ ਨੂੰ ਸਮਝ ਆਈ ਨਹੀਂ। ਉਹਦਾ ਕੀ ਮਤਲਬ, ਡਿਸਕਲੇਮਰ ਦਾ ਕੀ ਸਹੀ ਚਲਾਇਆ ਸੀ? ਹੁੰਦਾ ਨਾ ਕਿ ਵੀ ਤੁਸੀਂ ਲਾਈਕ ਹੁਣ ਇੱਥੋਂ ਬਾਹਰ ਜਾਂਦਾ, ਬਾਹਰ ਜਾ ਕੇ ਕੋਈ ਹਰਕਤ ਕਰ ਦਿੰਦਾ ਐਸੀ, ਕੋ ਫੜਿਆ ਜਾਏ ਉੱਥੇ ਕੋਈ ਐਵੇਂ ਕਹਿ ਦੇਵੇ ਜੀ ਮੈਂ ਉਹਨਾਂ ਦਾ ਜੀ ਫਲਾਂ ਟੀਮ, ਤੁਸੀਂ ਲਾਇਆ ਕਿ ਭਾਈ ਅਗਰ ਇਹਦੀ ਪਰਸਨਲ ਬਾਹਰ ਕੋਈ ਇਹਨੇ ਕੋਈ 19 ਕੀ ਕੀਤੀ, ਉਹਦਾ ਇਹ ਜ਼ਿੰਮੇਦਾਰ ਹੋਏਗਾ। ਐਸੇ ਨਹੀਂ ਹਾਦਸਾ ਤਾਂ ਇਹ ਫੈਮਿਲੀ ਸਾਡੀ ਸਾਰੀ ਪਰਸੋਂ ਕਰਦਾ ਰਹਿ ਗਿਆ, ਫਿਰ ਰੌਲਾ ਹੀ ਇਹਨਾਂ ਨਾਲ ਵਾ। ਤੇ ਇਹਦੇ ਉਹ ਡਿਸਕਲੇਮਰ ਤੂੰ ਹੁਣ ਬਾਹਰ ਜਾ ਕੇ ਕਿਸੇ ਦੀ ਧੀ ਭੈਣ ਛੇੜ ਦੇਵੇ, ਮੋਟਰਸਾਈਕਲ ਚੋਰੀ ਕਰ ਲਵੇ, ਹਾਂ ਉਹ ਹੋ ਸਕਦਾ, 19 ਕੀ ਕਰ ਦੇਵੇ, ਤੇ ਉੱਥੇ ਕਹੇ ਜੀ ਮੈਂ ਜੀ ਸਜਾ ਜਾਨੀ ਆਫੀਸ਼ੀਅਲ ਚ ਹੁੰਦਾ ਜੀ, ਤੇ ਮੈਨੂੰ ਇਸ ਤੋਂ ਉਹ ਸਾਡਾ ਤਾਂ ਨਹੀਂ ਕੋਈ, ਤੂੰ ਸਾਨੂੰ ਦੱਸ ਕੇ ਗਿਆ ਵੀ ਮੈਂ ਬਾਹਰ ਹਰਕਤ ਕਰਨੀ ਨਹੀਂ। ਇਹ ਜੇ ਤੂੰ ਆਪ ਪਰਸਨਲ ਕੀਤੀ ਹੈ ਤਾਂ ਤੂੰ ਚੱਲਣਾ ਵੀ ਪਰਸਨਲ ਹੀ ਹੈ। ਨਹੀਂ ਆ ਚੰਗਾ ਕ੍ਰੈਡਿਟ ਤੁਹਾਨੂੰ, ਮਾੜਾ ਕ੍ਰੈਡਿਟ ਕੱਲ ਸਾਨੂੰ। ਜੇ ਅਸੀਂ ਚੰਗਾ ਕੀਤਾ ਤੁਹਾਨੂੰ ਪਾਉਣਾ ਜੀ, ਮਾੜਾ ਵੀ ਤੁਹਾਨੂੰ ਹੀ ਪਾਉਣਾ ਵਾ। ਮਿੱਠੇ ਕਸਮੇ ਯਾਰ, ਤੇਰੀ ਨਜ਼ਰ ਬਣਦੀ ਤੂੰ ਮੇਰਾ ਦਿਲ ਜਿੱਤ ਲਿਆ ਯਾਰ। ਹੈ ਕਿਉਂ? ਹਾਏ ਕੀ ਗੱਲ ਕੀ ਨਹੀਂ ਕਮਾਲ। ਉਹ ਐਸਾ ਲਾਂਦੀ ਆ, ਉਹ ਡਰ ਕੇ ਵੀ ਸਟੈਪ ਦੇ ਨਾਲ ਹੀ ਡਰਦਾ। ਇਹਨੇ ਕਹਿਣਾ ਉਹ ਮਿੱਠੇ ਨੇ ਕਹਿੰਦਾ ਉਹ ਡਰਿਆ ਵੀ ਪੂਰੇ ਸਟੈਪ ਦੇ ਨਾਲ ਹੀ ਆ। ਯਾਰ ਮਿੱਠੇ ਨੇ ਮੇਰਾ ਦਿਲ ਜਿੱਤ ਲਿਆ ਅੱਜ। ਆਹੋ ਯਾਰ ਮਿੱਠੇ ਮੇਰਾ ਕਤਲ ਮਾਫ ਕੀਤਾ ਤੈਨੂੰ, ਜੋ ਮਰਜ਼ੀ ਕਰ ਲੈ, ਲੇਕਿਨ ਮਿੱਠੇ ਨੇ ਅੱਜ ਗੱਲ ਕਰਕੇ ਸੱਚੀ ਮੁੱਚੀ ਦਿਲ ਜਿੱਤਿਆ। ਨਹੀਂ ਜਦੋਂ ਪੇਰੈਂਟਸ कहते ਤੁਸੀਂ ਸਾਡੇ ਵਾਲਿदैन ਨੂੰ अच्छों को तो सभी चाहते हैं, कोई है कि मैं बुरा हूँ? कसम यार जीनियस। नहीं बात यार जो चंगा काम करना उदों कहना यार मेरा शिगिरदा यार, असल मेरा शिगिरदा यार। काश मैं तरस गया मैं किसी ਨੂੰ ਕਵਾਂ ਸਿੱਧਾ ਹੋ ਕੇ ਬੈ ਜਰਾ ਮੇਰਾ ਪੁੱਤ, ਤੁਹਾਡਾ ਮੂੰਹ ਫੜਿਆ ਸਿੱਧਾ ਹੋ ਕੇ ਬੈ। ਨਹੀਂ ਕੋਈ ਸਿੱਧਾ ਕੰਮ ਕਰੋ ਨਾ, ਕੋਈ ਫਖਰ ਨਾਲ ਉਹਨਾਂ ਦਾ ਸੀਨਾ ਚੌੜਾ ਕਰੋ, ਪਤਾ ਚੱਲੇ।
ਉਹ ਨਾ 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 10 ਮਿੱਠੇ 'ਚ ਕੋਈ ਕੰਮ ਮਾੜਾ ਹੋਵੇ ਹਾਂ ਬੇਐਬ ਹੈਗੇ ਆ। ਖਾਨਦਾਨੀ ਬੰਦਾ ਬਾਦਸ਼ਾਹ ਸਭ ਤੋਂ ਪਹਿਲੇ ਤੇ ਇਹ ਹੀ ਤੁਸੀਂ ਝੂਠ ਬੋਲਤਾ ਕਿਹੜਾ ਇਹ ਖਾਨ ਬੇਟਾ ਗੱਲ ਅਲਹਮਦੁਲਿਲਾ ਧੀ ਭੈਣ ਸਮਝੀਦਾ ਯਾਰ ਅੱਜ ਅਸੀਂ ਉਸ ਵੇਲੇ ਪਾਸ ਨਹੀਂ ਗਏ ਕਿਉਂਕਿ ਸੇਮ- ਮੇਰਾ ਆਪਕੋ ਸਾਡੇ ਚ ਨਹੀਂ ਹੈ। ਉਹ ਧੀ ਭੈਣ ਨੂੰ ਧੀ ਭੈਣ ਹੀ ਸਮਝਦੇ ਸਾਰੇ, ਉਹਨੂੰ ਧੀ ਨੂੰ ਕੋਈ ਫੋਫੀ ਸਮਝ ਲੈਂਦਾ ਆਪਣੀ। ਸੇਮ ਹੱਦ ਹੁੰਦੀ ਪੰਜਾਬ ਆ ਹੈ, ਸਾਡੀ ਅੱਖ ਦੇ ਵਿੱਚ ਹੋਣਾ ਹੀ ਚਾਹੀਦਾ ਵਾ। ਨਾ ਉਮੀਦ ਕੀ ਕੀਤੀ ਯਾਰ, ਨਾ ਕਦੀ ਮਾੜੀ ਬੈਠ ਕੇ ਬੈਠੇ ਨਾ ਕਿੱਥੋਂ ਸਿੱਖਿਆ? ਕੰਮ ਤੋਂ ਘਰ ਘਰੋਂ ਕੰਮ ਤੇ ਕਿੱਥੋਂ ਸਿੱਖਿਆ? ਅਧਾਰੇ ਤੋਂ ਅਦਾਰੇ ਤੋਂ। ਬਹਰਹਾਲ ਜੀ ਕਦੀ ਨਾ ਗਲਤ ਕੀਤਾ ਹੈ, ਨਾ ਗਲਤ ਦਾ ਸਾਥ ਦਿੱਤਾ, ਨਾ ਮਾੜੇ ਨਾਲ ਟੁਰੇ ਆ, ਹਮੇਸ਼ਾ ਅੱਛੇ ਦੀ ਪੈਰਵੀ ਕੀਤੀ ਭਾਈ ਬੈਦਲ। ਯਾਰ ਮਿੱਠੇ ਤੂੰ ਸੱਚੀ ਮੁੱਚੀ ਦਿਲ ਜਿੱਤਿਆ ਯਾਰ, ਮਿਹਰਬਾਨੀ। ਵੱਡਾ ਬੰਦਾ ਹੈ ਮਿੱਠੇ ਤੂੰ। ਜਾ ਤੇਰੀ ਰਾਤੀ ਕੋਈ ਨਹੀਂ ਜੰਮਿਆ। ਹਾਂ ਮੈਨੂੰ ਉਦੋਂ ਬੰਦੇ ਗੱਲਾਂ ਕਰਨ ਦੇ ਸੀ ਕਿ ਯਾਰ ਉਹਦੀ ਰਾਤੀ ਕੋਈ ਜੰਮਿਆ ਹੀ ਨਹੀਂ। ਮਿੱਠੇ ਜੇ ਤੇਰੇ ਵਰਗਾ ਬੰਦਾ ਪੂਰੇ ਪਾਕਿਸਤਾਨ 'ਚ ਹੋਵੇ ਮੈਂ ਤਾਂ ਦੇਣਦਾਰ। ਉਹਦੇ ਕਹਿਣ ਦਾ ਮਤਲਬ ਬੜਾ ਖੂਬਸੂਰਤ ਹੈ ਕਿ ਯਾਰ ਅਗਰ ਤੁਹਾਡੇ ਮਾੜੇ ਵਕਤ 'ਚ ਤੁਹਾਡੇ ਨਾਲ ਕੋਈ ਨਹੀਂ ਨਾ ਹੈਗਾ, ਤੇ ਚੰਗੇ ਵਕਤ 'ਚ ਵੀ ਨਹੀਂ ਹੋਣਾ। ਹਾਏ ਹਾਏ ਬਈ ਦਿਲ ਜਿੱਤ ਲਿਆ ਉਹਨੇ। ਨਹੀਂ ਬਣਦੇ ਭਾਦਾਂ ਚ ਤੂੰ ਦਸੀ ਭੰਨ ਫੈਸਲ ਕਿ ਦੇਖੋ ਜੀ ਹੁਣ ਜੀ ਮਾੜਾ ਕਰਕੇ ਉਹਨੇ ਸਾਨੂੰ ਕਿਹਨੇ ਬਚਾਉਣਾ, ਉਸਤਾਦ ਜੀ ਨੇ ਬਚਾਉਣਾ। ਵੀ ਮਾੜਾ ਕਰਨ ਤੋਂ ਤੁਹਾਨੂੰ ਰੋਕਦੇ, ਤੁਸੀਂ ਕਰਨਾ ਹੀ ਕਿਉਂ ਆ? ਉਹ ਸਾਡਾ ਮਾੜਾ ਵੀ ਇੰਨਾ ਕੀ ਹੋਣਾ ਵੀ ਐਵੇਂ ਕਿਸੇ ਕੋ ਕਿੰਨੂ ਖੋ ਲਿਆ, ਸਾਡਾ ਇੰਨਾ ਕੀ ਮਾੜਾ ਹੋਣਾ ਵਾ। ਸਾਡਾ ਕੋਈ ਐਵੇਂ ਕਿਸੇ ਜਿਗਰ ਨਹੀਂ ਕਰਦੇ ਹੋਣਾ। ਤੂੰ ਕਹਿ ਅਸੀਂ ਸਕਰੀਨ ਸ਼ਾਟ ਵਾਲੇ ਮਾੜੇ ਕੰਮ ਨਹੀਂ ਕਰਦੇ। ਇਹ ਘੜੀਆ ਮਾਣਾ ਵਾ ਕਿਨੂੰ ਬੋਲਿਆ ਮਰਿਆ ਜਿਹੜੀ ਗੱਲ ਐਡਾ ਵੀ ਸਾਡੇ ਏਦਾਂ ਕਿ ਹੋਣੇ ਯਾਰ, ਮਿੱਠਾ ਕਟਨ ਕਰਾ ਕੇ 200 ਦੇ ਕੇ ਗਿਆ ਜੇਲ੍ਹ 'ਚ ਨਹੀਂ ਰਹਿਣਾ ਉੱਠ ਕੇ ਤੁਰ ਪੜ। ਸਾਡੇ ਏਦਾਂ ਕਿ ਮਾੜੇ ਹੋਣੇ। ਤੁਹਾਡੀ ਖਮੀ ਖੁਸ਼ੀ 'ਚ ਨਾਲ ਜਿਹੜਾ ਬੰਦਾ ਖਲੋਂਦਾ ਉਹ ਇੱਕ ਹੀ ਹੁੰਦਾ ਹੈ। ਕੌਣ ਹੁੰਦਾ ਹੈ? ਉਹ ਪਾਪ ਹੁੰਦਾ ਹੈ। ਓਏ ਹੋਏ ਇਹ ਤੇ ਗੱਲ ਸਾਡੀ ਇਹ ਐਸ ਵਕਤ ਤਾੜੀ ਹੋ ਜਾ। ਉਹ ਬਸ ਕਰਦੇ ਯਾਰ। ਸਾਡੀ ਐ ਕਰਕੇ ਤਾੜੀ ਆਪਣੀ। ਅੱਛਾ ਹੁਣ ਕਿਉਂ ਨਹੀਂ ਖਲੋਂਦੇ ਫਿਰ? ਬਾਪ ਹੁੰਦਾ ਤੇ ਹੁਣ ਕਿੱਥੇ ਆ? ਹੁਣ ਤਾਂ ਫੌਤ ਹੋ ਗਏ ਅੱਬੂ। ਤੇ ਫਿਰ ਹੁਣ ਕੌਣ ਖਲੋਂਦੇ ਆ? ਹੈਂ? ਹੁਣ ਕੌਣ ਖਲੋਂਦੇ ਆ? ਇਹ ਕ੍ਰੈਡਿਟ ਤੁਸੀਂ ਲਵੋ। ਹਾਂ ਤੁਹਾਡਾ ਬਣਦਾ ਹੈ ਕਿ ਪੁੱਤਰ ਮੈਂ ਤੁਹਾਡੇ ਨਾਲ ਖਲੋਤਾ ਉਹ ਹਾਂ। ਤੇਰੇ ਤੇ ਸਵੇਰ ਸ਼ਾਮ ਗਮੀ ਖੁਸ਼ੀ ਹੁੰਦੀ, ਮੈਂ ਤਾਂ ਖਲੋ ਥੱਕ ਜਾਵਾਂਗਾ। ਸਾਡੀ ਮੈਂ ਗੱਲ ਕਰਨੇ ਆ ਜਿਵੇਂ ਮਿੱਠਾ ਹੈ। ਮਿੱਠੇ ਨੇ ਗੱਲ ਕੀਤੀ ਕਿ ਯਾਰ ਅਗਰ ਕੋਈ ਚੰਗਾ ਕ੍ਰੈਡਿਟ ਲੈਣਾ ਤੇ ਫਖਰ ਨਾਲ ਕਹਿਣਾ ਯਾਰ ਮੇਰੇ ਸ਼ਿਗਰ ਨੇ, ਮੇਰੇ ਪੁੱਤਰ ਨੇ ਉਹ। ਤੇ ਜੇ ਉਹ ਮਾੜਾ ਕਰਦੇ ਨੇ ਤੇ ਉਹ ਵੀ ਸਾਹਮਣਾ ਕਰੋ। ਇਹ ਆਫ ਕੋਰਸ ਅੱਜ ਤੱਕ ਕਰਨਾ ਚਾਹੀਦਾ। ਨਹੀਂ ਤੂੰ ਅੱਜ ਤੱਕ ਕਦੀ ਸੁਣਿਆ ਮੈਂ ਕਿਹਾ ਵਾਹ ਵੀ ਮੇਰੇ ਸ਼ਾਗਿਰਦ ਨੇ ਮੇਰੇ ਪੁੱਤਰ? ਕਦੇ ਮੈਂ ਕਦੀ ਕਿਹਾ ਹੀ ਨਹੀਂ। ਕਦੀ ਐਸਾ ਮੌਕਾ ਨਹੀਂ ਆਇਆ ਸਾਡੀ। ਨਾ ਜ਼ਿੰਦਗੀ 'ਚ ਨਹੀਂ। ਨਾ 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 ਤੁਹਾਨੂੰ ਕਹਿਣਾ ਚਾਹੀਦਾ ਮਾਫੀ ਦੇ ਨਾਲ ਉਸਤਾਦ ਜੀ। ਮੈਂ ਤੇ ਇਦਾਂ ਕਹਿਣਾ ਯਾਰ ਇਹ ਮੇਰੇ ਸ਼ਾਗਿਰਦ ਨੇ। ਚਲੋ ਅੱਜ ਤੋਂ ਬਾਅਦ ਅਸੀਂ ਵੀ ਕਹਿ ਦਾਂਗੇ ਯਾਰ ਸਾਡੇ ਹੀ ਉਸਤਾਦ ਨੇ ਯਾਰ। ਅਸੀਂ ਵੀ ਅੱਜ ਕਹਿ ਦਾਂਗੇ। ਠੀਕ ਹੈ ਨਾ? ਨਹੀਂ ਮਾੜਾ ਕਰੋ ਹੀ ਨਾ ਭਾਜੀ। ਗੱਲ ਇਹ ਆ ਕਿ ਅਦਾਰੇ ਨੇ ਤੁਹਾਨੂੰ ਇਸ ਤੋਂ ਪਹਿਲੇ ਤੁਸੀਂ ਕੀ ਸੀ? ਤੁਸੀਂ ਕੀ ਸੀ ਉਸਤਾਦ ਜੀ? ਹਾਂਜੀ ਹੁਣ ਵੀ ਤੁਹਾਡੇ ਉਹ ਵੀਡੀਓ ਸਾਹਮਣੇ ਆ ਜਾਏ ਤੇ ਤੁਸੀਂ ਸ਼ਰਮਾ ਜਾਂਦੇ। ਤੁਹਾਨੂੰ ਅਦਾਰੇ ਨੇ ਨਵਾਂ ਚਿਹਰਾ ਦਿੱਤਾ। ਮੈਂ ਪਹਿਲੇ ਵੀ ਠੀਕ ਸੀ ਤੇ ਹੁਣ ਵੀ ਠੀਕ ਹਾਂ, ਆਉਣ ਵਾਲੇ ਵਕਤ 'ਚ ਵੀ ਠੀਕ ਹਾਂ। ਮੈਂ ਕਿਸੇ ਦੀ ਦਿਲਦਾਰੀ ਨਹੀਂ ਕੀਤੀ ਤੇ ਜਿਸ ਨੇ ਦਿਲਦਾਰੀ की उसका वक्त अच्छा नहीं होगा। ਹਾਂ ਲੋ ਮੈਂ ਦਿਲਦਾਰੀ ਨਹੀਂ ਕਰਦਾ। ਕੋਲੋਂ ਗੱਲਾਂ ਬਣਾਈਆਂ ਹੋਈਆਂ ਵਾ। ਮੈਂ ਕੋਲੋਂ ਆਹੋ ਵਾਲੀਆਂ ਸਿਆਣੀਆਂ ਵਾਲੀਆਂ ਵੀ ਆਹੋ, ਉਹ ਵੀ ਆਪਣੀਆਂ ਹੀ ਘਰ ਦੀਆਂ ਤਿਆਰ ਕੀਤੀਆਂ ਨੇ। ਵਿਲੀਅਮ ਸ਼ੇਕਸਪੀਅਰ ਨੇ ਕਿਹਾ ਉਸਤਾਦ, ਲਓ। ਜਿਹੜਾ ਮਾੜੇ ਵਕਤ 'ਚ ਕੰਮ ਨਾ ਆਵੇ ਸੱਜਣਾ ਲੋਕਾ ਵੇਲਾ ਨਹੀਂ। ਇੰਜ ਦਾ ਸੀ ਕੋਈ ਮੈਨੂੰ। ਯਾਰ ਵਿਲੀਅਮ ਸ਼ੇਕਸਪੀਅਰ ਕਿਤੇ ਆਲ ਚਾਲ ਕੋ ਘੰਟਾ ਬਹਿ ਕੇ ਜਾਂਦੇ ਰਹੇ। ਉਹ ਨਹੀਂ ਅਸੀਂ ਉਹਨੂੰ ਪੰਜਾਬੀ 'ਚ ਲੈ ਆਂਦਾ, ਉਹਨੇ ਕਿਹਾ ਉਰਦੂ 'ਚ ਹੀ ਹੋਣਾ, ਅਸੀਂ ਪੰਜਾਬੀ 'ਚ ਸੁਣਿਆ। ਤੁਸੀਂ ਇੰਗਲਿਸ਼ 'ਚ ਕਿਹਾ ਉਹਨਾਂ ਨੇ। ਉਹ ਜੋ ਵੀ ਹੈ ਲੇਕਿਨ ਉਸਤਾਦ ਜੀ ਬੜੀ ਵੱਡੀ ਗੱਲ ਕਿ ਮਾੜੇ ਚੰਗੇ ਵਕਤ ਦੇ ਵਿੱਚ ਤੁਹਾਡਾ ਚੰਗੇ ਵਕਤ 'ਚ ਸਾਥ ਹੈ। 1000 उन तालियों से एक हाथ बेहतर है जो तुम्हारे आंसू पूंछता है। ਬਈ ਕਮਾਲ ਦੀ ਗੱਲ ਆ। ਏਦਾਂ ਦੀ ਤਾੜੀ ਅਦਾਲਤ ਲੱਗਦੀ ਹੁੰਦੀ ਹੈ। ਫਿੱਕੀ ਗੱਲ। ਬਈ ਫੈਸਲ ਤੇ ਫੁੱਲ ਅੱਛਾ ਟਾਈਮ ਸੀ, ਫੇਰ ਵੀ ਨਹੀਂ ਨਾਲ। ਕੋਈ ਵੀ ਨਹੀਂ ਮੌਕਾ ਤੇ ਯਾਰ ਇਹਨੂੰ ਪੂਰਾ ਕਰਾਓ ਭਾਵ। ਸ਼ੁਕਰ ਹੈ ਠੀਕ ਹੋ ਗਿਆ, ਇਹਨੂੰ ਜਾਨ ਛਡਾਓ। ਕਹਿੰਦਾ ਫੈਸਲ ਭਾਈ ਤੇ ਫੁੱਲ ਅੱਛਾ ਟਾਈਮ ਸੀ, ਫਿਰ ਵੀ ਯਾਰ ਕੋਈ ਨਹੀਂ ਸੀ ਨਾਲ। ਹਾਲਾਂਕਿ ਅੱਛੇ ਟਾਈਮ ਤੇ ਹੁੰਦੇ ਸਾਰੇ। ਅੱਛੇ ਟਾਈਮ ਤੇ ਹੋਵੇ, ਅਗਰ ਮੇਰੇ ਅੱਛੇ ਟਾਈਮ ਦੇ ਵਿੱਚ ਮੇਰਾ ਸਾਥ ਦੋਗੇ, ਮੈਂ ਬੁਰੇ ਟਾਈਮ ਤੇ ਤੁਹਾਡਾ ਨਾ। ਕਦੋਂ ਅੱਛਾ ਟਾਈਮ ਕਦੋਂ ਆਉਣਾ ਵਾ? ਟਾਈਮ ਹੈ ਕਦੋਂ ਆਉਣਾ ਅੱਛਾ? ਯਾਰ ਆ ਰਿਹਾ 6:35 ਦੇ ਅੱਛਾ ਟਾਈਮ ਸ਼ੁਰੂ ਹੋਣਾ। ਗੱਡੀ ਫੇਰ ਵਰਕਸ਼ਾਪ ਖੜੀ ਹੈ ਜੀ। ਓਏ ਹੋਏ ਯਾਰ ਆਂਡਾ ਪੀਸ ਬਣਨ ਲੱਗੀ ਸਾਹ। ਆਂਡਾ ਪੀਸ ਸਾਡੀ ਨਾਲ ਮਾਸ਼ਾਅੱਲਾ ਉਹਦੇ 'ਚ ਮੈਂ ਬਲੂਨ ਵੀ ਲਵਾ ਲੇ। ਕਿਹੜੇ ਤੇ ਗੈਸੀ ਲਵਾ ਲਿਓ ਗੱਡੀ ਆਇਆ ਤਾਂ ਛੱਡ। ਚਲੋ ਹੁਣ ਮਹੀਨਾ ਡੇਢ ਮਹੀਨਾ ਸਕੂਨ ਨਾਲ ਕੋਈ ਰੌਲਾ ਨਹੀਂ ਬਣੇਗਾ। ਨਹੀਂ ਇੱਕ ਸਾਲ ਦੀ ਗਾਰੰਟੀ ਦਿੱਤੀ ਉਹਨੇ। ਉਹ ਤਾਂ ਪਹਿਲੇ ਵੀ ਕਈ ਵਾਰੀ ਦਿੱਤੀ ਸੀ ਉਹਨੇ ਜਦੋਂ ਤੁਸੀਂ ਪਹਿਲੇ ਸਹੀ ਕਰਾਏ ਸੀ। ਨਹੀਂ ਮੈਂ ਉਹ ਮਾਸ਼ਾਅੱਲਾ ਉਹਨੇ ਹੁਣ 1 ਸਾਲ ਦੀ ਗਾਰੰਟੀ ਵਰਕਸ਼ਾਪ ਖਲੋਣ ਦੀ ਦਿੱਤੀ ਵੀ 1 ਸਾਲ ਕੱਢ ਸਕਦੀ ਵਰਕਸ਼ਾਪ। ਨਹੀਂ ਤੂੰ ਜਿਹੜਾ ਬੰਦਾ ਪੈਸੇ ਲਾ ਰਿਹਾ ਉਹ ਤੈਨੂੰ ਇਹ ਨਹੀਂ ਕਹਿੰਦਾ ਕਿ ਪੈਸੇ ਤਾਂ ਨਾ ਇਹਦੇ ਤੇ ਲਾਓ ਇੰਨੇ। ਜਿਹੜਾ ਬੰਦਾ ਨਹੀਂ ਆਹ ਬੰਦਾ ਪੈਸੇ ਲਾ। ਨਹੀਂ ਜਿਹੜਾ ਅਗਲਾ ਬੰਦਾ ਮਿਸਤਰੀ ਹਾਂਜੀ ਉਹ ਨਹੀਂ ਤੈਨੂੰ ਸਮਝਾਉਂਦਾ ਕਿ ਯਾਰ ਫੈਸਲ ਤੂੰ ਵੀਰ ਆ, ਤੂੰ ਭਰਾ ਸਾਡਾ,
ਇਹਨੂੰ ਵੇਚ ਦੇ ਯਾਰ, ਤੂੰ ਕੋਈ ਚੰਗੀ, ਜਿਹੜਾ ਇੱਥੇ ਤੂੰ 2 ਲੱਖ ਲਾਉਣਾ ਇਹਨੂੰ ਵੇਚ ਕੇ 3-4 ਹੋਰ ਪਾ ਕੇ ਕੋਈ ਮਾਡਲ ਅੱਛਾ ਲੈ ਉਹ ਵੀ ਲਾਈ ਜਾ ਰਿਹਾ ਉੱਤੇ। ਉਸਤਾਦ ਮੋਹਤਰਮ ਮੇਰੀ ਗੱਲ ਸੁਣੋ, ਉਸਤਾਦ ਜੀ ਉਹਨੇ ਕਿਹਾ ਵਾ ਕਿ ਆ ਲਾਲਾ ਤੇ ਫਿਰ ਸਕੂਨ ਆ। ਉਹ ਇਦਾਂ ਗੱਡੀ ਹੁਣ 6 ਲੱਖ ਰੁਪਏ ਦੀ ਹੈ ਮਜ਼ਾਰ। ਨਹੀਂ ਨਾਲੇ ਉਹ ਪਾਗਲ ਆਪਣਾ ਘਰ ਦਾ ਕਿਚਨ ਬੰਦ ਕਰੇ, ਉਹਦੇ ਕੋਲ ਸਿਰੇ ਇਹਨੇ ਗੱਡੀ ਫੇਵਰਟ ਕੀਤੀ ਉਹਨੇ, ਗੱਡੀ 6 ਲੱਖ ਘਰ ਦੀ ਚਲਾਉਣ ਡਿਆ ਵਾ। ਹਾਂਜੀ ਮੈਂ ਅਗਰ ਨਵੀਂ ਗੱਡੀ 6 ਲੱਖ ਦੀ ਹੈ ਤੇ ਗੰਢਾ ਕੇ 15 ਦੀ ਹੋ ਗਈ। ਨਹੀਂ ਹੁਣ ਅਗਰ ਉਸਤਾਦ ਮੋਹਤਰਮ ਮੈਂ ਗੱਡੀ ਮੀਰਾ ਵੀ ਲੈ ਸਕਦਾ ਸੀ, ਲੇਕਿਨ ਮੈਂ ਲੈਣੀ ਨਹੀਂ ਸੀ ਚਾਹ ਰਿਹਾ। ਅੱਛਾ ਪਰ ਉਹਦਾ ਹੁਣ ਕੰਮ ਕੀ ਹੋ ਰਿਹਾ ਵਾ? ਹੁਣ ਮੈਂ ਤੁਹਾਨੂੰ ਦੱਸਣਾ ਉਸਤਾਦ ਮੋਹਤਰਮ, ਮੈਂ ਗੱਡੀ ਨਵੀਂ ਲੈਂਦਾ ਤੇ ਕਮ ਤੋਂ ਕਮ 12 ਲੱਖ ਰੁਪਈਆ ਪੈਣਾ ਸੀ। ਹਾਂਜੀ ਤੇ ਫੈਸਲ ਆ ਮੁਗਲ ਉੱਪਰ ਵਾਲਾ ਆਤਾ ਨਹੀਂ ਧੋਣ ਲਵਾ ਦੇਣੀ। ਹਾਂ ਮੈਨੂੰ ਮੇਰੇ ਜ਼ਮੀਰ ਨੇ ਕਿਹਾ ਕਿ ਫੈਸਲੇ ਤੇ 1.5-2 ਲੱਖ ਲਾ ਲੈ, 8 ਲੱਖ ਰੁਪਈਆ ਜੋ ਮੈਂ ਉਹਦੇ ਤੇ ਪਾ ਓਏ ਕੇ ਅੱਜ ਕੱਲ ਇੰਜ ਵਾਲਾ ਹਿਸਾਬ ਨਹੀਂ ਰਿਹਾ। ਕਿਉਂ ਨਹੀਂ ਰਿਹਾ? ਅੱਜ ਕੱਲ ਇੰਜ ਆ ਕਿ ਤੇ ਉਹ ਅਗਲਾ ਵੀ ਕਹਿੰਦਾ ਤੇ ਥੈਂਕ ਯੂ ਭਈਆ। ਬਸ ਆ ਜੀ ਸਾਡੇ ਚ ਨਹੀਂ ਹੁੰਦਾ, ਤੁਹਾਡੇ ਚ ਹੋਵੇ ਮੈਂ ਕਹਿ ਨਹੀਂ ਸਕਦਾ, ਇੱਧਰ ਉੱਧਰ ਹੋਵੇ ਮੈਂ ਕਹਿ ਨਹੀਂ ਸਕਦਾ। ਥੈਂਕ ਯੂ ਸਾਹਿਬ ਕਰ, ਸਾਡੇ ਚ ਨਹੀਂ ਹੁੰਦਾ। ਅਸੀਂ ਤੇ ਹੁੰਦਾ ਅਸੀਂ ਕਿਸੇ ਨੂੰ ਪੈਸੇ ਵੀ ਦਈਏ, ਕਿਸੇ ਨਾਲ ਕੋਈ ਫੇਵਰ ਵੀ ਕਰੀਏ, ਅਸੀਂ ਮੂੰਹ ਪਿੱਛੇ ਕਰਕੇ ਇੰਜ ਕਰਦੇ ਹਾਂ। ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿਹੜਾ ਇਹ ਬੰਦਾ। ਤੇ ਉਹ ਇਧਰੋਂ ਦੀ ਆਗੂ ਮਿੱਠਾ ਜੀ ਉਹ ਬੜਾ ਫੈਲਸਾ ਜਾਲੀ ਦੇਣ ਦੇ ਸਾਰੇ। ਉਹਨੇ ਕਿਹਾ ਜੀ ਕਿ ਆਂਡਾ ਪੀਸ ਨਹੀਂ ਹੋਇਆ ਕੀ ਸੀ ਉਹਨੂੰ, ਕੀ ਉਹਨੂੰ ਕਰਨਾ? ਡੈਂਟਿੰਗ ਮੈਂਟਿੰਗ ਸਾਰੀ ਸਾਰਾ ਕੁਝ ਤੁਹਾਨੂੰ ਦਿਖਾਈ ਨਹੀਂ ਤੇ ਰੰਗ ਵੀ ਡੈਂਟਿੰਗ ਪੇਂਟਿੰਗ ਸ਼ਾਵਰ। ਉਸ ਤੋਂ ਬਾਅਦ ਉਹ ਜਿਹੜਾ ਉਹਦਾ ਹਾਸਾ ਕਿਤੇ ਹੁੰਦਾ ਤੇ ਉਹ ਮੁਕਾਨੇ ਜੇ ਨਿਕਲ 에ਅਰ ਬਲੂਨ ਉਹ ਲਵਾਏ। 에ਅਰ ਬਲੂਨ ਵਾਸਤੇ ਪੈਸੇ ਇਹ ਨਹੀਂ ਇਹ ਕਿਉਂ ਯਾਰ, 에ਅਰ ਬਲੂਨ ਨਹੀਂ ਹੁੰਦਾ ਯਾਰ। ਉਹਦਾ ਤੂੰ ਦੱਸੇ ਕੀ ਹੁੰਦਾ ਜਦੋਂ ਗੱਡੀ ਵੱਜਦੀ ਤੇ ਕੀ ਹੁੰਦਾ? ਉਹ ਮੁਕਾਨੇ ਜੇ ਨਿਕਲਦੇ ਨੇ ਐ ਤਾਂ ਨੂੰ ਜਦੋਂ ਗੱਡੀ ਵੱਜਦੀ ਤੇ ਕਹਿੰਦਾ ਤਾਂ ਨੂੰ ਪਕਾਣਾ ਜੇ ਨਿਕਲਦਾ। ਆਹੋ 에ਅਰ ਬੈਗ ਉਸਤਾਦ ਜੀ ਉਹ ਥੋੜੇ ਜਿਹੇ ਪੈਸੇ ਤੇ ਲੱਗ ਗਏ ਲੇਕਿਨ ਸਕੂਨ ਹੋ ਗਿਆ। ਉਸ ਤੋਂ ਬਾਅਦ ਉਸਤਾਦ ਜੀ ਹਾਏ 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 ਤੁਸੀਂ ਦਿਲ ਕਰੇ ਆ ਦੋਵੇਂ ਗੱਡੀਆਂ ਮੈਨੂੰ ਦਵੋ, ਮੈਂ ਉਹ ਤਾਂ ਵੀ ਨਾ ਦਵਾਂ ਤੁਹਾਨੂੰ। 에ਅਰ ਬੈਗ ਲਵਾਇਆ ਯਕਦਮ ਖੁੱਲਾ ਵੀ ਆ, ਉਹ ਮੁੜ ਕੇ ਬਾਹਰ ਨਹੀਂ ਗਿਆ। ਏਦਾਂ ਬੰਦਾ ਇੱਥੇ ਮਰ ਗਿਆ। ਉਹਨੇ ਇੰਨਾ ਕੁ ਟਾਈਟ ਕਰਦਾ ਸਾਹ ਘੁੱਟਣ ਨਾ ਮਰ ਗਿਆ। ਉਹ ਬੰਦਾ ਇੱਥੇ ਕੋਲ ਮਰ ਗਿਆ। ਉਹ ਇੱਕ ਵਾਰੀ ਖੁੱਲਦਾ ਉਸਤਾਦ ਜੀ ਕਹਿੰਦੇ ਇੱਕ ਵਾਰੀ ਖੁੱਲਦਾ ਲਾਏ। ਹਾਂਜੀ ਨਹੀਂ ਉਹ ਨਵਾਂ ਵੀ ਪੈ ਜਾਂਦਾ, ਕੋਈ ਡਰ ਹੋਣਾ ਨਹੀਂ। ਨਹੀਂ ਉਹ ਜਿਹੜਾ ਇੱਕ ਵਾਰੀ ਹਾਂ ਜਿਹੜਾ ਜੈਨੂਇਨ ਫਿਟਿੰਗ ਹੁੰਦਾ ਉਹ ਜੈਨੂਇਨ ਫਿਟਿੰਗ ਵਾਲਾ। ਲੇਕਿਨ ਇਹਦੀ ਲਾਈਫ ਟਾਈਮ 에ਅਰ ਬੈਗ ਉਸਤਾਦ ਜੀ ਲਵਾ ਲੈ ਗੱਡੀ 'ਚ ਤੇ ਟਰਾਲੇ 'ਚ ਮਾਰ ਕੇ ਚੈੱਕ ਕਰਨ ਦਿਆ। ਨਹੀਂ ਕਈ 에ਅਰ ਬੈਗ ਐਸੇ ਵੀ ਹੁੰਦੇ ਨੇ ਉਹ ਐਵੇਂ ਵੀ ਖੁੱਲ ਜਾਂਦੇ ਨੇ। ਅੱਛਾ ਆਪ ਹੀ ਕਿਦਾਂ ਖੋਲਦੇ ਜਿੰਨੀ ਦੇਰ ਨਹੀਂ ਉਹ ਪ੍ਰੋਬਲਮ ਹੁੰਦੀ ਨਾ ਵਿੱਚ ਕੋਈ। 에ਅਰ ਬੈਗ ਕਿੱਦਾਂ ਖੁੱਲਦਾ? 에ਅਰ ਬੈਗ ਗੱਡੀ ਵੱਜ ਕੇ ਨਹੀਂ ਖੁੱਲਦਾ, ਟੱਕ ਦੀ ਆਵਾਜ਼ ਨਹੀਂ ਟੱਕ ਦੀ ਆਵਾਜ਼ ਤੇ ਵੀ ਨਹੀਂ ਖੁੱਲਦਾ। ਕੋਡ ਹੁੰਦਾ ਨਹੀਂ ਉਹ ਹੁੰਦਾ ਵਾ ਸੈਂਸਰ ਹੁੰਦਾ ਜਿਹਨੇ 에ਅਰ ਬੈਗ ਨੂੰ ਦੱਸਣਾ ਹੁੰਦਾ ਕਿ ਹਾਂ ਇੰਨੀ ਤੇ ਹਿੱਟ ਹੋਈ ਹੈ। ਉਹ ਸੈਂਸਰ 'ਚ ਫਾਲਟ ਪੈ ਜਾਂਦਾ ਕਿਸ ਟਾਈਮ ਤੇ ਚੱਲਦੀ ਗੱਡੀ ਦਾ ਵੀ ਖੁੱਲ ਜਾਂਦਾ। ਫਿਰ ਨੁਕਸਾਨ ਹੀ ਆ। ਹਾਂਜੀ ਬੇਸਿਕਲੀ 에ਅਰ ਬੈਗ ਵੱਜ ਕੇ ਨਹੀਂ ਖੁੱਲਦਾ, ਅੰਦਰ ਇੱਕ ਸੈਂਸਰ ਆ। ਹਾਂਜੀ ਸੈਂਸਰ ਨਾਲ ਹੀ ਜਿਹਨੇ ਉਹਦੀ ਹਿੱਟ ਉਹਨੂੰ ਦੱਸਣਾ ਕਿ ਵੀ ਹਾਂ ਆਹ ਤੇਰਾ ਟਾਈਮ ਆ ਖੁੱਲਣ ਦਾ। ਉਹ ਖਰਾਬ ਹੋ ਜਾਏ ਨਾ ਉਹ ਕਿੱਟ ਜਾਂ ਉਹ ਚੀਜ਼ ਸੈਂਸਰ ਤੇ 에ਅਰ ਬੈਗ ਹੋਣੀ ਕਿਤੇ ਸਪੀਡ ਬ੍ਰੇਕਰ ਤੇ ਵੀ ਖੁੱਲ ਜਾਂਦੇ। ਅੱਛਾ ਜੀ ਹਾਂਜੀ ਭੈਣ। ਇਹਦਾ ਮਤਲਬ ਇਹਦਾ ਤੇ ਨੁਕਸਾਨ ਜੇ ਉਹ ਨਾ ਦੱਸੇ ਉਹ ਖਰਾਬ ਹੋਵੇ ਤੇ ਦਿਲ ਕਰੇ 200 ਦੀ ਸਪੀਡ ਤੇ ਵੱਜੇ ਤੇ ਉਹ ਦੱਸੇ ਵੀ ਨਾ ਵੀ ਖੁੱਲਣਾ ਵਾ, ਨਹੀਂ ਇੰਜ ਵੀ ਹੋ ਜਾਂਦਾ ਵਾ। ਲੇਕਿਨ ਉਸਤਾਦ ਜੀ ਮੈਂ ਸੇਫਟੀ ਥੋੜੀ ਜਿਹੀ ਕੀਤੀ, ਮੈਂ ਡਰਾਈਵਰ ਸਾਈਡ ਤੋਂ ਖਾਲੀ ਰੱਖਿਆ। ਨਹੀਂ ਲੇਕਿਨ ਇੱਥੋਂ ਫੇਰ ਵੀ ਵਾਲ ਲੈ ਕੇ ਸੇਫਟੀ ਤੋਂ ਥੋੜੀ ਜਿਹੀ ਕੀਤੀ ਐ ਸਾਰੇ ਉਦਾਂ ਹੀ। ਨਹੀਂ ਗੱਡੀ ਦੇ ਵਿੱਚ ਮੈਂ ਇਧਰਲੀ ਸਾਈਡ ਤੇ ਨਾ 에ਅਰ ਬੈਗ ਲਵਾਇਆ, ਇਧਰਲੀ ਸਾਈਡ ਤੇ ਡਰਾਈਵਰ ਸਾਈਡ ਤੇ ਨਹੀਂ ਲਾਉਣਾ। ਹਾਂ ਲੋ ਇੱਧਰ ਉਧਰ ਖੁੱਲ ਕੇ ਬਾਹਰ ਚੱਲ ਜਾਵੇ ਆਪਾਂ ਨੂੰ ਨਾ ਕੁਝ ਕਵੇ ਉਹ। ਹਾਂ ਡਰਾਈਵਰ ਰੱਖ ਰਿਹਾ ਨਾਲੇ। ਹਾਂ ਉਹਨੂੰ ਲਵਾ ਉਧਰ ਬਾਹਰ ਬਾਰੀ ਤਾਂ ਨਹੀਂ ਬਾਹਰ ਹੀ ਕਿਤੇ ਖੁੱਲ ਜਾਵੇ। ਅੱਛਾ ਉਹ ਹੋ ਗਿਆ, ਹੋਰ ਕੀ ਕੰਮ ਕਰਾ ਰਿਹਾ? ਉਸ ਤੋਂ ਬਾਅਦ ਉਸਤਾਦ ਮੋਹਤਰਮ ਹਾਈ ਸਪੀਡ ਸਟੀਅਰਿੰਗ ਲਵਾਇਆ। ਮੈਂ ਕਿਹਾ ਆਰਾਮ ਆ ਜੀ ਗੱਡੀ ਮੇਰੀ ਹੋਵੇ। ਹਾਈ ਸਪੀਡ ਸਟੀਅਰਿੰਗ ਲਾਇਆ। ਹਾਈ ਸਪੀਡ ਸਟੀਅਰਿੰਗ ਮਤਲਬ ਉਂਗਲ ਦੇ ਨਾਲ ਪਾਵਰ ਸਟੀਅਰਿੰਗ ਉਂਗਲ ਦੇ ਨਾਲ ਇੰਜ ਕਰਨਾ ਤੁਸੀਂ ਜਿਵੇਂ ਕਿਸੇ ਦੌਰ 'ਚ ਮੋਬਾਈਲ ਟੈਲੀਫੋਨ ਫੋਨ ਸੁਣੀਦਾ ਸੀ। ਉਹ ਉਸਤਾਦ ਜੀ ਉਂਗਲ ਦੇ ਨਾਲ ਫਿੰਗਰਪ੍ਰਿੰਟ ਤੇ ਲਾਇਆ। ਉਸ ਤੋਂ ਬਾਅਦ ਹੈਂਡਲ ਦੇ ਉੱਤੇ ਇੱਕ ਕੁਪਾਈ ਵਾਲਾ ਹੁੰਦਾ, ਉਹ ਫੜ ਕੇ ਚਲਾਉਣਾ। ਹਾਂਜੀ ਉਹ ਵੀ ਲਵਾ ਲਿਆ। ਹਾਂ ਉਹ ਚੱਕੀ ਟੈਪ। ਚੱਕੀ ਟਾਇਰ। ਅੱਛਾ ਉਸ ਤੋਂ ਬਾਅਦ ਉਸਤਾਦ ਮੋਹਤਰਮ ਸਾਰਾ ਕੁਝ A to Z। ਡੈਕ ਚੈੱਕ। ਸਾਰੀ ਡੈਕ ਨਹੀਂ, ਇੱਕ ਐਡੀ ਜੀ ਪ੍ਰੀ ਹੈ, ਪ੍ਰੀ ਉਹਨੂੰ ਪ੍ਰੀ ਕਹਿੰਦੇ ਨੇ, ਤੁਹਾਨੂੰ ਸ਼ਾਇਦ ਤੁਹਾਡੇ ਰੇਂਜ 'ਚ ਨਹੀਂ ਹੋਣੀ, ਅੱਲਾ ਮਾਫੀ ਦੇ। ਪੈਸੇ ਦੇ ਲੈ ਕੇ ਪ੍ਰੀ ਪ੍ਰੀ ਉਹਦੇ 'ਚ ਹੈ ਪੈਸੇ ਦੇ ਲੈ ਕੇ ਪ੍ਰੀ ਲਈ। ਉਹ ਯਾਰ ਡੈਕ ਲਾਇਆ ਪਿੱਛੇ ਵੂਫਰ ਸ਼ੂਫਰ ਲਾਏਗਾ ਕੋਸ਼ਿਸ਼ ਉਹਦੀ ਨਵੀਂ ਹਾਂ ਤੁਹਾਨੂੰ ਮੈਂ ਕਹਿੰਦਾ ਆਂਡਾ ਪੀਸ ਲੈਣਾ ਮੈਂ ਡਿੱਗੀ ਹੋਰ ਖੁੱਲੀ ਕਰਾ ਲਈ ਆ ਲਗੇਜ ਰੱਖਣ ਵਾਸਤੇ ਹੋਰ ਖੁੱਲੀ। ਅੱਛਾ। ਹਾਂਜੀ, ਬੜਾ ਕੰਮ ਹੋ ਰਿਹਾ ਤੇ ਸਾਰੇ। ਲੱਗਦੇ ਹੱਥੋਂ ਨੂੰ 7 ਸੀਟਰ ਕਰਾ ਲਾ। 7 ਸੀਟਰ ਆਹੋ ਉਹ ਕਿੱਦਾਂ ਹੋਣੀ? ਉਹ ਤਾਂ ਸੀਟਾਂ ਕਢਾਣੀਆਂ ਪੈਣੀਆਂ। ਸੀਟਾਂ ਕਢਾ ਕੇ 7 ਸੀਟਰ ਕਰਾ ਲਾ। ਪਿੱਛੋਂ ਅੱਧੀ ਗੱਡੀ ਲੱਕੜ ਦੀ ਲਵਾ ਲਵੇ, ਲੱਕੜ ਦਾ ਕੈਬਨ ਜਿਹਾ ਬਣਾ ਕੇ 7 ਸੀਟਰ ਹੋ ਜਾਣਾ। ਟਾਇਰ ਵੀ ਨਵੇਂ ਪਾਏਗਾ। ਟਾਇਰ ਉਸਤਾਦ ਜੀ
ਰਿਮ ਟਾਇਰ ਦੀ ਟਾਇਰ ਲਾਇਰਮ ਹੁੰਦਾ, ਰਿਮ ਕੀ ਹੁੰਦਾ? ਅੱਛਾ ਤੇ ਉਹ ਜਿਹੜਾ ਮੈਨੂਅਲ ਆ ਕਿ ਆਟੋ ਆਟੋ ਕਰਾ ਲਈ? ਹਾਂਜੀ ਉਸਤਾਦ ਜੀ, ਗੇਅਰ ਲਪਾ ਕੇ ਇੱਧਰ ਪਹਿਲਾ ਗੇਅਰ ਇੱਧਰ, ਦੂਜਾ ਇੱਧਰ, ਤੀਸਰਾ ਆਟੋ ਟਾਇਰ। ਹਾਂ ਇਹਦੀ ਗੱਡੀ ਦੇ ਚਾਰੇ ਇੱਕੋ ਸਾਈਡ ਤੋਂ ਲੱਗਦੇ ਆ। ਨਹੀਂ ਆਟੋ ਠੀਕ ਆ, ਆਟੋ ਚ ਪਹਿਲਾ ਇੱਧਰ ਦੂਜਾ ਇੱਧਰ ਤੀਜਾ। ਸ਼ੀਸ਼ੇ ਵੀ ਉਸਤਾਦ ਜੀ ਇੰਜ ਬਟਨ ਨੱਪੋ ਤੇ ਤਾਂ ਹਾਂ ਅੱਛਾ ਇਹਨੂੰ ਘੁਮਾਉਣ ਵਾਲਾ ਨਹੀਂ ਰੱਖਿਆ, ਨਹੀਂ ਬਟਨ ਟੱਕ ਸਿਸਟਮ। ਟੱਕ ਜਿਹੜੇ ਬਲੈਕ ਪੇਪਰ ਦੇ ਸ਼ੀਸ਼ੇ ਲਾਉਣਾ ਜੁਰਮਾਨਾ, ਹਾਂ। ਇਹਨੂੰ ਹਕੂਮਤ ਨੇ ਕਿਹਾ ਤੂੰ ਲਵਾ ਲਾ ਵੇ, ਤੇਰੀ ਮਿਹਰਬਾਨੀ, ਵਿੱਚ ਬੈਠਾ ਬੁਰਾ ਲੱਗਦਾ। ਉਹਨੇ ਕਿਹਾ ਤੁਹਾਡੀ ਗੱਡੀ ਦਾ ਮਾਹੌਲ ਨਹੀਂ ਠੀਕ, ਪੁਰਾਣੇ ਲੋ ਪੇਪਰ ਲਵਾ ਕਾਲੇ। ਮੈਨੂੰ ਉਸਤਾਦ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਤਸਵੀਰ ਤੁਹਾਨੂੰ ਭੇਜ ਦਿੰਦਾ। ਹੈਂਡ ਬ੍ਰੇਕ ਉਹਦੀ ਮੈਨੂਅਲ ਆ ਜਾਂ ਆਟੋ ਦੂਜੀ? ਆਟੋ ਉਸਤਾਦ ਜੀ, ਆਟੋ ਹੈਂਡ ਬ੍ਰੇਕ। ਹਾਂਜੀ ਉਸਤਾਦ ਜੀ, ਉਹ ਕਰਕੇ ਖਿੱਚ ਕੇ ਜਿਹੜੀ ਹਾਂਜੀ ਹਾਂ ਉਹੀ ਉਹ ਇੰਜ ਖਿੱਚ ਕੇ ਇਹ ਕਰਕੇ ਬਟਨ ਨੱਪਣਾ ਤੁਸੀਂ। ਬਟਨ ਉਹਦੇ ਉੱਤੇ ਬਟਨ ਵੀ ਲੱਗਾ ਹੋਇਆ ਕਿ ਹਾਂ ਆਟੋ ਹੀ ਦੋਸਤ ਆਇਆ ਕਹਿੰਦਾ ਆ ਫੈਸਲ ਲਾਹੌਰ ਚੱਲਦੇ, ਕਹਿੰਦੇ ਯਾਰ ਅਸੀਂ ਆਪਣੀ ਗੱਡੀ ਤੇ ਜਾਣਾ, ਕਹਿੰਦਾ ਬੱਸ ਤੇ ਚੱਲਦੇ ਕਿੱਥੇ, ਆਪਣੀ ਗੱਡੀ ਤੇ ਧੱਕੇ ਖਾਂਦਾ ਫਿਰੇਗਾ। ਅੱਛਾ ਜੀ ਉਲਟ ਹਿਸਾਬ, ਕਹਿੰਦਾ ਆਪਣੀ ਗੱਡੀ ਤੇ ਚੱਲਦੇ ਕਿਤੇ ਬੱਸਾਂ 'ਚ ਧੱਕੇ ਖਾਂਦਾ, ਕਹਿੰਦਾ ਬੱਸ ਤੇ ਚੱਲਦੇ ਕਿਤੇ ਆਪਣੀ ਗੱਡੀ 'ਚ ਧੱਕੇ ਖਾਂਦਾ। ਯਾਰ ਆਪਣੀ ਗੱਡੀ ਤੇ ਲਾਹੌਰ ਜਾ ਰਿਹਾ ਤੇ ਵਿੱਚ ਨਾਲ ਦੇ ਨੂੰ ਕਹਿੰਦਾ ਯਾਰ ਕਨਵੇਂਸ ਬਗਾਨੀ ਬੱਚੀ। ਯਾਰ ਅੱਲਾ ਕਿਤੇ ਬੱਸਾਂ ਜੋਗਾ ਕਰ ਦੇਵੇ ਨਾ ਮੈਨੂੰ, ਯਕੀਨ ਕਰ। ਅੱਛਾ ਉਹ ਤੂੰ ਅਲਾਈਨਮੈਂਟ ਉਹਦੀ ਜਿਹੜੀ ਹੁੰਦੀ ਇੱਕ ਉਹਦਾ ਹੁੰਦਾ ਕਿ ਉਹ ਅਗਰ ਇੰਜ ਜਾ ਰਹੀ ਨਾ ਇੱਧਰ ਤੇ ਇੱਧਰ, ਉਹਨੂੰ ਕੀ ਕਹਿੰਦੇ ਆ, ਉਹਦੇ ਵਿੱਚੋਂ ਬਾਹਰ ਨਹੀਂ ਨਿਕਲਦੀ ਹੈਂਡਲ, ਆਪੇ ਇੰਜ ਮੁੜਦਾ। ਆਹੋ ਉਹ ਵੀ ਹੈਗਾ ਸਿਸਟਮ। ਕਰੂਜ਼ ਨਹੀਂ ਕਰੂਜ਼ ਹੋਰ ਕਰੂਜ਼ ਚੀਜ਼ ਨਹੀਂ, ਉਦੋਂ ਕਰੂਜ਼ ਤੇ ਲਵਾਉਣਾ ਹੀ ਆ, ਕਰੂਜ਼ ਤੋਂ ਬਗੈਰ ਤੇ ਉਹਨੇ ਚਲਾਉਣੀ ਨਹੀਂ ਮੈਨੂੰ ਤਾਂ। ਕਰੂਜ਼ ਇਹਨਾਂ ਨੇ ਕਰੂਜ਼ ਹੁੰਦਾ ਕੀ ਭਲਾ? ਕਰੂਜ਼ ਲਵਾਇਆ ਉਹ ਜਿੰਨਾ ਵੈਪਰ ਇੰਜਨ ਜਿਹੜੇ ਕਰਦੇ ਬੱਸ ਲਵਾ ਲਿਆ ਉਹਨੇ ਸਾਡੀ। ਨਹੀਂ ਉਹ ਕਰੂਜ਼ ਉਹ ਨਹੀਂ ਹੁੰਦਾ ਯਾਰ, ਕਰੂਜ਼ ਤੇ ਸਪੀਡ ਹੁੰਦੀ ਨਾ। ਵੀ ਸਪੀਡ ਨਹੀਂ ਉਹ ਜਿਹੜਾ ਅਲਾਈਨਮੈਂਟ ਹੁੰਦੀ ਹੈ ਕਿ ਤੁਸੀਂ ਸਿੱਧੀ ਗੱਡੀ ਜਾ ਰਹੀ ਹੈ ਫਰੇਮ। ਹਾਂ ਤੇ ਹੁਣ ਤੁਸੀਂ ਹੈਂਡਲ ਛੱਡਤਾ ਵਾ, ਤੇ ਹੁਣ ਉਹ ਗੱਡੀ ਅਗਰ ਇੰਜਨ ਗਈ ਨਾ ਤਾਂ ਸਟੀਅਰਿੰਗ ਨੇ ਆਪੇ ਇੰਜ ਕਰਕੇ ਉਹਦੇ ਵਿੱਚ ਰਹਿਣਾ। ਉਹ ਵੀ ਲਵਾਈ? ਉਹ ਤੇ ਪਹਿਲੇ ਦਾ ਸੀ ਇਹਦੇ। ਅੱਛਾ ਆਟੋ ਪਾਰਕਿੰਗ। ਹਾਂਜੀ ਉਸਤਾਦ ਜੀ, ਅੱਛਾ ਉਹ ਵੀ ਏਸੀ ਇਹਦੀ ਗੱਡੀ ਨੂੰ ਚਿੱਲ ਹੈਗਾ ਚਿੱਲ। ਆਟੋ ਪਾਰਕਿੰਗ ਕਿਦਾਂ ਲਾਈ ਦੀ ਉਹ 'ਚ ਲੱਗੇਗੀ? ਉਹ ਸਕਰੀਨ ਜਿਹੜੀ ਸਾਹਮਣੇ ਲੱਗੀ ਹੁੰਦੀ ਉਹਦੇ ਤੇ ਲੱਗੀ ਹੁੰਦੀ ਹੈ ਨਾ। ਅੱਛਾ ਉਧਰ ਸੱਜੇ ਖੱਬੇ ਦੇਖ ਕੇ, ਸ਼ੀਸ਼ਾ ਦੇਖ ਕੇ ਪੂਰੀ ਗੱਡੀ ਇੰਜ ਪਿੱਛੋਂ ਸੇਲ ਨੂੰ ਕਹਿਣਾ ਆਉਂਦੇ ਕਰਕੇ ਕੈਮਰਾ ਉਹ ਆਟੋ ਲੱਗ ਜਾਏਗੀ ਪਾਰਕ। ਪਿੱਛੇ ਕੈਮਰਾ ਨਹੀਂ ਸੀ ਲਵਾਇਆ, ਡਿੱਗੀ ਖੋਲ ਕੇ ਸੇਲ ਭਾਇਆ ਸੀ, ਉਹ ਦੱਸਦੇ ਪਾਪਾ ਜੀ ਆਣ ਦਿਓ ਉਹ ਦੱਸਦੇ ਪਿੱਛੋਂ। ਉਹਦਾ ਨਾ ਬੈਕ ਕੈਮਰਾ ਰੱਖਿਆ। ਨਹੀਂ ਹੁਣ ਬਿਲਕੁਲ ਸਹੀ ਕਰ ਲਾ, ਓਕੇ ਕਰ ਲਾ। ਓਕੇ ਕੀਤਾ, ਆਪਣੀ ਲਾਈਫ ਹੁਣ ਰਹਿ ਗਈ। ਉਹ ਜਿਹੜੀ ਉਹ ਵੀ ਬੀਮ ਤੇ ਲਾਈਟ ਨਹੀਂ ਉੱਪਰ ਥੱਲੇ ਵਾਲੀ ਲਾਈਟ, ਉਹ ਵੀ ਆਟੋ ਕਰਾ ਲੈਣੀ ਤਾਂ ਕਿ ਹਨੇਰਾ ਹੋਵੇ ਤਾਂ ਆਪੇ ਮਿਹਨਤ ਹੋ ਜਾਵੇ, ਅੱਗੋਂ ਲਾਈਟ ਆਵੇ ਤਾਂ ਆਪੇ ਡਿਮ ਹੋ ਜਾਵੇ। LCD ਲਾਈਟਾਂ ਜਿਹੜੀਆਂ ਨਾ ਬਹੁਤ ਪਿਆਰੀਆਂ, ਜਿੰਨੇ ਧੁੰਦ ਪਾੜ ਕੇ ਜਾਣਾ ਪਏ। ਓਏ ਠੀਕ ਹੈ ਉਹ ਮੈਂ ਵਾਹ ਸਾਡੀ ਨਹੀਂ ਉਹ ਸਾਰੇ ਸਿਸਟਮ ਬਣਵਾਈ ਫੈਸਲ। ਉਸਤਾਦ ਮੋਹਤਰਮ ਕੋਈ ਮੈਂ ਤੁਹਾਨੂੰ ਕਿਹਾ ਨਾ ਗੱਡੀ ਤੋਂ ਬਾਅਦ ਫਿਰ ਜ਼ਿੰਦਗੀ ਰਹਿ ਜਾਣੀ। ਹਾਂ ਇਹਨੂੰ ਆਪਣੇ ਆਪ ਨੂੰ ਰਿਪੇਅਰ ਕਰਨਾ, ਸਹੀ ਗੱਲ ਆ। ਜ਼ਿੰਦਗੀ ਉਹ ਜਿਹੜੀ ਸਕੂਨ ਚ। ਇੱਕ ਹੁਣ ਨਵੀਂ ਗੱਡੀ ਆਈ ਆ, ਉਹ ਖਲੋਤੀ ਨਾ ਇੰਜ ਮੁੜ ਜਾਂਦੀ ਹੁਣ। ਹਾਂ ਬੈਕ ਨਹੀਂ ਕਰਨਾ ਪੈਂਦਾ, ਉਹ ਪਿੱਛੇ ਉਹ ਜ਼ਿਆਦਾ 600-700 ਰੁਪਏ ਦਾ ਪੁਰਜ਼ਾ ਲੱਗਦਾ ਪਿਛਲੇ ਟਾਇਰਾਂ 'ਚ। ਉਹ ਇੰਜ ਖੜੀ ਆ ਨਾ ਗੱਡੀ, ਅਗਲੇ ਟਾਇਰ ਇੰਜ ਕਰੋ ਉਹਨੂੰ ਉੱਥੇ ਹੀ ਇੰਜ ਕਰਕੇ ਇੱਧਰ ਨੂੰ ਚੱਲ ਜਾਣਾ, ਉੱਥੇ ਖਲੋਤੀ ਨਹੀਂ, ਯਾਨੀ ਉਨੀ ਜਗ੍ਹਾ ਤੋਂ ਉਹਨੇ ਇੰਜ ਹੋ ਜਾਣਾ। ਇਹ ਸਿਸਟਮ ਕਰਾਇਆ ਨਾ ਉਹ ਘਰ। ਕਰਾਈ ਸਿਸਟਮ ਇਸ ਤਰ੍ਹਾਂ ਸਹੀ ਪਿੱਛੇ ਮੈਨੂੰ ਇਜਾਜ਼ਤ ਚਾਹੀਦੀ, ਸਾਰਿਆਂ ਦੇ ਸਾਹਮਣੇ ਮੈਂ ਲੈ ਰਿਹਾ ਕਿਉਂਕਿ ਬਾਅਦ ਚ ਮੈਂ ਗੱਲਾਂ ਨਹੀਂ ਸੁਣਨੀਆਂ। ਤੁਹਾਡੀ ਇਜਾਜ਼ਤ ਨਾਲ ਪਿੱਛੇ ਤੁਹਾਡੀ ਤਸਵੀਰ ਲਵਾ ਲਾਂ। ਨਹੀਂ ਯਾਰ ਪਤਾ ਕੀ ਉਹ ਐਵੇਂ ਨਾ ਲਵਾਈ ਤਸਵੀਰ, ਕਿਉਂ? ਐਵੇਂ ਬਾਰ-ਬਾਰ ਲੋਕੀ ਰੋਕਣਗੇ, ਕਹਿਣਗੇ ਕਿ ਅੱਛਾ ਇਸ ਤਰ੍ਹਾਂ ਨਹੀਂ। ਉਹ ਮੇਰਾ ਮਸਲਾ ਤੂੰ ਆਪਣੀ ਲਵਾ ਲੈਣਾ। ਤੁਹਾਡੀ ਕਿਉਂ ਲਵਾਂ? ਤੇਰੀ ਗੱਡੀ ਪਤਾ ਕਿਉਂ ਨਹੀਂ ਸਹੀ ਹੋ ਰਹੀ? ਪਿੱਛੇ ਲਹਾ ਮਾਂ ਕੀ ਦੁਆ, ਉਹ ਤੂੰ ਲਿਖਾਉਂਦਾ ਨਹੀਂ। ਜਿਹਦੀਆਂ ਦੁਆਵਾਂ ਨਾਲ ਤੈਨੂੰ ਗੱਡੀ ਮਿਲੀ ਆ ਉਹਦਾ ਤੂੰ ਨਾਂ ਨਹੀਂ ਲਿਖਾਉਂਦਾ, ਤੇਰੀ ਇਸ ਤੋਂ ਬੇੜਾ ਕਰ ਅੱਜ ਕਹਿੰਦਾ ਖਰਾਬ ਹੋਈ ਜਾਵੇ ਭਾਈ, ਮੈਂ ਨਹੀਂ ਲਿਖਾਣਾ। ਨਹੀਂ ਯਾਰ ਬਾਈਕਾਟ ਕੀਤਾ। ਮੈਂ ਗੱਡੀ ਜਦੋਂ ਲਈ ਹੈ ਨਾ, ਕਸਮ ਵਾਲੀ ਗੱਲ ਹੈ। ਔਰ ਅੱਛਾ ਨਹੀਂ ਲਿਖਾਉਣਾ। ਮਾਂ ਕੀ ਦੁਆ ਜਦੋਂ ਲਿਖਿਆ ਹੋਵੇ, ਜਿਸ ਰੰਗ ਨਾਲ ਲਿਖਣਾ, ਉਹ ਰੰਗ ਦੀਆਂ ਥੋੜ੍ਹੀਆਂ ਧਾਰਾਂ ਵੀ ਥੱਲੇ ਚੋਂਦੀਆਂ, ਫਿਰ ਹਾਂ ਸੋਹਣਾ ਬਣੇਗਾ। ਲੇਕਿਨ ਉਹ ਸਾਜੀ ਮੈਂ ਜਦੋਂ ਗੱਡੀ ਲਿਆਂਦੀ ਨਾ ਤੇ ਉਹ ਸਭ ਤੋਂ ਪਹਿਲੇ ਇੱਕ ਛੋਟਾ ਜਿਹਾ ਖੁੱਸਾ ਉੱਟ ਗਿਆ ਸੀ ਅੱਗੇ। ਖੁਸਰਾ ਉਹ ਟੰਗੀ ਦਾ ਹੁੰਦਾ ਅੱਗੇ, ਮੈਂ ਮਹੀਨਾ ਡੇਢ ਮਹੀਨਾ ਟੰਗੀ ਰੱਖਿਆ। ਅੱਛਾ ਉਹਦਾ ਕੀ ਹੋਇਆ? ਵਾਪੀ ਵੇਲਾ ਤੱਕ ਉਹਦੇ ਨਾਲ ਸਾਜੀ ਉਹ ਨਾ ਨਜ਼ਰ ਨਹੀਂ ਲੱਗਦੀ। ਉਹ ਹੁੰਦਾ ਸਾਡੇ ਅਸੀਂ ਨਵਾਂ ਘਰ ਬਣਾਈਏ ਨਾ ਤੇ ਉਸ ਉੱਤੇ ਹਾਂਡੀ ਰੱਖੀ ਦੀ ਹੈ ਮੁੱਦਾ ਕਰਕੇ। ਠੀਕ ਹੈ ਹਾਂਡੀ ਅਭੀ ਆਂਢੀ ਗੁਆਂਢੀ ਨੂੰ ਪਤਾ ਲੱਗ ਜਾਵੇ ਜੋ ਪਕਾਉਣਾ ਥੋੜਾ ਜਿਹਾ ਉਹਦੇ ਚ ਵੀ ਪਾ ਜਾਣਾ। ਅਸੀਂ ਆ ਗਏ ਇਸ ਗਲੀ ਚ। ਪੁੱਠੀ ਰੱਖਣੀ, ਸਿੱਧੀ ਨਹੀਂ ਗੱਲ ਕੀਤੀ। ਤੇਰੀ ਸਿੱਧੀ ਰੱਖੀ ਸੀ। ਅੱਛਾ ਹੋਰ ਕੀ ਫੈਸਲ ਹੁੰਦਾ ਤੇਰਾ? ਡੈਸ਼ਬੋਰਡ ਨਵਾਂ ਸਾਰਾ ਯਾਰ ਦੱਸ। ਡੈਸ਼ਬੋਰਡ ਜਿੱਥੇ ਗੱਡੀ ਮੈਂ ਲੈ ਸਕਦਾ, ਡੈਸ਼ਬੋਰਡ ਨਹੀਂ ਲਵਾ ਸਕਦਾ। ਪੈਡਲ 2 ਆ ਕਿ 3? ਆਟੋ ਆ 3 ਆਟੋ ਚ 3 ਹੁੰਦੇ, ਬ੍ਰੇਕ, ਰੇਸ ਤੇ ਕਲਚ, ਤਿੰਨੇ ਹੀ। ਹਾਂਜੀ ਤਿੰਨੇ ਸ਼ੁਕਰ। ਤੇ ਹੈਂਡ ਬ੍ਰੇਕ ਵੀ ਬਟਨ ਵਾਲੀ ਐ, ਬਟਨ ਕਰਕੇ ਇੰਜ ਕਰ ਲਓ ਬਸ। ਓਏ ਨਹੀਂ ਚੱਲੇ ਪੈਰਾਂ 'ਚ ਮੈਟ ਵਿਛਾਇਆ ਕਿ ਬੋਰੀ ਵਿਛਾਉਣੀ? ਨਹੀਂ ਮੈਟ ਬੋਰੀ ਕਾ ਤੋਂ ਵਿਛਾਉਣੀ? ਨਹੀਂ ਹੋ ਸਕਦਾ ਨਾ। ਆਂਡਾ ਪੀਸ ਚ ਬੋਰੀ ਦਾ ਕੀ ਕੰਮ? ਆਂਡਾ ਪੀਸ ਉਹਨੇ ਮੈਨੂੰ ਦੇਣਾ, ਰੁਪਈਏ ਉਹਨੇ ਮੈਨੂੰ ਲੈਟਾਂ ਉੱਤੇ ਥੱਲੇ ਹੁੰਦੀਆਂ।
ਹੈਂ? ਅੱਗੋਂ ਇਹ ਤਾਂ ਬਟਨ ਤੋਂ ਲਾਈਟ ਇੰਜ ਥੱਲੇ ਹੁੰਦੀ, ਲਾਈਟ ਦੀ ਡਾਇਰੈਕਸ਼ਨ ਚੇਂਜ ਹੁੰਦੀ। ਨਹੀਂ ਜੀ, ਲਾਈਟਾਂ ਉੱਥੇ ਦੇ ਪਿੱਛੇ ਗੱਡੀ ਚੁੱਕੀ ਜਾਂਦੀਆਂ ਹੈ, ਅੱਛਾ ਹਾਂ ਲਾਈਟਾਂ ਉੱਥੇ ਜਾਂਦੀਆਂ। ਲੈਟਾਂ ਗੱਲ ਸਾਜੀ ਹੁਣ ਮੈਂ ਤੁਹਾਨੂੰ ਦੱਸਾਂ, ਉਹ ਇਧਰਲੀ ਸਾਈਡ ਨਹੀਂ ਜਿਹੜੀ ਜਿੱਥੋਂ ਤੋਂ ਉਹ ਕਮੇਟੂ ਹੁੰਦਾ ਜਿਹੜਾ ਜਿਹਦੇ ਨਾਲ ਹਾਂ ਉਹ ਜਿਹਦੇ ਨਾਲ ਲਾਈਟ ਚੱਲਦੀ ਏ, ਉਹ ਅਕਸਰ ਵੇਖਣਾ ਹੁੰਦਾ ਕਿ ਦੋ ਹੁੰਦੇ ਆ ਇੱਕ ਵਾਰੀ। ਮੇਰੇ ਉਹ 2-3 ਵਾਰੀ ਆ, ਪਹਿਲੇ ਹਾਈ, ਓਵਰ ਹਾਈ ਤੇ ਹਾਲ ਐਕਸਟਰਾ ਤੇ ਹਾਂ ਉਹ ਹਾਈ, ਓਵਰ ਹਾਈ ਤੇ ਸਭ ਤੋਂ ਹਾਈ। ਠੀਕ ਹੈ, ਲੇਕਿਨ ਮੇਰੇ ਕੋਲ ਨਹੀਂ ਹੋਰ ਸਟੈਪ ਆਏ ਇਸ ਤੋਂ ਵੀ ਹੋਈ। ਆਹੋ ਲੇਕਿਨ ਮੇਰੇ ਕੋਲ ਨਹੀਂ ਹੈ ਉਸ ਤੋਂ ਅੱਗੇ ਤੋਬਾ ਹਾਈ। ਫਿਰ ਫਾਈਨਲ ਹੋਈ। ਆਹੋ ਫਿਰ ਉਸ ਤੋਂ ਉੱਤੇ ਹੈਗਾ ਵੀ ਇਸ ਤੋਂ ਹੁਣ ਉੱਤੇ ਨਹੀਂ ਹਾਈ। ਨਹੀਂ ਲੇਕਿਨ ਉਸ ਸਾਜੀ ਉਹ ਮੇਰੇ ਨਾਲ ਹੋਰ ਸਿਸਟਮ ਹੈ। ਉਹ ਗੱਡੀ ਹੈ ਨਾ, ਜਦੋਂ ਲਾਈਟ ਚਲਾਣੀ ਹੈ ਨਾ, ਉਹਨੂੰ ਥੱਲੇ ਕਰਨਾ, ਉਹਨੇ ਹਾਈ ਹੋ ਜਾਣਾ, ਸਾਹਮਣੇ ਹਰੀ ਲਾਈਟ ਵੀ ਬਲ ਜਾਣੀ, ਹਾਂ ਉਹਨੂੰ ਥੱਲੇ ਕਰਨਾ, ਹਾਂ ਸਾਹਮਣੇ ਹਰੀ ਉਹ ਫਿਰ ਬਲਦੀ ਰਹਿੰਦੀ ਹੈ। ਉਹ ਬਲਦੀ ਰਹਿੰਦੀ ਹਰੀ। ਹਾਂ ਉਹ ਜਿਹੜੇ ਦੋ ਇੱਕੋ ਵਾਰੀ ਬਟਨ ਨੱਪ ਤੋਂ 2 ਇਸ਼ਾਰੇ ਚੱਲਦੇ ਆ। ਹਾਂ, ਉੱਥੇ ਰੈਡ ਜਿਹਾ ਲੱਗਾ ਹੋਇਆ, ਤੀਰ ਟੈਪ ਬਣਿਆ ਹੋਇਆ ਨਹੀਂ। ਅੱਛਾ ਕਿੰਨੇ ਪੈਸੇ ਲੱਗੇ ਗੱਡੀ ਦੇ? ਟੋਟਲ ਮੈਨੂੰ 8 ਚ ਪੈ ਗਈ ਸਾਈ। ਹੁਣ ਕਿੰਨੇ ਲੱਗੇ ਆ? 8 ਚ ਪੈ ਗਈ ਹੁਣ ਕਿੰਨੇ ਲੱਗਣੇ ਆ? 2 ਦਿਨ ਹੋਣ ਲੋੜ ਸਾਈ। 2 ਤੇ ਹੋਰ ਲਾ ਦੇਣਾ। ਤੇਰੇ ਵਰਗਾ ਜਾਹਲ ਦੁਨੀਆ ਤੇ ਕੋਈ ਨਹੀਂ ਹੋਣਾ। ਕਿਉਂ? ਟੋਟਲ ਹੁਣ ਤੱਕ ਕਿੰਨੇ ਲੱਗ ਗਏ? ਇਸ 2 ਤੋਂ ਪਹਿਲੇ ਕਿੰਨੇ ਲੱਗ ਗਏ ਸੀ? ਤਕਰੀਬਨ ਪੈ ਗਈ 6 ਸਵਾ 6 ਨਹੀਂ ਗੱਡੀ ਦੇ ਉੱਤੇ ਜਿਹੜੇ ਪੈਸੇ ਲੱਗੇ, 1.5 1.5 ਤੇ 2 ਹੁਣ ਲੱਗ ਗਏ, 3.5। ਇਹ ਫਿਰ 2-3 ਮਹੀਨੇ ਬਾਅਦ ਤੂੰ ਲੱਖ ਲਾਉਣਾ। ਨਹੀਂ ਤੈਨੂੰ ਸਮਝ ਨਹੀਂ ਆਈ, ਤੂੰ ਜਾਹਲ ਆ, ਤੈਨੂੰ ਅਕਲ ਮੌਤ ਨਹੀਂ। ਕਿਉਂ? ਕਿਉਂਕਿ ਇਹ ਤੂੰ 2 ਤੇ ਲਾ ਕੇ ਤੂੰ ਵੇਚ, ਫਿਰ ਇਹਨਾਂ ਦੀ ਵਿਕਣੀ। ਨਹੀਂ ਹਾਂ ਹੁਣ 8 ਲੱਖ ਰੁਪਈਆ ਮਿਲ ਰਿਹਾ ਮੈਨੂੰ। ਏਦਾਂ ਹੀ ਐਦਾਂ ਨਹੀਂ, 8 ਲੱਖ ਉਹ ਫਿਰ ਜਿਹੜਾ ਤੈਨੂੰ ਲਾ ਰਹੇ ਉੱਤੇ ਤੂੰ ਵੱਡਾ ਜਾਹਲ। ਤਾਂ ਦੇ ਮੁਹਤਰਮ 8 ਲੱਖ ਦੀ ਗੱਡੀ ਹੈ ਤੇ ਮੈਨੂੰ ਇੱਕ ਕਾਲ ਆਈ ਹੈ, ਪ੍ਰਿੰਸ ਪਰਲ ਉਸ ਬੰਦੇ ਕੋ ਗੱਡੀ ਹੈ 2024 ਮਾਡਲ, ਪ੍ਰਿੰਸ ਪਰ ਪਾਕਿਸਤਾਨੀ ਗੱਡੀ। ਉਹਨੇ ਕਿਹਾ ਫੈਸਲ ਸਾਹਿਬ ਇਹ ਗੱਡੀ ਲੈ ਕੇ ਨਾ, ਇਹ 골ਡਨ ਪਰ ਲੱਗੇ ਨੇ ਗੱਡੀ। ਹੈ ਉਹ ਯਾਰ ਉਹਨੇ ਕਿਹਾ ਗੱਡੀ ਲੈ ਲਓ, ਨਾਲ ਕਿੰਨੇ ਪੈਸੇ? ਉਹ ਕਹਿੰਦਾ ਜੀ ਇਹ ਗੱਡੀ ਲੈ ਲਓ ਤੇ ਉਹ ਮੈਨੂੰ ਦੇ ਦਿਓ ਉਂਝ ਹੀ, ਕੋਈ ਪੈਸਾ ਨਾਲ ਨਹੀਂ ਦੇਣਾ। ਅੱਛਾ ਅਦਲੀ ਬਦਲੀ ਕਰ ਲਓ, ਅਦਲੀ ਬਦਲੀ ਕਰ 2024 ਦੇ ਨਾਲ। ਆਹੋ, ਤਾਂ ਮੈਂ ਆਪਣੇ ਮਿਸਤਰੀ ਨਾਲ ਗੱਲ ਕੀਤੀ, ਮੈਂ ਕਿਹਾ ਪ੍ਰਿੰਸ ਪਰਲ ਯਾਨੀ ਕਿ ਗੱਡੀ ਦੇ ਰਿਹਾ। ਉਹ ਕਹਿੰਦਾ ਜੀ ਨਾਲ ਉਹਨੂੰ ਪੁੱਛੋ ਪੈਸੇ ਕਿੰਨੇ ਦੇਗਾ। ਮਿਸਤਰੀ ਕਹਿੰਦਾ ਆਹੋ, ਤੇ ਸਹੀ ਗੱਲ ਆ, ਉਹਨੂੰ ਪਤਾ ਵੀ ਜੇ ਇਹਨੇ ਵਟਾ ਲਈ ਤੇ ਮੈਂ ਤੇ ਗਿਆ। ਹਾਂ, ਇਹ ਤਾਂ ਮੈਂ ਤੁਹਾਨੂੰ ਸਮਝਾਉਣਾ ਚਾਹ ਰਿਹਾ ਵਾਂ। 24 ਮਾਡਲ 24 ਮਾਡਲ ਤੇ ਤੇਰੀ ਵੀ ਕੋਈ ਐਡੀ ਪੁਰਾਣੀ ਤੇ ਨਹੀਂ, ਨਹੀਂ ਤੇਰੀ ਤੇ ਬਹੁਤ ਪੁਰਾਣੀ ਆ। ਇਹਨੂੰ ਉਸਤਾਦ ਜੀ ਪ੍ਰਿੰਸ ਪਰਲ ਗੱਡੀ ਜਿਹੜੀ ਹੈ ਉਸਤਾਦ ਮੁਹਤਰਮ, ਉਹ ਅਪਲਾਈਡ ਫॉर 13 ਲੱਖ ਰੁਪਏ ਦੀ ਹੈ। ਇਹਦੀ ਗੱਡੀ ਉਸਤਾਦ ਜੀ ਇੰਨੀ ਪੁਰਾਣੀ ਆ, ਦੱਸਣਾ 10 ਦੇ ਵਿੱਚੋਂ ਫਰੌਨ ਦੇ ਫਿੰਗਰਪ੍ਰਿੰਟ ਲੱਭੇ ਆ। ਨਹੀਂ, ਜਿਹੜੀ ਸਟਾਰ ਜੀ ਉਹਦੇ ਡੈਸ਼ਬੋਰਡ 'ਚ ਹਿਟਲਰ ਦੀਆਂ ਤਸਵੀਰਾਂ ਨਿਕਲੀਆਂ। ਲੇਕਿਨ ਉਸਤਾਦ ਜੀ ਪ੍ਰਿੰਸ ਪਰਲ ਦੇ ਬਾਰੇ ਚ ਹੈ ਤੁਹਾਡੇ ਕੋਲ? ਨਹੀਂ ਭਾਈਜਾਨ, ਮੈਨੂੰ ਨਹੀਂ ਪਤਾ ਪ੍ਰਿੰਸ ਪਰਲ ਦਾ। ਉਹ ਜਿਹੜੀ ਵੀ ਆ ਨਵੀਂ ਤੇ ਹੋਊਗੀ ਨਾ। ਹਾਂ ਹਾਂ ਅੱਛਾ ਜੀ, ਹਾਂਜੀ। ਉਹ ਮੈਨੂੰ ਉਹਨੇ ਮਨਾ ਕੀਤਾ, ਕਹਿੰਦਾ ਨਹੀਂ ਲੈਣੀ ਜੀ। ਓਏ ਉਹ ਪਾਗਲ ਆ, ਤੈਨੂੰ ਕਵੇ ਵੀ ਲੈ ਲਾ। ਉਹਦੀਆਂ 4-5 ਹਲੇ ਕਮੇਟੀਆਂ ਰਹਿੰਦੀਆਂ, ਉਹ ਤੇ ਪੂਰੀਆਂ ਕਰਾ ਦੇ। ਉਹਦੀ ਹਲੇ ਕਾਂਗਰੇ ਦੀ ਵਰਕਸ਼ਾਪ ਦੀ ਬਣਨ ਵਾਲੀ, ਥੋੜੀ ਕਾਰ ਤੋਂ ਤਾਂ ਬਣਾਉਣਾ ਸਾਰਾ ਕੁਝ। ਆਹੋ ਉਹਨੇ ਨਹੀਂ ਵਿਕਣ ਦੇਣੀ ਉਸਤਾਦ ਜੀ। ਜਿਹੜੀ 24 ਮਾਡਲ ਨਾਲ ਇਹਨਾਂ ਨੂੰ ਮੁਫਤ ਮਿਲ ਰਹੀ, ਉਹ ਲੱਗਦਾ ਐ ਸਟਾਰਟ ਹੁੰਦੀ ਹੋਣੀ ਹੈ। ਚਲੋ ਵੀ ਯਾਰ ਇੰਜ ਵੀ ਹੋ ਜਾਏ, ਚੱਲ ਨਵੀਂ ਤਾਂ ਹੋਊਗੀ। ਆਂਡਾ ਪੀਸ ਬਣਾ ਕੇ ਗੱਡੀ ਨਿਕਲੀ ਐ ਤੇ ਵਰਕਸ਼ਾਪ 'ਚੋਂ ਤੇ ਇੱਕ ਵੈਗਨ ਵਾਲਾ ਛਿੱਲ ਗਿਆ ਆਂਡਾ ਨੂੰ। ਆਂਡਾ ਪੀਸ ਬਣਾਈ ਤਾਂ ਸੇ ਨਿਕਲਿਆ, ਇੱਕ ਬੰਦਾ ਕਹਿੰਦਾ ਚੂਚਾ ਨਿਕਲਿਆ ਜੀ। ਪਰ ਕੋ ਭਾਈ ਵਿੱਚ ਚੂਚਾ ਨਿਕਲ ਆਇਆ ਜਾਂਦੇ। ਅੱਛਾ ਤੇ ਹੁਣ ਖਿਲਾਰਦਾ ਤਾਂ ਬਾਹਰ ਹੀ ਆ ਕਰਦੇ? ਨਹੀਂ ਇਹ ਤੇ ਵਰਕਸ਼ਾਪ ਕੋਲ ਨਹੀਂ, ਉਸ ਤੋਂ ਬਾਅਦ ਘਰ ਦੇ ਬਾਹਰ ਖੜੀ ਹੁੰਦੀ ਨਾ। ਘਰ ਦੇ ਬਾਹਰ ਉਸਤਾਦ ਜੀ। ਉਹ ਮਿਸਤਰੀ ਹੁਣ ਘਰ ਹੀ ਆ ਗਿਆ ਵਾ। ਉਹ ਬੱਚੇ ਇੱਥੇ ਲੈ ਆਏ ਭਾਈ, ਉਹਨੇ ਭਾਈ ਫੈਸਲ ਦੀ ਗੱਡੀ ਦਾ ਕੰਮ ਪੜਿਆ, ਉਹ ਇੱਥੇ ਰਹਿਣ ਡਿਆ ਵਾ। ਅੱਛਾ ਹਾਂਜੀ, ਘਰ ਹੀ ਵਰਕਸ਼ਾਪ ਬਣ ਗਈ, ਹਰ ਚਾ ਖੋਲੀ ਹੁੰਦੀ ਆ ਉੱਤੇ ਰਹਿ ਰਿਹਾ ਉੱਤੇ। ਅੱਛਾ ਇਹ ਹੁਣ ਥੱਲੇ ਰਹਿ ਰਹੇ, ਮਿਸਤਰੀ ਉੱਤੇ ਰਹਿ ਰਿਹਾ ਵਾ। ਤੇ ਗੱਡੀ ਦਰਮਿਆਨ ਚ ਆ। ਹਕੂਮਤ ਨੇ ਇਹਨਾਂ ਦੇ ਘਰ ਨੂੰ ਸਭ ਵਰਕਸ਼ਾਪ ਕਰਾਰ ਦੇ ਦਿੱਤਾ। ਨਹੀਂ ਮੈਨੂੰ ਤੇ ਇਹ ਦੱਸ ਵੀ ਗੱਡੀ ਚਲੋ ਸ਼ਕਲ ਸੂਰਤ ਨੂੰ ਤੂੰ ਦਾ ਇੰਜਨ ਵਾਈ ਤੁਹਾਨੂੰ ਠੀਕ ਕਰਾ ਲੈਂਦਾ ਇੰਜਨ 16 ਨੇ, ਤੇ ਫਿਰ ਉੱਤੇ ਕਾਹਤੋਂ 2 ਲੱਖ ਲਾਏ? 2 ਲੱਖ ਉੱਤੇ ਕਾਹਤੋਂ ਲਾਇਆ ਫਿਰ? ਉਹ ਡੈਂਡਿੰਗ ਦੀ ਕੀ ਲੋੜ ਸੀ ਤੈਨੂੰ? ਸ਼ਾਵਰ ਡੈਂਡਿੰਗ ਪੇਂਟ ਕੀ ਲੋੜ ਸੀ ਤੈਨੂੰ? ਉਸਤਾਦ ਜੀ ਮੈਂ ਆਪਣੀ ਸ਼ਖਸੀਅਤ ਦੇ ਮੁਤਾਬਕ ਕਰਨੀ ਹੈ, ਕੀ ਹੋ ਗਿਆ? ਤੇ ਫਿਰ ਉਹਦੇ ਤੇ ਸਗੋਂ ਤੁਸੀਂ ਦੇਖਿਆ ਕਦੇ ਵੀ ਗੱਡੀ ਨੂੰ ਮਾਸਟਰ ਪੇਂਟ ਹੋਣ ਡਿਆ, ਘਰ 4-5 ਬੱਚੇ ਰਲ ਕੇ ਬੁਰਸ਼ ਨਾਲ ਪੇਂਟ ਕਰਦੇ? ਟੋਕਨ ਵਾਲੀ ਉਹ 7 ਰੰਗ ਦਾ ਪੇਂਟ ਕਰਤਾ, ਝੂਲਾ ਲੱਗਣ ਲੱਗੀ ਸੀ ਉਹ। ਇਹਨਾਂ ਨੇ ਕਿਹਾ ਸੇਲ ਤੋਂ ਸਕੂਲ ਵਾਲੀ ਵਾਲਾ ਗੱਡੀ ਪੇਂਟ ਕਰਨੀ ਆ। ਸ਼ਰਾਬ ਦੀ ਛੁੱਟੀ ਕਰੇ, ਸਾਰੇ ਪੇਂਟ ਕਰਨੇ, ਕੱਪਛੇ ਪਾਏ ਆ ਲੱਗੇ। ਉਸ ਵਾਲਾ ਸਿਸਟਮ ਹੀ ਨਹੀਂ ਸੀ ਹੈ। ਇੱਥੇ ਬੜੀ ਮੁਸ਼ਕਲ ਰੋਕਿਆ, ਪਹਿਲੇ ਚਿੱਟਾ ਸੀਮਟ ਫੇਰਨ ਲੱਗੇ ਸੀ। ਇਸਲਾਮ ਦਾ ਚਰਚ ਵਿੱਚ ਨਹੀਂ ਇਹ ਗੱਡੀ ਹੈ ਕਿ ਨਾ, ਤੂੰ ਮਾਰਕੀਟ ਲੈ ਕੇ ਜਾਣੀ, ਰੇਟ ਲਵਾ ਕੇ ਲਿਆਉਣਾ। ਨਹੀਂ ਜੀ, ਮਾਰਕੀਟ ਵਾਲੇ ਕਰ ਦਿੰਦੇ ਆ, ਜਲਾਓ ਘਰਾਓ ਕਰਦੇ ਆ ਉਹ। ਹੈ ਜਲਾਓ ਘਰਾਓ ਕਰਦੇ ਗੱਡੀ ਦੇ ਵਾਲੇ ਦੁਆਲੇ। ਨਹੀਂ ਜੇ ਰੇਟ ਲਵਾ ਲਈਏ ਤਾਂ ਫਿਰ ਕੀ ਹੋਏਗਾ? 5 ਲੱਖ ਦੀ ਵਿਕੇ ਵੇਚਦੀ।
ਇਹਨਾਂ ਦਾ ਅਜ਼ਮ ਹੈ ਕਿ ਮੈਂ ਯਾਰ 10 ਲੱਖ ਉੱਤੇ ਲਾ ਕੇ ਨਾ ਫਿਰ ਇਨਸ਼ਾਅੱਲਾ 6 ਲੱਖ ਦੀ ਵੇਚਣੀ ਹੈ। ਲੇਕਿਨ ਹੁਣ ਇਹ ਵੇ ਅਗਰ 8 ਲੱਖ ਰੁਪਏ ਦੀ ਹੁਣ ਗੱਡੀ ਦੇ ਬਦਲੇ ਮੈਨੂੰ ਗੱਡੀ ਮਿਲ ਜਾਏਗੀ, ਮੈਂ ਗੱਡੀ ਕੋਈ ਵੀ ਅਗਰ ਲੈਣਾ ਵਾ ਨਾ ਤੇ ਨਾਲ ਮੈਨੂੰ ਕੋਈ ਥੋੜੇ ਨੋਟ ਦੇਣੇ ਪੈਣਗੇ। ਅੱਗੇ ਮੈਂ 8 ਲੱਖ ਰੁਪਏ ਦੇਣਾ ਸੀ, ਹੁਣ ਮੈਂ 5 ਲੱਖ ਰੁਪਏ ਦੇਣਾ। ਬੜੀ ਗੱਲ ਆ। ਤੇ ਉਹੀ ਤੂੰ ਉਹਨੂੰ 7 ਦੇ ਦਿੰਦਾ ਤੇ ਗੱਡੀ ਚੰਗੀ ਲੈ ਲੈਂਦਾ। ਉਹ 8 ਤੋਂ ਘੱਟ ਮੰਨਣਾ ਨਹੀਂ ਰਿਹਾ। ਮੈਂ ਯਕੀਨ ਮੈਨੂੰ ਕਿਹਾ, ਮੈਂ ਕਿਹਾ ਸੈਂਟਰੋਂ ਤੁਸੀਂ 4 ਲੱਖ ਮੈਨੂੰ ਦਿਓ, 4 ਲੱਖ ਦੀ 27 ਤੁਹਾਨੂੰ ਪੈਸੇ ਦੇਣਗੇ, ਤੁਸੀਂ ਕੋਰੇ ਲਵੋ। ਯਾਰ ਲਾਹੌਰ ਨਹੀਂ ਉੱਥੇ ਜਾ ਸਕਦਾ ਵਿਚਾਰਾ, ਕਿਉਂ ਨਹੀਂ ਜਾਂਦਾ? ਨਹੀਂ ਜਾ ਸਕਦਾ। ਸਾਰੇ ਇਹ ਸ਼ੇਖੂਪੁਰ ਤੱਕ ਜਾਂਦੇ ਆ, ਅੱਗੋਂ ਬੱਚਾ ਲੈਣ ਆਉਂਦਾ ਉਧਰੋਂ ਲਾਹੌਰ ਵਾਲਿਆਂ ਦਾ ਕਾਰ ਤੋਂ ਕਿਹੜੀ ਕਰਦੇ ਹਾਜੀ ਦੇ ਹੋਟਲ ਤੇ। ਕਿਸ ਕਿਸਮ ਦੀ ਮੈਂ ਕੱਲ ਹਾਜੀ ਦੇ ਹੋਟਲ ਤੋਂ ਛੋਟਾ ਕੀਮਾ ਤੇ ਮਟਰ ਖਾਦੇ ਨੇ। ਛੋਟਾ ਕੀਮਤ ਤੇ ਹਾਂ, ਹਾਜੀ ਦੇ ਹੋਟਲ ਦੀ ਇੱਕ ਵਾਰ ਹੈਗਾ ਉਸਤਾਦ ਜੀ, ਉਹ ਮੈਂ ਨਹੀਂ, ਸਾਰੇ ਹੀ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਜੇ ਉਹਨੇ ਕਹਿਤਾ ਨਾ ਛੋਟਾ ਕੀਮਾ, ਤੇ ਉਸਤਾਦ ਜੀ ਉਹ ਛੋਟਾ ਕੀਮਾ ਹੀ ਆ, 2 ਨੰਬਰ ਨਾ 2 ਨੰਬਰ ਹੀ ਨਹੀਂ। ਜੇ ਉਹਨੇ ਕਹਿਤਾ ਨਾ ਦੇਸੀ ਮੁਰਗਾ, ਤੇ ਦੇਸੀ ਮੁਰਗੀ ਆ, ਯਾਨੀ 2 ਨੰਬਰ ਹੀ ਕੋਈ ਨਹੀਂ, ਕਿਉਂਕਿ ਉਹ ਪੈਸੇ ਜ਼ਿਆਦਾ ਲੈ ਲੈਂਦੇ ਅਗਲੇ। ਹਾਂ, ਮੈਂ ਜਿਹੜੀ ਗੱਲ ਕਰਦਾ ਹੁੰਦਾ ਉਸਤਾਦ ਜੀ ਹਾਂਜੀ ਹਾਂਜੀ, ਕਿ ਪੈਸੇ ਜ਼ਿਆਦਾ ਲੈ ਲਓ। ਵਾਹ ਵਾਹ। 2 ਨੰਬਰ ਕੀਮਾ ਵਿੱਚ ਚਰਬੀ ਮਿਕਸ, ਵੱਡਾ ਛੋਟਾ ਮਿਕਸ ਕਰਕੇ ਪਕਾ ਕੇ ਕਹਿਣਾ ਛੋਟਾ ਕੀਮਾ, ਤੇ ਪਲੇਟ ਵਿੱਚ ਨਹੀਂ 200 ਰੁਪਏ ਦੀ। ਉਹ ਭਾਈ ਤੂੰ 350 ਦੀ ਵੇਚ ਲਾ। ਸਹੀ ਗੱਲ, ਪਿਓਰ ਵੇਜ। ਐਤ ਵਾਲਾ ਵੇਚ। ਤੇ ਉਹ ਕਿਆ ਬਾਤ ਆ, ਮਜ਼ਾ ਆ ਗਿਆ। ਹਾਜੀ ਦਾ ਜਿਹੜਾ ਨਾਲ ਪਿਆਜ਼ ਹੁੰਦਾ, ਮਾਸ਼ ਦੀ ਦਾਲ ਉਹਦੀ ਬੜੀ, ਉਹ ਤਾਂ ਬੜੀ ਹਿੱਟ ਵਾ, ਨਾਲ ਕਣਕ ਦੀ ਰੋਟੀ। ਚਾਲ ਚੱਕੀਆਂ ਦੀ ਦਾਲ ਖਾਧੀ ਤੁਸੀਂ? ਕਿਹਦੀ? ਚਾਲ ਚੱਕੀਆਂ ਦੀ? ਨਹੀਂ ਭਾਜੀ, ਉਹ ਵੀ ਹੈ ਮਸਤਾਨ ਜੀ, ਉਹ ਵੀ। ਉਹ ਉਸਤਾਦ ਜੀ ਕਿੱਥੇ ਤੁਸੀਂ ਜ਼ਿੰਦਗੀ ਕੱਢ ਲਈ, ਤੁਹਾਨੂੰ ਜੇ ਚਾਲ ਚੱਕੀਆਂ ਦਾ ਨਹੀਂ ਯਾਰ ਪਤਾ। ਐਡੀ ਵੀ ਗੱਲ ਨਹੀਂ ਕਿ ਜ਼ਿੰਦਗੀ ਉਹ ਕਿੱਥੇ ਕਰ, ਉਹ ਵੀ ਹਜ਼ਾਰਾਂ ਤਰ੍ਹਾਂ ਉਸਤਾਦ ਜੀ ਮਸ਼ਹੂਰ ਆ, ਖਾ ਲਈ ਠੀਕ। ਗੱਲ ਇਹ ਆ ਕਿ ਸਾਜੀ ਐ ਸ਼ੋਅ ਕਰਕੇ ਆਹੋ, ਤੇ ਗੱਡੀ 'ਚ ਬੈਠੀਏ ਤੇ ਹਾਜੀ ਕੋ ਰੋਟੀ ਖਾ ਗਈ। ਚਲੋ ਬੜੀ ਦੂਰ ਆ ਉਸਤਾਦ ਜੀ। ਉਹ ਨਹੀਂ ਯਾਰ, ਘੰਟੇ ਚ ਕੈਂਡੀਡੇਟ ਚ ਆਣਾ ਆਪਾਂ ਨਹੀਂ ਬਾਹਰ ਨਹੀਂ ਨਹੀਂ, ਜ਼ਿਆਦਾ ਜ਼ਿਆਦਾ ਸਾਨੂੰ 40-45 ਮਿੰਟ ਜਾਣ ਲੱਗਣੇ। ਜਾਣ ਲੱਗਣੇ। ਰੋਟੀ ਉੱਥੇ ਖਾਵਾਂਗੇ, ਨਾਲ ਉੱਥੇ ਇੱਕ ਟੀ ਟਾਈਮ ਕਰ ਲਾਂਗੇ। ਆਪਾਂ ਜ਼ਿਆਦਾ ਤੋਂ ਜ਼ਿਆਦਾ 3 ਘੰਟੇ ਟੀ ਟਾਈਮ ਕਰਕੇ ਵਾਪਸ ਆ ਜਾਣਾ। ਇਹਨਾਂ ਨਹੀਂ ਨਹੀਂ, 2 ਘੰਟੇ ਜਾਏਗਾ ਆਪਾਂ। ਆਹੋ, ਤੇ ਰੋਟੀ ਨਹੀਂ ਕਰਨਾ। ਤੇ ਜਿਹੜੇ ਰੋਟੀ ਦੇ ਪੈਸੇ ਕੱਟੇ 45 ਮਿੰਟ ਆਉਣ, 45 ਮਿੰਟ ਜਾਣ, ਤੇ ਘੰਟਾ ਟੀ ਟਾਈਮ। ਹਾਂ, ਟੀ ਟਾਈਮ ਵੀ ਕਰ ਲਾਂਗੇ। ਆਣ ਜਾਣ ਵਿੱਚ। ਲੇਕਿਨ ਲੰਗਰ ਤੁਸੀਂ ਕਹੋਗੇ ਕਿ ਲੰਗਰ ਆ, ਖਾਧੀ ਤੂੰ? ਹਾਂਜੀ, ਹਾਂ, ਨਹੀਂ ਛੋਟਾ ਕੀਮਾ। ਉੱਥੇ ਤੁਹਾਡੇ ਨਾਲ ਹੀ ਉਸਤਾਦ ਜੀ। ਹਾਂ ਬਸ ਉਸਤਾਦ ਜੀ ਦੇ ਲਗਰੇ ਅਸੀਂ ਜਾਈਏ। ਇਹ ਹਾਜੀ ਕੋ ਆਪਣਾ ਆਰਡਰ ਵੀ ਦੇਣ ਜਾਵੇ, ਹਾਜੀ ਕਹੂਗਾ ਬੰਦੇ ਨੂੰ, ਉਹ ਇਹਨੂੰ ਰੋਟੀ ਤੇ ਲਾ ਦੇ ਮਾੜਾ ਜਾ ਤੋੜ ਕੇ। ਹਾਂ, ਸਹੀ ਗੱਲ ਹੈ। ਅੱਛਾ ਜੀ। ਤਾਂ ਜੀ ਹੋਰ ਕੋਈ ਬੰਦੇ ਰੋਟੀ ਛੱਡ ਕੇ ਤੇ ਉਹਨਾਂ ਨੂੰ ਕਹਿੰਦਾ ਇਹ ਪੈਕ ਕਰ। ਅੱਛਾ, ਕੋ ਛੱਡ ਕੇ ਤੈਨੂੰ ਕਹਿੰਦਾ ਇਹ ਪੈਕ ਕਰ ਦੋ। ਹਾਂਜੀ ਇਹ ਕਰੋ। ਆਪਣੀ ਦਾਲ ਨਾਲ ਰੋਟੀ ਖਾਣਗੇ ਤੇ ਉਧਰੋਂ ਬੰਦੇ ਕੋਈ ਬਾਟੀ ਨਾਲ ਖਾ ਕੇ ਆਪਣੀ ਬਾਟੀ ਵਿਹਲੀ ਕਰਕੇ ਗਏ ਤੇ ਆਪਣੀ ਰੋਟੀ ਘਸਾਬ ਦਿਆ ਵਿੱਚ। ਆਹੋ, ਨਹੀਂ ਨਹੀਂ, ਬਹੁਤ ਆਲਾ ਯਾਰ ਕਿ ਉਹ ਹੋਟਲ ਵੀ ਐਸਾ ਵਾ, ਉੱਥੇ ਜ਼ਰੂਰਤ ਨਹੀਂ ਕਿ ਅਸੀਂ ਉਹਦੀ ਕੋਈ ਉਹ ਹਾਂਜੀ ਹਾਂਜੀ, ਪਬਲਿਸਿਟੀ ਕਰੀਏ ਜਾਂ ਉਹਦੀ ਕੋਈ ਐਸੇ ਕਰੀਏ। ਨਹੀਂ, ਉਹ ਪੂਰੇ ਪਾਕਿਸਤਾਨ ਜਿਹੜੇ ਉਸ ਰੋਡ ਤੇ ਜਾਂਦੇ ਨੇ ਉਹ ਬ੍ਰਾਂਡ ਆ, ਮਸ਼ਹੂਰ ਨੇ। ਉਸਤਾਦ ਜੀ ਪਾਵੇ ਬਾਈ ਕਹਿੰਦੇ ਨੰਨੇ ਹਾਂਜੀ, ਨੰਨੇ ਦੇ ਪਾਵੇ। ਨੰਨੇ ਦੇ ਪਾਵੇ ਕਿੱਥੇ? ਇਹ ਕਨਾਲ ਰੋਡ ਦੇ ਫੈਸਲ ਹਸਪੀਟਲ ਦੇ ਨਾਲ ਜਿਹੜਾ ਨਹੀਂ ਕਦੇ ਉਹਦੇ ਕਦੇ ਵੀ ਨਹੀਂ ਨਹੀਂ ਉਸਤਾਦ ਜੀ, ਜ਼ਿੰਦਗੀ ਕੱਢਦੀ ਉਸਤਾਦ ਜੀ। ਨਹੀਂ ਨਹੀਂ, ਉਸਤਾਦ ਮੋਹਤਰਮ ਪਾਵੇ ਅੱਛੇ ਆ, ਹਦਾਇਤ ਵਾਲੇ ਆ ਕਿੱਥੇ ਕਰਕੇ? ਇਹ ਛੋਟੇ ਵੱਡੇ ਛੋਟੇ ਵੱਡੇ ਦੋਵੇਂ ਹੁੰਦੇ। ਦੋਨੇ ਹੀ। ਕਿੱਥੇ? ਬਹੁਤ ਮਜ਼ਾ ਆਏਗਾ ਤੁਹਾਨੂੰ। ਆ ਉੱਥੇ ਚੱਲਦੇ ਆ ਅੱਜ। ਕਿੱਥੇ? ਇਹ ਫੈਸਲ ਹਸਪਤਾਲ ਨਹੀਂ, ਹਾਂ, ਉਹ ਜਿਹੜਾ ਕੱਟ ਆਉਂਦਾ ਵਾ, ਉਸ ਤੋਂ ਅੱਗੇ ਜਿੱਥੇ ਮਹਿਸੂਸ ਨਹੀਂ ਲਾਉਂਦਾ, ਉਸ ਤੋਂ ਅੱਗੇ ਆਸਾਨ ਯੂਸਫ ਨਹੀਂ, ਆਸਾਨ ਯੂਸਫ ਉਹਦੀ ਨੁੱਕਰ ਤੇ ਆ। ਪਹਿਲੇ ਸਾਂਝ ਸੁ ਮਿਲ ਹੁੰਦੀ ਸੀ, ਉਹ ਪਾਵੇ ਵਾਲੇ ਨੇ ਲਈ, ਉਹਦੇ ਪਾਵੇ ਨਾ ਹੁੰਦਾ। ਸਿਰਫ ਉਹਨਾਂ 4 ਪਾਵੇ ਸਾੜਦੇ ਹੁੰਦੇ, ਮੇਰੇ ਲੈ ਰਹੀ ਉਹਨਾਂ ਤੇ ਪਾਵੇ ਸਾੜਦਾ। ਪਹਿਲੇ ਉਸਤਾਦ ਜੀ ਉਹਨੇ 4 ਪਾਵਿਆਂ ਤੋਂ ਸ਼ੁਰੂ ਕੀਤਾ, ਇਸ ਟਾਈਮ ਉਹਦੇ 86 ਪਾਵੇ ਵੇਖਦੇ। ਓਏ ਤੁਸੀਂ ਉਹਨੂੰ ਕਹਿਣਾ ਯਾਰ 2 ਪਾਵੇ ਪਾ ਦੇ, ਨਾਲ ਅੱਧੀ ਮੰਜੀ ਪਾ ਦੇ, ਤੁਹਾਨੂੰ ਪਾ ਕੇ ਦੇਗਾ ਬੜਾ ਮਜ਼ਾ ਆਏਗਾ। ਓਏ, ਮਗਜ਼ ਵੀ ਹੁੰਦਾ? ਮਗਜ਼ ਮਗਜ਼ ਤੁਹਾਡੇ ਮਗਜ਼ ਹੋਏਗਾ। ਮਗਰ ਉਸਤਾਦ ਜੀ ਖੱਦ ओए खाद मैंने तेरे नाम लिखा, नहीं उस्ताद तो वाकई से खा के देखो मैं हमने सनम को खाद लिखा, ਤੁਸੀਂ ਇੱਕ ਮੁਰਗੀ ਲਾਣੀ? फिर दूजी लानी। ਨਹੀਂ 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 ਦੂਜੀ ਲੱਗਣੀ ਨਹੀਂ। अच्छा ही? ਤੁਹਾਡੀ ਉਂਗਲਾਂ ਹੀ ਨਹੀਂ ਖੁੱਲਣੀਆਂ ਤੁਹਾਡੀਆਂ। नहीं नहीं फिर नहीं मैं खाने, मैं तो मजबूर होके वापस आवा रहन दे। ਨਹੀਂ 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 ਉਹ ਇੰਨਾ ਸ਼ੋਰਬਾ ਗਾੜਾ ਹੁੰਦਾ ਹੈ। ਉਹ ਤੋਂ ਮਾਫੀ ਦੇਣਾ, ਕਈ ਲੋਕ ਕਹਿੰਦੇ ਨੇ ਨਾ ਯਾਰਾ ਸ਼ੋਰਾ ਪਾਈ ਥੋੜਾ ਜਿਹਾ, ਇਹ ਲਫ਼ਜ਼ ਕੋਈ ਨਹੀਂ ਹੈਗਾ, ਸ਼ੋਰਬਾ। ਬਾਬਾ ਸ਼ੋਰਬਾ ਹੁੰਦਾ ਲਫ਼ਜ਼। ਉਹ ਸਾਜੀ ਉਂਗਲਾਂ ਜੁੜ ਜਾਂਦੀਆਂ, ਤੁਸੀਂ 1-2 ਮੁਰਗੀਆਂ ਲਾਣੀਆਂ, ਫਿਰ ਉਸ ਤੋਂ ਬਾਅਦ ਤੁਸੀਂ ਫਿਰ ਜਾ ਕੇ ਹੱਥ ਧੋਣੇ। ਤੇ ਤੂੰ ਰੋਜ਼ ਉੱਥੇ ਜਾਇਆ ਕਰ, ਤੇਰੀ ਉਂਗਲਾਂ ਤੋਂ ਜੁੜਨ ਹੋ ਜੇ ਤੇ ਬੱਚਿਆਂ ਸੇ ਜੋੜਿਆ ਕੁਛ ਨਹੀਂ ਤੂੰ। ਘਰ ਆ ਕੇ ਬੱਚੋ ਲਾਓ ਜੀ, ਮੈਂ ਸੋਚ ਲਿਆ ਮੈਂ ਤੁਹਾਡੇ ਵਾਸਤੇ ਉਂਗਲਾਂ ਜੋੜ ਆਇਆ। ਕਦੀ ਉਂਗਲਾਂ ਵੀ ਜੋੜੋ ਸਾਰੀ, ਉੱਪਰ ਹੱਥ ਹੀ ਜੋੜੇ। ਆਹੋ ਬੇਸਿਕਲੀ ਉਸਤਾਦ ਜੀ ਅਗਰ ਦੇਖਿਆ ਜਾਏ ਨਾ ਪਾਵੇ ਵੱਡੇ ਹੀ ਖਾਣ ਦਾ ਮਜ਼ਾ ਆਉਂਦਾ, ਪੂਰਾ ਨਵਾਲਾ ਜਿਹਾ ਬਣਦਾ ਨਾ। ਨਹੀਂ ਉਹ ਭਾਈ ਪਚਾਏ ਨਹੀਂ ਜਾਣੇ ਸਾਡੇ ਕੋਲ, ਬਹੁਤ ਹੈਵੀ ਕਰ। ਉਹ ਪਛਾ ਲੈਂਦੇ ਇੱਥੇ ਪਛਾਣਗੇ। ਨਹੀਂ 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 ਉਹਨਾਂ ਕੋਲ ਵੀ ਨਹੀਂ ਪਚਾਏ ਜਾਣੇ। ਅੱਛਾ ਜੀ ਚਲੋ ਫਿਰ ਛੋਟੇ ਖਾਓ। ਇਹ ਛੋਟੇ ਵੱਡੇ ਦਾ ਮੈਨੂੰ ਤੇ ਅੱਜ ਤੱਕ ਇਹ ਕਨਸੈਪਟ ਨਹੀਂ ਪਤਾ ਲੱਗਿਆ, ਕਸਮ ਵਾਲੀ ਗੱਲ ਆ। ਮੈਂ ਇੱਕ ਬੰਦਾ ਕਹਿੰਦਾ ਜੀ ਮੈਨੂੰ ਵੱਡਾ ਗੋਸ਼ਤ ਬਣਾ, ਅੱਛਾ ਚਲੋ ਫਿਰ ਉਹਦਾ ਪੂਰਾ ਹਫਤਾ ਵੱਡਾ ਗੋਸ਼ਤ ਅੱਛਾ ਭਾਜੀ ਚਲੋ ਠੀਕ ਆ ਜੀ, ਤੁਸੀਂ ਛੋਟੇ ਵੱਡੇ ਦਾ ਰੌਲਾ ਨਹੀਂ ਨੇ ਤੇ ਫਿਰ ਮੁਰਗੀ ਦੇ ਵੀ ਤਾਂ ਕੋਈ ਰੌਲਾ ਨਹੀਂ।
ਉਹ ਖਾ ਲਿਆ ਕਰੋ। ਨਹੀਂ ਮੁਰਗੀ ਨਹੀਂ ਮੁਰਗੀ ਦਾ ਫਿਰ ਉਹਨਾਂ ਕੁ ਫਰਕ ਉਹਦਾ ਵੀ ਉਹ ਖਾ ਲਿਆ ਕਰੋ। ਉਹ ਮੁਰਗੀ ਦੀ ਗੱਲ ਛੱਡ ਦਿਓ ਨਾ ਫਿਰ ਇਸ ਗੱਲ ਇੱਕ ਨੂੰ। ਕਰੈਕਟਰ ਕਹਿੰਦੇ ਜੀ ਕਿ ਵੱਡਾ ਗੋਸ਼ਤ ਮਨਾ ਬਈ ਪੂਰਾ ਹਫਤਾ ਉਹ ਸਾਡਾ ਮਹਿਮਾਨ ਸੀ, ਅਸੀਂ ਪੂਰਾ ਹਫਤਾ ਉਹਨੂੰ ਵੱਡਾ ਗੋਸ਼ਤ ਖਵਾਇਆ ਛੋਟਾ ਕਹਿ ਕੇ। ਤੇ ਫਿਰ ਉਹਨੂੰ ਨਹੀਂ ਪਤਾ ਲੱਗਾ। ਨਹੀਂ ਪਤਾ ਲੱਗਾ, ਕੁੱਖ ਵੀ ਨਹੀਂ ਹੋਇਆ। ਹੁਣ ਮੈਂ ਜਾ ਕੇ ਐਂਡ ਤੇ ਦੱਸਿਆ ਮੈਂ ਕਿਹਾ ਸਾਰਾ ਹੀ ਵੱਡਾ ਗੋਸ਼ਤ ਆ। ਹਾਂ ਪੂਰਾ ਹਫਤਾ ਤਰੀਕ ਚ ਗੋਸ਼ਤ ਛੋਟਾ ਕੀ ਉਸ ਤੋਂ ਛੋਟਾ ਵੀ ਨਹੀਂ ਪਕਾ ਸਕਦੇ, ਕਹਿੰਦੇ ਉਸਤਾਦ ਜੀ ਪੂਰਾ। ਫਿਰ ਹੁਣ ਚੱਲੀਏ ਯਾਰ ਜੇ ਖਵਾਉਣੇ ਤੇ। ਭਾਵੇਂ ਹਾਂ। ਵੱਡੇ ਨੇ, ਨਹੀਂ ਛੋਟੇ ਵੱਡੇ ਛੋਟੇ ਜਿਹੜੇ ਵੀ ਹੋਣਗੇ ਖਾ ਲਓ। ਨਹੀਂ ਤੂੰ ਆਪੇ ਕਿਹਾ ਉਹਨਾਂ ਕੋਲ ਛੋਟੇ ਹੁੰਦੇ। ਛੋਟੇ ਹੁੰਦੇ ਨਹੀਂ ਉਹਨਾਂ ਕੋਲ, ਨਹੀਂ ਪਤਾ ਕਰਨਾ ਨਹੀਂ ਹੁੰਦੇ ਭਾਵੇਂ ਵੱਡੇ ਹੀ ਹੁੰਦੇ ਨੇ, ਮੈਂ ਤੁਹਾਨੂੰ ਦੱਸ ਦਿੱਤਾ। ਵੱਡੇ ਹੀ ਹੁੰਦੇ ਨੇ। ਤੇ ਮਗਜ਼ ਵੀ ਨਹੀਂ ਆਇਆ। ਮਗਜ਼ ਨਹੀਂ ਛੋਟੇ ਜਦੋਂ ਪਾਵੇ ਨਹੀਂ ਹੈਗੇ ਤੇ ਫਿਰ ਮਗਰ ਸਾਨੀ ਕੋ ਜਾਣਾ ਪੈਣਾ ਜੇ, ਨਾ ਉਹਦੇ ਕੋ ਵੀ ਵੱਡੇ ਹੀ ਹੁੰਦੇ। ਉਹਦੇ ਕੋ ਵੀ ਵੱਡੇ, ਭੋਲੀ ਕੋ ਵੀ ਵੱਡੇ, ਛਾਨੀ ਕੋ ਨਹੀਂ ਭੋਲੀ ਕੋ ਛੋਟੇ ਹੁੰਦੇ ਸੁਬਾ। ਤਮ ਪੁਖਤ ਖਾਣਾ। ਯਾਰ ਮੈਂ ਕੁਛ ਨਹੀਂ ਖਾਣਾ, ਇੱਥੋਂ ਮੈਨੂੰ ਕੋ ਦਾਲ ਮੰਗਾ ਦੇ ਦਾਦੀ ਆਪਣਾ ਖਿਆਲ ਰੱਖੋ ਯਾਰ, ਭੁੱਖ ਯਾਰ ਆਪਣਾ ਖਿਆਲ ਰੱਖੋ। ਕੱਲ ਛੱਡ ਕੇ ਪਰਸੋਂ ਫੇਰ ਤੁਹਾਡਾ ਮਨਾ ਕਰਦੇ ਗਿਰਾ ਪਰ ਰੱਖ।